ਪਹਿਲਾਂ ਕਈ ਵਾਰ ਬਿਆਨ ਆਇਆ ਕਿ ਦਰਬਾਰ ਸਾਹਿਬ ਨੂੰ ਬਰੂਦ ਨਾਲ ਉਡਾ ਦਿੱਤਾ ਜਾਏਗਾ। ਉਸ ਲੜੀ ਦੇ ਵਿੱਚ ਜੋੜ ਕੇ ਇਹਨੂੰ ਵੇਖਣਾ ਚਾਹੀਦਾ। ਸ਼ਰਾਰਤੀ ਅਨਸਰ, ਪਰ ਇਹਨਾਂ ਦੇ ਪਿੱਛੇ ਦਿਮਾਗ ਕਿਹਦਾ ਵਾ ਉਹਨੂੰ ਪਹਿਚਾਨਣਾ ਚਾਹੀਦਾ। ਦਰਬਾਰ ਸਾਹਿਬ ਨੂੰ ਜਾਂਦੇ ਰਾਹ ਦੇ ਉੱਤੇ ਜੇ ਕੰਡਾ ਵੀ ਕੋਈ ਸੁੱਟ ਦੇ ਨਾ ਤੇ ਉਹ ਵੀ ਨਰਕਾਂ ਦਾ ਭਾਗੀ ਆ, ਉਹਨੂੰ ਵੀ ਘੱਟੋ ਘੱਟ ਮੌਤ ਦੀ ਸਜ਼ਾ ਹੋਣੀ ਚਾਹੀਦੀ, ਘੱਟੋ ਘੱਟ। ਇਹ ਉਹ ਰਾਹ ਆ ਸੱਚਖੰਡ ਸ੍ਰੀ ਦਰਬਾਰ ਸਾਹਿਬ, ਜਿੱਥੇ ਤਖਤ ਦੀ ਉਸਾਰੀ ਗੁਰੂ ਸਾਹਿਬਾਨ ਨੇ ਖੁਦ ਕਰਵਾਈ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਘਰ ਆ ਇਹ। ਤੇ ਇਸ ਦੇ ਰਾਹ ਦੇ ਵਿੱਚ ਲਗਾਤਾਰ 3 ਬੰਬ ਬਲਾਸਟ ਹੋਣੇ, ਔਰ ਤੁਸੀਂ ਅੱਜ ਸੱਚੀ ਮੈਂ ਕਹਿਣਾ ਕਿ ਅੱਜ ਸੰਗਤ ਦੀ ਆਮਦ ਘੱਟ ਆ, ਕੱਲ੍ਹ ਤੇ ਅੱਜ 'ਚ ਆਮਦ ਘਟੀ ਆ, ਬਹੁਤ ਘਟੀ ਆ। ਪੰਜਾਬ ਪੁਲਿਸ ਨੂੰ, ਪੰਜਾਬ ਸਰਕਾਰ ਨੂੰ ਇਹ ਜਿਹੜੇ ਮਾਮਲਾ ਹੈ ਬੰਬ ਧਮਾਕਿਆਂ ਵਾਲਾ, ਇਹਦੀ ਗਹਿਰਾਈ ਦੇ ਨਾਲ ਜਾਂਚ ਕਰਨੀ ਚਾਹੀਦੀ ਹੈ ਕਿ ਜਿਹੜੇ ਫੜੇ ਗਏ ਵਿਅਕਤੀ ਹੈ ਇਹਨਾਂ ਦੇ ਪਿੱਛੇ ਕਿਹੜੀਆਂ ਤਾਕਤਾਂ ਨੇ ਜਿਹੜੀਆਂ ਇਹ ਘਟੀਆ ਕਿਸਮ ਦੀਆਂ ਹਰਕਤਾਂ ਕਰਵਾ ਰਹੀਆਂ ਨੇ, ਕਿਉਂਕਿ ਦਰਬਾਰ ਸਾਹਿਬ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤ ਜਿਹੜੀ ਹੈ ਉਹ ਨਤਮਸਤਕ ਹੁੰਦੀ ਹੈ ਔਰ ਵੱਡਾ ਜਾਨੀ ਨੁਕਸਾਨ ਵੀ ਜਿਹੜਾ ਹੈ ਉਹ ਹੋ ਸਕਦਾ। ਸਾਜ਼ਿਸ਼ ਆ ਹਰ ਬੰਦਾ, ਚਾਹੇ ਪੁਲਿਸ ਨੂੰ ਪੁੱਛ ਲਓ, ਸ਼੍ਰੋਮਣੀ ਕਮੇਟੀ ਨੂੰ ਪੁੱਛ ਲਓ, ਜਾਂ ਸਾਡੇ ਵਰਗ ਨੂੰ ਪੁੱਛ ਲਓ, ਜਾਂ ਆਮ ਕਿਸੇ ਸਿੱਖ ਨੂੰ ਪੁੱਛ ਲਓ, ਹਰ ਕੋਈ ਕਹੇ ਸਾਜ਼ਿਸ਼ ਹੈ, ਸਾਜ਼ਿਸ਼ ਹੈ। ਪਰ ਇੱਕ ਚੀਜ਼ ਆ ਕਿ ਸਾਰੇ ਇਹਨਾਂ ਦੇ ਵਿੱਚ ਮੇਨ ਸਟ੍ਰੀਮ ਪੋਲੀਟਿਕਸ ਵਾਲੇ ਅੜ ਜਾਂਦੇ ਨੇ, ਉਹ ਇਹ ਦੱਸਦੇ ਨਹੀਂ ਵੀ ਸਾਜ਼ਿਸ਼ ਕਿਹਦੀ। ਸਰਕਾਰਾਂ ਦੋ ਪਹਿਲੂਆਂ 'ਤੇ ਕੰਮ ਕਰਦੀਆਂ, ਇੱਕ ਤਾਂ ਸਾਡਾ ਨੁਕਸਾਨ ਕਰਾਉਣਾ, ਦੂਜੇ ਪਾਸੇ ਸਿੱਖ ਕੌਮ ਨੂੰ ਇਹ ਬਦਨਾਮ ਕਰਨਾ। ਕਿਉਂਕਿ ਜਦੋਂ ਵੀ ਕੋਈ ਹੁੰਦਾ ਸਿੱਖਾਂ ਨੂੰ ਅੱਤਵਾਦੀ, ਵੱਖਵਾਦੀ, ਜਿਹੜਾ ਉਹ ਮੀਡੀਆ ਵੀ ਹੈ ਉਹ ਸਿੱਖਾਂ ਨੂੰ ਇਸ ਤਰ੍ਹਾਂ ਪ੍ਰਚਾਰਨ 'ਤੇ ਲੱਗਿਆ ਪਿਆ। ਸੋ ਇਹ ਇੱਕ ਸਾਜ਼ਿਸ਼ਾਂ ਬਹੁਤ ਵੱਡੀ ਜਿਹੜੀ ਰਚੀਆਂ ਜਾ ਰਹੀਆਂ ਸਰਕਾਰਾਂ ਵੱਲੋਂ ਸਿੱਖ ਕੌਮ ਨੂੰ ਬਦਨਾਮ ਕਰਨ ਵਾਸਤੇ ਤੇ ਸਿੱਖ ਕੌਮ ਦਾ ਨੁਕਸਾਨ ਕਰਨ ਵਾਸਤੇ। ਮੈਂ ਇਹ ਸਮਝਦਾ ਵੀ ਸਰਕਾਰ ਦੀ ਬੜੀ ਵੱਡੀ ਨਲਾਇਕੀ ਆ। ਸਰਕਾਰਾਂ ਨੂੰ ਆਪਣੇ ਫਰਜ਼ ਨਿਭਾਉਣੇ ਚਾਹੀਦੇ ਆ। ਦਰਬਾਰ ਸਾਹਿਬ ਕੋਲੇ 3 ਬੰਬ ਧਮਾਕੇ ਹੋਏ ਨੇ, ਇਹਦੇ ਵਿੱਚ ਆਂਦੇ ਵੀ ਅਸੀਂ 5 ਬੰਦੇ ਫੜੇ, ਉਹ ਨਸ਼ਈ ਨੇ। ਪਰ ਅਸੀਂ ਮੰਨਦੇ ਵੀ ਉਹ ਨਸ਼ਈ ਹੋ ਸਕਦੇ ਨੇ, ਪਰ ਉਹ ਨਸ਼ਈ ਇਹ ਜੀ ਯੋਜਨਾ ਨਹੀਂ ਬਣਾ ਸਕਦੇ। ਉਹਨਾਂ ਦੇ ਪਿੱਛੇ ਜਿਹੜਾ ਆ ਕੋਈ ਨਾ ਕੋਈ ਏਜੰਸੀਆਂ ਦਾ ਜਾਂ ਕੁਛ ਵੀ ਉਹਦੇ ਮਗਰ ਜਿਹੜਾ ਆ, ਜਾਂ ਸਰਕਾਰੀ ਤਾਕਤਾਂ ਜਾਂ ਕੁਝ ਪੰਜਾਬ ਦੇ ਵਿੱਚ ਫੈਲਾਉਣ ਵਾਸਤੇ ਦਹਿਸ਼ਤ, ਇਹੋ ਜਿਹਾ ਕੁਝ ਕੀਤਾ ਜਾ ਰਿਹਾ। ਪਰ ਕੰਮ ਇਹ ਜ਼ਿਆਦਾ ਮੇਨ ਹੈਗਾ ਏਜੰਸੀਆਂ ਦਾ, ਤੇ ਉਹਦੇ ਅੱਗੇ ਉਹ ਬੰਦੇ ਜ਼ਰੂਰ ਵਰਤੇ ਗਏ ਹੋਣ। ਕਿ ਸਾਨੂੰ ਸਿੱਖਾਂ ਨੂੰ ਆਪ ਕਿਸੇ ਵੱਲ ਨਹੀਂ ਦੇਖਣਾ ਚਾਹੀਦਾ, ਇਹਦੀ ਤਹਿਕੀਕਤ ਆਪ ਕਰਨੀ ਚਾਹੀਦੀ ਆ, ਗੁਰਮਤਾ ਕਰਕੇ ਸਿੰਘਾਂ ਦੀ ਡਿਊਟੀ ਲਾ ਕੇ, ਕਿ ਜਿਨ੍ਹਾਂ ਨੇ ਵੀ ਕੀਤਾ ਉਹਨਾਂ ਦੀ ਡੰਗਾਈ ਤੱਕ ਜਾਓ ਕਿ ਇਹੋ ਜਿਹੇ ਬੰਦੇ ਕਿਵੇਂ ਕਰ ਸਕਦੇ ਆ। ਇਹ ਸਾਨੂੰ ਸੇਵਾਦਾਰਾਂ ਨੇ ਦੋਸ਼ੀ ਫੜੇ ਆ। ਜਿਹੜਾ ਕੰਮ ਪੰਜਾਬ ਸਰਕਾਰ ਦਾ ਸੀ, ਸਰਕਾਰ ਨੇ ਤਾਂ ਕੀ ਕਰਨਾ ਸੀ, ਐਸਜੀਪੀਸੀ ਨੂੰ ਕਰਨਾ ਪਿਆ। ਆਹ ਤਾਂ ਹਾਲਾਤ ਪੰਜਾਬ ਦੇ। ਸਾਡੇ ਕੋਲ ਹਾਲੇ ਤੱਕ ਅਸੀਂ ਆਈਡੈਂਟੀਫਾਈਡ ਹੀ ਦੁਸ਼ਮਣ ਨਹੀਂ ਹੈ ਸਾਡਾ। ਕੌਣ ਸਾਡੇ ਖਿਲਾਫ ਸਾਜ਼ਿਸ਼ ਕਰ ਰਿਹਾ, ਸਾਡੀ ਲੀਡਰਸ਼ਿਪ ਪਹਿਲਾਂ ਇਹ ਤਾਂ ਦੱਸਿਆ ਕਰੇ। ਔਰ ਮੈਂ ਮੀਡੀਆ ਨੂੰ ਵੀ ਕਹਾਂਗਾ, ਜਦੋਂ ਤੁਹਾਨੂੰ ਜਥੇਦਾਰ ਸਾਹਿਬ ਸ਼੍ਰੋਮਣੀ ਕਮੇਟੀ ਪ੍ਰਧਾਨ ਕਹਿੰਦੇ ਨੇ ਨਾ ਬਹੁਤ ਵੱਡੀ ਸਾਜ਼ਿਸ਼ ਹੈ, ਉਹਨਾਂ ਕੋਲ ਸਾਨੂੰ ਥੋੜ੍ਹਾ ਜਿਹਾ ਦੱਸ ਦਿਓ ਸਾਜ਼ਿਸ਼ ਕਰ ਕੌਣ ਰਿਹਾ ਹੈ। ਸੋ ਇਹ ਆਪਾਂ ਸਮਝ ਸਕਦੇ ਹਾਂ ਵੀ ਇਹ ਏਜੰਸੀਆਂ ਦੀ ਕੋਝੀ ਚਾਲ ਆ, ਜਿਹੜੀਆਂ ਏਜੰਸੀਆਂ ਸਰਹੱਦਾਂ ਪਾਰ ਤੋਂ ਰਹਿੰਦੇ ਜਿਹੜੇ ਸਿੰਘਾਂ ਨੂੰ ਸ਼ਹੀਦ ਕਰਾ ਸਕਦੀਆਂ ਨੇ, ਉਹਨਾਂ ਵਾਸਤੇ ਇਹੋ ਜਿਹੀ ਘਟੀਆ ਚਾਲ ਚੱਲਣੀ ਪੰਜਾਬ ਦੇ ਵਿੱਚ ਜਾਂ ਅੰਮ੍ਰਿਤਸਰ ਸਾਹਿਬ ਦੇ ਵਿੱਚ, ਜਿਹੜਾ ਸਾਡਾ ਇੱਕ ਸਭ ਤੋਂ ਪਵਿੱਤਰ ਸਥਾਨ ਹੈ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ, ਬੜੀ ਛੋਟੀ ਜਿਹੀ ਗੱਲ ਆ। ਜਿਨ੍ਹਾਂ ਦੇ ਆਪਣੇ ਮੁਲਕ ਹੁੰਦੇ, ਆਪਣਾ ਸਾਰਾ ਕੁਝ ਹੁੰਦਾ ਹੈ, ਉਹਨਾਂ ਵਾਸਤੇ ਕਾਨੂੰਨ ਹੁੰਦੇ ਆ। ਜਿਹੜੀਆਂ ਗੁਲਾਮ ਕੌਮਾਂ ਹੁੰਦੀਆਂ ਉਹਨਾਂ ਵਾਸਤੇ ਕੋਈ ਕਾਨੂੰਨ ਨਹੀਂ ਹੁੰਦੇ। ਗੁਰੂ ਰਾਮਦਾਸ ਦੇ ਘਰ 'ਤੇ ਹਮਲਾ ਹੋਇਆ, ਸਾਨੂੰ ਅੱਜ ਤੱਕ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਹਿਸਾਬ ਹੀ ਨਹੀਂ ਦੱਸਿਆ ਗਿਆ। ਦੱਸੋ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਦਿੱਤਾ ਕੁਛ ਸਾਨੂੰ? ਜੇ ਹਮਲਾ ਕਰਕੇ ਉਹ ਦੁਸ਼ਮਣ ਲੁੱਟ ਕੇ ਲੈ ਗਿਆ, ਸਾਨੂੰ ਨਹੀਂ ਕੁਛ ਦੱਸ ਰਿਹਾ। ਤੇ ਜਿਹੜੇ ਬਾਹਰ ਦਰਬਾਰ ਸਾਹਿਬ ਦੇ ਗਲਿਆਰੇ ਦੇ ਵਿੱਚ ਬਲਾਸਟ ਹੋ ਜਾਂਦੇ ਨੇ, ਉਹਦੇ ਬਾਰੇ ਅਸੀਂ ਇਹਨਾਂ ਤੋਂ ਕੀ ਇਨਸਾਫ ਦੀ ਆਸ ਰੱਖ ਸਕਦੇ ਹਾਂ? ਅਕਾਲ ਚੈਨਲ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤਜਿੰਦਰ ਸਿੰਘ। ਦਰਬਾਰ ਸਾਹਿਬ ਦੇ ਬਿਲਕੁਲ ਇਸ ਟਾਈਮ ਤੇ ਅਸੀਂ ਸਾਹਮਣੇ ਆ, ਤੇ ਜੇ ਆਪਾਂ ਕੁਝ ਦਿਨ ਪਹਿਲਾਂ ਦੀ ਗੱਲ ਕਰਦੇ ਹਾਂ ਤੇ ਇੱਥੇ 3 ਧਮਾਕੇ ਹੁੰਦੇ ਆ ਬਿਲਕੁਲ ਦਰਬਾਰ ਸਾਹਿਬ ਦੇ ਲਾਗੇ। ਪਹਿਲਾ ਧਮਾਕਾ ਜਿਹੜਾ ਵਾ ਉਹ 6 ਮਈ ਨੂੰ ਹੁੰਦਾ ਵਾ, ਹੈਰੀਟੇਜ ਸਟਰੀਟ ਤੇ ਰੈਸਟੋਰੈਂਟ ਦੇ ਵਿੱਚ ਇੱਕ ਧਮਾਕਾ ਹੁੰਦਾ ਵਾ। 6 ਤਰੀਕ ਨੂੰ ਤਕਰੀਬਨ 11:30 ਵਜੇ ਦਾ ਸਮਾਂ ਸੀ ਇਹ ਧਮਾਕਾ ਹੋਇਆ। ਤੇ ਦੂਜਾ ਧਮਾਕਾ ਸੀ ਜਿਹੜਾ 8 ਤਰੀਕ ਨੂੰ 8 ਮਈ ਨੂੰ 6:15 ਵਜੇ ਸਾਰਾਗੜੀ ਪਾਰਕਿੰਗ ਦੇ ਲਾਗੇ ਹੋਇਆ। 2 ਧਮਾਕਿਆਂ ਤੋਂ ਬਾਅਦ ਤੀਜਾ ਧਮਾਕਾ ਹੁੰਦਾ ਵਾ। ਤੀਜੇ ਧਮਾਕੇ ਤਰੀਕ ਸੀ 11 ਮਈ ਤੇ ਰਾਤ ਦਾ ਤਕਰੀਬਨ 12 ਵਜੇ ਦਾ ਸਮਾਂ ਸੀ ਤੇ ਗੁਰੂ ਰਾਮਦਾਸ ਸਰਾਂ ਦੇ ਨੇੜੇ ਧਮਾਕਾ ਹੁੰਦਾ ਵਾ।
ਦੋ ਪਹਿਲੇ ਧਮਾਕਿਆਂ ਤੋਂ ਬਾਅਦ ਦੇ ਵਿੱਚ ਕੋਈ ਪੁਲਿਸ ਪ੍ਰਸ਼ਾਸਨ ਦੇ ਵਿੱਚ ਕੋਈ ਖਾਸ ਹਿਲਜੁਲ ਨਹੀਂ ਹੋਈ। ਤੀਜਾ ਧਮਾਕਾ ਵੀ ਹੁੰਦਾ ਵਾ ਤੇ ਧਮਾਕੇ ਤੋਂ ਬਾਅਦ ਦੇ ਵਿੱਚ ਉਹ ਦੋਸ਼ੀ ਜਿਹੜੇ ਉਹ ਫੜ ਲਏ ਜਾਂਦੇ ਆ। 5 ਦੋਸ਼ੀ ਐਸਜੀਪੀਸੀ ਫੜ ਲੈਂਦੀ ਆ ਤੇ ਐਸਜੀਪੀਸੀ ਉਹਨਾਂ ਦੋਸ਼ੀਆਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੰਦੀ ਆ। ਪ੍ਰੈਸ ਕਾਨਫਰੰਸ ਹੁੰਦੀ ਆ ਪ੍ਰਸ਼ਾਸਨ ਵੱਲੋਂ ਤੇ ਉਹਦੇ ਵਿੱਚ ਦੱਸਿਆ ਜਾਂਦਾ ਕਿ ਇਹ ਨਸ਼ਈ ਸੀ। ਇਹ ਨੌਜਵਾਨ ਜਿਹੜੇ ਹੀ ਉਹਨਾਂ ਦੇ ਕੋਲ ਇੱਕ ਕੋਲ ਕੋਈ ਇਹੋ ਜਿਹਾ ਲਾਇਸੈਂਸ ਵੀ ਫੜਿਆ ਗਿਆ ਵਾ ਜਿਹਦੇ ਵਿੱਚ ਉਹ ਜਿਵੇਂ ਬੰਬ ਜਿਹੜੇ ਕਿ ਆਪਾਂ ਆਮ ਚਲਾਉਂਦੇ ਆ, ਜਿੱਦਾਂ ਛੋਟੇ ਮੋਟੇ ਪਟਾਕੇ ਚਲਾਉਂਦੇ ਆ, ਉਹ ਬਣਾਉਣ ਵਾਲੀ ਕੋਈ ਫੈਕਟਰੀ ਦਾ ਜਾਂ ਕਿਸੇ ਦਾ ਉਹਦਾ ਕੋਈ ਲਾਇਸੈਂਸ ਸੀ ਕਿ ਉਹ ਬਣਾ ਸਕਦਾ ਸੀ। ਪਰ ਇਹ ਧਮਾਕੇ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਲਾਗੇ, ਦਰਬਾਰ ਸਾਹਿਬ ਦੇ ਗਲਿਆਰੇ ਦੇ ਲਾਗੇ ਤੇ ਦਰਬਾਰ ਸਾਹਿਬ ਦੇ ਜੇ ਆਪਾਂ ਦੂਜੇ ਪਾਸੇ ਹੈਰੀਟੇਜ ਸਟਰੀਟ ਦੇ ਲਾਗੇ ਹੀ ਹੋਏ। 3 ਧਮਾਕਿਆਂ ਤੋਂ ਬਾਅਦ ਦੇ ਵਿੱਚ ਪ੍ਰਸ਼ਾਸਨ ਹਰਕਤ ਦੇ ਵਿੱਚ ਆਉਂਦਾ ਤੇ ਇੱਥੇ ਇੱਕ ਮੀਟਿੰਗ ਹੁੰਦੀ ਆ, ਪ੍ਰੈਸ ਕਾਨਫਰੰਸ ਹੁੰਦੀ ਆ। ਉਹਦੀਆਂ ਤਾਰਾਂ ਜੁੜਨੀਆਂ ਸੀ ਜਿਹੜੀਆਂ ਪਤਾ ਨਹੀਂ ਕਿੱਧਰਲੇ ਪਾਸੇ ਜਾਂਦੀਆਂ ਵਾ, ਉਹ ਤੇ ਵੱਖਰੀ ਗੱਲ ਆ। ਪਰ ਉਹ ਪਤਾ ਲੱਗਦਾ ਕਿ ਉਹ ਨਸ਼ਈ ਨੌਜਵਾਨ ਇਸ ਦੇ ਨਸ਼ਈ ਨੌਜਵਾਨ ਪਟਾਸ ਦੇ ਧਮਾਕੇ ਕਰਦੇ ਆ। ਕਾਰਨ ਅਸੀਂ ਭਲੀ ਭਾਂਤ ਜਾਣਦੇ ਹਾਂ ਕਿ ਜਦੋਂ ਗੁਰੂ ਸਾਹਿਬ ਦੀਆਂ ਬੇਅਦਬੀਆਂ ਵੀ ਹੁੰਦੀਆਂ ਤੇ ਜਾਂ ਤੇ ਉਹ ਬੇਅਦਬੀਆਂ ਦੇ ਦੋਸ਼ੀ ਫੜੇ ਨਹੀਂ ਜਾਂਦੇ ਤੇ ਜੇ ਫੜੇ ਜਾਂਦੇ ਆ ਤੇ ਉਹ ਪਤਾ ਲੱਗਦਾ ਕਿ ਉਹ ਮੰਦਬੁੱਧੀ ਸੀ। ਤੇ ਇਹ ਵੀ ਇਦਾਂ ਹੀ ਹੋਇਆ, ਜੇ ਨੌਜਵਾਨਾਂ ਨੂੰ ਫੜਿਆ ਐਸਜੀਪੀਸੀ ਵੱਲੋਂ ਤੇ ਪਤਾ ਲੱਗਦਾ ਕਿ ਉਹ ਤੇ ਨਸ਼ਈ ਸੀ। ਕਾਰਨ ਕੀ ਸੀ ਇਹਨਾਂ ਦੀ, ਬੈਕ ਤੇ ਕੌਣ ਸੀ, ਕਿਉਂ ਇਹਨਾਂ ਨੇ ਇੱਥੇ ਧਮਾਕੇ ਕੀਤੇ, ਇਹਦੇ ਪਿੱਛੇ ਕੋਈ ਗਹਿਰੀ ਸਾਜ਼ਿਸ਼ ਹੋ ਸਕਦੀ ਆ। ਤੇ ਪ੍ਰਸ਼ਾਸਨ ਦੀ 2 ਦਿਨ ਦੇ ਧਮਾਕਿਆਂ ਤੋਂ ਬਾਅਦ ਚ ਢਿੱਲ ਕਿੱਥੇ ਸੀ ਆ, ਧਮਾਕਾ ਫਿਰ ਤੀਸਰਾ ਹੋ ਗਿਆ। ਜੇ ਆਪਾਂ ਜਲੰਧਰ ਇਲੈਕਸ਼ਨ ਦੀ ਗੱਲ ਕਰਦੇ ਆ ਤੇ ਸਭ ਧਾਮ ਝਾਮ ਉਧਰਲੇ ਪਾਸੇ ਸੀ, ਸਿਆਸਤ ਉਧਰਲੇ ਪਾਸੇ ਗਰਮਾਈ ਹੋਈ ਸੀ। ਕਿਸੇ ਸਿਆਸਤਦਾਨ ਦਾ ਇੱਥੇ ਨਾ ਪਹੁੰਚਣਾ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਆਇਆ, ਕਿਉਂਕਿ 3 ਧਮਾਕਿਆਂ ਤੋਂ ਬਾਅਦ ਦੇ ਵਿੱਚ ਵੀ ਇੱਥੇ ਕੋਈ ਖਾਸ ਸਿਆਸਤਦਾਨ ਨਹੀਂ ਆਇਆ। ਸਾਰਾ ਸਿਆਸਤਦਾਨ ਜਿਹੜਾ ਸੀ ਜਲੰਧਰ ਜਿਮਨੀ ਇਲੈਕਸ਼ਨ ਲੜਨ ਵਾਸਤੇ ਰੁੱਝਿਆ ਹੋਇਆ ਸੀ। ਟਵੀਟ ਕਰਕੇ ਇੱਥੋਂ ਦੱਸ ਦਿੱਤਾ ਜਾਂਦਾ ਕਿ ਬਹੁਤ ਮਾੜੀ ਘਟਨਾ ਵਾ, ਇਹ ਬਹੁਤ ਦੁਖਦਾਈ ਘਟਨਾਵਾਂ। ਇਹੋ ਜਿਹੇ ਟਵੀਟ ਜ਼ਰੂਰ ਹੋਏ, ਫੇਸਬੁੱਕ ਤੇ ਟਵੀਟ ਹੋਏ, ਪਰ ਜੋ ਕੁਝ ਹੋਇਆ ਉਹਦੇ ਵਾਸਤੇ ਉਸ ਤੋਂ ਬਾਅਦ ਦੇ ਵਿੱਚ ਪ੍ਰੈਸ ਕਾਨਫਰੰਸਾਂ ਹੁੰਦੀਆਂ। ਇੱਕ ਪਾਸੇ ਐਸਜੀਪੀਸੀ ਪ੍ਰੈਸ ਕਾਨਫਰੰਸ ਕਰਦੀ ਆ ਤੇ ਸਿੰਘ ਸਾਹਿਬ ਵੀ ਬਿਆਨ ਦਿੰਦੇ ਆ ਕਿ ਇਹਦੇ ਪਿੱਛੇ ਸਾਜ਼ਿਸ਼ ਆ। ਸਾਜ਼ਿਸ਼ ਘਾੜਾ ਕੌਣ ਆਏ ਤੇ ਆਉਣ ਵਾਲਾ ਸਮਾਂ ਹੀ ਦੱਸੂਗਾ। ਆਓ ਆਪਾਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਰਾਏ ਲੈਣ ਦੀ, ਪੰਥਕ ਧਿਰਾਂ ਪੰਥਕ ਸਫਾਂ ਦੇ ਵਿੱਚ ਇਹਨਾਂ ਨੂੰ ਕਿਵੇਂ ਵੇਖਿਆ ਜਾ ਰਿਹਾ ਤੇ ਦੂਜੇ ਪਾਸੇ ਐਸਜੀਪੀਸੀ ਮੈਂਬਰ ਜਾਂ ਐਸਜੀਪੀਸੀ ਦੇ ਜਿਹੜੇ ਮੇਨ ਬੁਲਾਰੇ ਹੈਗੇ ਉਹਨਾਂ ਨਾਲ ਵੀ ਕੋਸ਼ਿਸ਼ ਕਰਾਂਗੇ ਆਪਾਂ ਗੱਲਬਾਤ ਕਰਨ ਦੀ। ਐਸਜੀਪੀਸੀ ਦਾ ਕੀ ਵਿਚਾਰ ਆ, ਪ੍ਰਸ਼ਾਸਨ ਦੀ ਤੁਸੀਂ ਜਿਹੜੀ ਪੀਸੀ ਹੈਗੀ ਸੀ ਉਹ ਵੀ ਦੇਖ ਚੁੱਕੇ ਹੋ ਤੇ ਨਾਲ ਨਾਲ ਤੁਹਾਨੂੰ ਉਹਦੀਆਂ ਤਸਵੀਰਾਂ ਵੀ ਦਿਖਾਵਾਂਗੇ ਕਿ ਪੁਲਿਸ ਪ੍ਰਸ਼ਾਸਨ ਡੀਜੀਪੀ ਸਾਹਿਬ ਨੇ ਇਹਦੇ ਉੱਤੇ ਕੀ ਕਿਹਾ। ਇਹ ਸਾਰਾ ਕੁਝ ਪਹਿਲੋਂ ਆਪਾਂ ਜਾਣਦੇ ਆ ਪੰਥਕ ਸਫਾਂ ਵਾਲੇ ਪਾਸੇ ਤੇ ਐਸਜੀਪੀਸੀ ਵਾਲੇ ਪਾਸੇ ਕਿ ਇਹ ਕੌਣ ਸਨ, ਕਿਵੇਂ ਸੋਚਦੇ ਆ ਪੰਥਕ ਸਫਾਂ, ਕਿਵੇਂ ਸੋਚਦੀਆਂ, ਐਸਜੀਪੀਸੀ ਕੀ ਸੋਚਦੀ ਹੈ ਇਹਨਾਂ ਧਮਾਕਿਆਂ ਨੂੰ। 3 ਧਮਾਕੇ ਬਿਲਕੁਲ ਦਰਬਾਰ ਸਾਹਿਬ ਦੇ ਲਾਗੇ ਹੋਣੇ, ਕੀ ਲੱਗਦਾ ਹੈ ਕਿਸੇ ਗਹਿਰੀ ਸਾਜ਼ਿਸ਼ ਦਾ ਨਤੀਜਾ ਵਾ ਕਿ ਜਾਂ ਇਹ ਨਸ਼ਈਆਂ ਦਾ ਕੰਮ ਆ। ਕੌਮੀ ਇਨਸਾਫ ਮੋਰਚੇ ਤੋਂ ਬਾਪੂ ਗੁਰਚਰਨ ਸਿੰਘ ਜੀ ਸਾਡੇ ਨਾਲ ਜੁੜ ਚੁੱਕੇ ਆ। ਪਹਿਲਾਂ ਗੁਰਫਤਿਹ ਸਾਂਝ ਕਰਦੇ ਹਾਂ ਬਾਪੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲਾਂ ਤੇ ਮੋਰਚੇ ਦੇ ਹਾਲ ਚਾਲ ਦੱਸੋ, ਕਿਵੇਂ ਦੇ ਹਾਲਾਤ? ਦੇਖੋ, ਕੌਮੀ ਇਨਸਾਫ ਮੋਰਚਾ ਜਿਹੜਾ 7 ਜਨਵਰੀ ਤੋਂ ਚੰਡੀਗੜ੍ਹ ਤੇ ਲੱਗਿਆ ਉਹ ਚੜ੍ਹਦੀ ਕਲਾ ਜਾ ਰਿਹਾ। ਸਮੇਂ-ਸਮੇਂ ਤੇ ਉਸ ਤੋਂ ਪ੍ਰੋਗਰਾਮ ਦਿੱਤੇ ਜਾ ਰਹੇ ਹਨ, ਸੰਗਤਾਂ ਜੁੜ ਰਹੀਆਂ। ਕੌਮੀ ਇਨਸਾਫ ਮੋਰਚੇ ਦੀ ਇੱਕ ਵੱਡੀ ਪ੍ਰਾਪਤੀ ਹੋਈ ਹੈ ਕਿ ਪਰਸੋਂ ਭਾਈ ਲਖਵਿੰਦਰ ਸਿੰਘ ਲੱਖਾ, ਜਿਹੜਾ ਉਹਨਾਂ 9 ਬੰਦੀ ਸਿੰਘਾਂ ਦੀ ਰਿਹਾਈ ਦੀ ਅਸੀਂ ਗੱਲ ਕਰ ਰਹੇ ਹਾਂ, ਉਹਨਾਂ 'ਚੋਂ ਇੱਕ ਸਿੰਘ ਹੈ, ਉਹਨਾਂ ਦੀ ਰਿਹਾਈ ਹੋਈ ਹੈ। ਕੋਰਟ ਵੱਲੋਂ ਉਹਨਾਂ ਨੂੰ ਪੱਕੀ ਜ਼ਮਾਨਤ ਮਿਲੀ ਹੈ, ਪਰ ਸਰਕਾਰ ਵੱਲੋਂ ਉਹਨਾਂ 'ਤੇ ਕਈ ਤਰ੍ਹਾਂ ਦੀ ਕੰਡੀਸ਼ਨਾਂ ਲਾਈ ਗਈਆਂ ਜੋ ਸਰਾਸਰ ਗਲਤ ਹੈ। ਕਿਉਂਕਿ ਜਦੋਂ ਆਪਣੀ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ, ਉਹਨਾਂ ਦੀ ਰਿਹਾਈਆਂ ਬਿਨਾਂ ਸ਼ਰਤ ਹੋਣੀ ਚਾਹੀਦੀਆਂ। ਸੋ ਕੌਮੀ ਇਨਸਾਫ ਮੋਰਚਾ ਚੜ੍ਹਦੀ ਕਲਾ 'ਚ ਜਦੋਂ ਤੱਕ ਉਹਨਾਂ ਬੰਦੀ ਸਿੰਘਾਂ ਦੀ ਰਿਹਾਈਆਂ ਨਹੀਂ ਹੋ ਜਾਂਦੀਆਂ ਉਹ ਨਿਰੰਤਰ ਜਾਰੀ ਰਹੇਗਾ। ਤੇ ਉਸ ਤੋਂ ਪ੍ਰੋਗਰਾਮ ਲੀਕੇ ਜਾ ਰਹੇ ਹਨ। ਕੱਲ੍ਹ ਨੂੰ 13 ਮਈ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਚੱਪੜਚਿੜੀ ਦੇ ਮੈਦਾਨ, ਜਿੱਥੇ ਉਹਨੇ ਜੰਗ ਫਤਿਹ ਕਰੀ ਹੈ, ਇੱਕ ਮਾਰਚ ਕੱਢਿਆ ਜਾ ਰਿਹਾ ਕੌਮੀ ਇਨਸਾਫ ਮੋਰਚੇ ਤੱਕ। ਸੋ 17 ਮਈ ਨੂੰ ਉਸੇ ਕੌਮੀ ਇਨਸਾਫ ਮੋਰਚੇ 'ਤੇ ਜਥੇਦਾਰ ਜਗਤਾਰ ਸਿੰਘ ਹਵਾਰਾ, ਉਹਨਾਂ ਦਾ ਜਨਮ ਦਿਨ ਮਨਾਇਆ ਜਾ ਰਿਹਾ। ਸੋ ਸੰਗਤਾਂ ਨੂੰ ਅਪੀਲ ਹੈ ਵੀ ਇਹਨਾਂ ਪ੍ਰੋਗਰਾਮਾਂ 'ਚ ਵੱਧ ਤੋਂ ਵੱਧ ਪਹੁੰਚ ਕੇ ਉੱਥੇ ਹਾਜ਼ਰੀ ਲਵਾਉਣ। ਬਾਪੂ ਜੀ, ਅਕਾਲ ਤਖਤ ਸਾਹਿਬ 'ਤੇ ਖੜੇ ਆ, ਤੁਸੀਂ ਦਰਬਾਰ ਸਾਹਿਬ ਨਤਮਸਤਕ ਹੋਏ ਹੋਗੇ। ਕੁਝ ਦਿਨ ਪਹਿਲਾਂ ਘਟਨਾਵਾਂ ਵਾਪਰੀਆਂ, 3 ਬੰਬ ਬਲਾਸਟ ਹੁੰਦੇ ਆ, ਕਿਵੇਂ ਵੇਖਦੇ ਹੋ? ਦਰਬਾਰ ਸਾਹਿਬ ਦੇ ਬਿਲਕੁਲ ਲਾਗੇ ਸਰਾਂ ਦੇ ਵਿੱਚ ਹੁੰਦਾ ਵਾ, ਗਲਿਆਰੇ ਦੇ ਲਾਗੇ ਹੁੰਦਾ, ਸਰਾਂ ਉੱਧਰਲੇ ਪਾਸੇ ਪਾਰਕਿੰਗ ਦੇ ਲਾਗੇ 3 ਧਮਾਕੇ ਹੁੰਦੇ ਆ। ਇਹਨਾਂ ਧਮਾਕਿਆਂ ਨੂੰ ਕਿਵੇਂ ਵੇਖਦੇ ਹੋ? ਦੇਖੋ, ਸ੍ਰੀ ਗੁਰੂ ਰਾਮਦਾਸ ਜੀ ਦੀ ਪਵਿੱਤਰ ਨਗਰੀ ਅੰਮ੍ਰਿਤਸਰ ਸਿਫਤੀ ਦਾ ਘਰ, ਗੁਰੂ ਸਾਹਿਬ ਨੇ ਬਚਨ ਕੀਤੇ ਹੈ। ਇਸ ਤਰ੍ਹਾਂ ਦੇ ਹਮਲੇ ਕਰਨੇ, ਬੰਬ ਬਲਾਸਟ ਕਰਾਉਣੇ ਇੱਕ ਸਾਜ਼ਿਸ਼ ਦਾ ਹਿੱਸਾ। ਇਹ ਮੈਂ ਕਹਿੰਦਾ ਵੀ ਸਰਕਾਰਾਂ ਦੀ ਫੇਲਿਅਰ ਹੈ, ਭਾਵੇਂ ਪੰਜਾਬ ਸਰਕਾਰ ਹੈ, ਭਾਵੇਂ ਇੰਡੀਆ ਸੈਂਟਰ ਸਰਕਾਰ ਹੈ।
ਇਸ ਤੇ ਉਹਨਾਂ ਨੂੰ ਟ੍ਰੇਸ ਕਰਨਾ ਚਾਹੀਦਾ ਵੀ ਕਿਉਂ ਹੋਏ, ਕੀ ਇਹਨਾਂ ਦੇ ਮਗਰ ਸਾਜ਼ਿਸ਼ ਹੈ। ਬਹੁਤ ਵੱਡੀ ਸਾਜ਼ਿਸ਼ ਹੈ ਜਿਹੜੀ ਸਿੱਖ ਕੌਮ ਦੇ ਖਿਲਾਫ ਇੱਕ ਜਿਹੜੀ ਸਰਕਾਰਾਂ ਉਹ ਜ਼ਹਿਰ ਉਗਲ ਰਹੀਆਂ। ਸੋ ਜਿਹੜੇ ਬੰਬ ਬਲਾਸਟ ਹੋਏ ਆ ਅਸੀਂ ਉਹਨਾਂ ਦੀ ਘੋਰ ਨਿੰਦਿਆ ਕਰਦੇ ਹਾਂ। ਇਹ ਦੂਜੇ ਪਾਸੇ ਸਰਕਾਰ ਉਹਨਾਂ ਨੂੰ ਭਾਵੇਂ ਵੱਖ-ਵੱਖ ਟਾਈਮ ਤੋਂ ਬਾਅਦ ਉਹ ਬੰਬ ਧਮਾਕੇ ਹੋਏ ਆ, ਸਰਕਾਰ ਉਹਨਾਂ ਨੂੰ ਅਰੈਸਟ ਨਹੀਂ ਕਰ ਸਕੀ, ਟ੍ਰੇਸ ਨਹੀਂ ਕਰ ਸਕੀ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਨੇ ਉਹਨਾਂ ਨੂੰ ਫੜਿਆ ਜਿਨ੍ਹਾਂ ਨੇ ਕੰਮ ਕੀਤੇ ਹੈ। ਸੋ ਸਰਕਾਰ ਦੀ ਇੱਕ ਫੇਲਰ ਹੈ ਜਿਹੜੀ ਨਹੀਂ ਹੋਣੀ ਚਾਹੀਦੀ। ਇਹ ਬਹੁਤ ਨਸ਼ਈ ਨੌਜਵਾਨਾਂ ਨੂੰ ਕੀਤੇ ਗਏ ਤੇ ਕੀ ਤਾਰਾਂ ਕਿਤੇ ਹੋਰ ਜੁੜਦੀਆਂ ਹੋਣਗੀਆਂ? ਨਹੀਂ, ਤਾਰਾਂ ਹੋਰ ਪਾਸੇ ਸਰਕਾਰਾਂ ਦੋ ਪਹਿਲੂਆਂ ਤੇ ਕੰਮ ਕਰਦੀਆਂ। ਇੱਕ ਤਾਂ ਸਾਡਾ ਨੁਕਸਾਨ ਕਰਾਉਣਾ, ਦੂਜੇ ਪਾਸੇ ਸਿੱਖ ਕੌਮ ਨੂੰ ਇਹ ਬਦਨਾਮ ਕਰਨਾ। ਕਿਉਂਕਿ ਜਦੋਂ ਵੀ ਕੋਈ ਹੁੰਦਾ ਸਿੱਖਾਂ ਨੂੰ ਅੱਤਵਾਦੀ, ਵੱਖਵਾਦੀ, ਜਿਹੜਾ ਉਹ ਮੀਡੀਆ ਵੀ ਹੈ ਉਹ ਸਿੱਖਾਂ ਨੂੰ ਇਸ ਤਰ੍ਹਾਂ ਪ੍ਰਚਾਰਨ ਤੇ ਲੱਗਿਆ ਪਿਆ। ਸੋ ਇਹ ਇੱਕ ਸਾਜ਼ਿਸ਼ਾਂ ਬਹੁਤ ਵੱਡੀ ਜਿਹੜੀ ਰਚੀਆਂ ਜਾ ਰਹੀਆਂ ਸਰਕਾਰਾਂ ਵੱਲੋਂ ਸਿੱਖ ਕੌਮ ਨੂੰ ਬਦਨਾਮ ਕਰਨ ਵਾਸਤੇ ਤੇ ਸਿੱਖ ਕੌਮ ਦਾ ਨੁਕਸਾਨ ਕਰਨ ਵਾਸਤੇ। ਨਰਾਇਣ ਸਿੰਘ ਜੀ ਚੌੜਾ ਸਾਡੇ ਨਾਲ ਜੁੜ ਚੁੱਕੇ ਆ। ਪਹਿਲਾਂ ਫਤਿਹ ਸਾਂਝ ਕਰਦੇ ਆ ਭਾਈ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਹਫ਼ਤੇ ਦੇ ਵਿੱਚ 3 ਬੰਬ ਧਮਾਕੇ ਹੋਣੇ, ਬੇਸ਼ੱਕ ਉਹ ਬਹੁਤ ਛੋਟੇ ਪੱਧਰ ਦੇ ਸੀ। ਕੀ ਲੱਗਦਾ ਦਰਬਾਰ ਸਾਹਿਬ ਦੇ ਗਲਿਆਰਿਆਂ ਦੇ ਲਾਗੇ? ਦੇਖੋ ਜੀ, ਇਹ ਲੰਮੇ ਸਮੇਂ ਤੋਂ ਸਾਜ਼ਿਸ਼ ਘੜੀ ਜਾ ਰਹੀ ਸੀ। ਪਹਿਲਾਂ ਕਈ ਵਾਰ ਬਿਆਨ ਆਇਆ ਕਿ ਦਰਬਾਰ ਸਾਹਿਬ ਨੂੰ ਬਰੂਦ ਨਾਲ ਉਡਾ ਦਿੱਤਾ ਜਾਏਗਾ। ਉਸ ਲੜੀ ਦੇ ਵਿੱਚ ਜੋੜ ਕੇ ਇਹਨੂੰ ਵੇਖਣਾ ਚਾਹੀਦਾ। ਸ਼ਰਾਰਤੀ ਅਨਸਰ, ਪਰ ਇਹਨਾਂ ਦੇ ਪਿੱਛੇ ਦਿਮਾਗ ਕਿਹਦਾ ਵਾ ਉਹਨੂੰ ਪਹਿਚਾਨਣਾ ਚਾਹੀਦਾ। ਬੇਸ਼ੱਕ ਇਹ ਲੋਕ ਸਪੋਲੋ ਸੀ ਜਿਹੜੇ ਆ ਪਟਾਕੇ ਪਟੂਕੇ ਚਲਾਉਣ ਵਾਲਾ ਹੀ ਜਿਹੜਾ ਵਿੱਚ ਮਾਦਾ ਸੀ, ਪਰ ਦਰਬਾਰ ਸਾਹਿਬ ਦੇ ਆਲੇ ਦੁਆਲੇ ਕਰਨਾ ਇਹ ਸਿੱਖ ਕੌਮ ਨੂੰ ਚੁਣੌਤੀ ਆ। ਮੰਨਦੇ ਤੁਸੀਂ? ਬਿਲਕੁਲ ਵੱਡੀ ਸਾਜ਼ਿਸ਼ ਆ, ਨਿੱਕੀ ਸਾਜ਼ਿਸ਼ ਨਹੀਂ ਆ। ਜਿਹਦੇ ਵਿੱਚ ਵੱਡੀ ਸਾਜ਼ਿਸ਼ ਆ ਕਿ ਸਿੱਖਾਂ ਦੇ ਕੋਲੋਂ ਕਰਵਾਉਣਾ, ਸਿੱਖ ਚਿਹਰਿਆਂ ਕੋਲੋਂ ਕਰਵਾਉਣਾ, ਸਿੱਖਾਂ ਦੇ ਧਾਰਮਿਕ ਸਥਾਨ ਦੇ ਨੇੜੇ ਕਰਾਉਣਾ। ਤੇ ਇਹਦੇ ਪਿੱਛੇ ਇੱਕ ਇਹ ਵੀ ਸਾਜ਼ਿਸ਼ ਮੈਂ ਸਮਝ ਰਿਹਾ ਕਿ ਜਿਹੜੇ ਬੇਅਦਬੀ ਦੇ ਕੇਸ ਹੋਏ ਆ ਨਾ, ਭਈ ਇਹਨਾਂ ਨਾਲ ਜੋੜ ਕੇ ਵੀ ਇਹ ਸਿੱਖ ਕਰਦੇ ਆ ਤੇ ਇਹ ਵੀ ਉਹਨਾਂ ਨਾਲ ਜੋੜ ਕੇ ਤੇ ਇਹ ਸਾਰਾ ਕੰਮ ਸਿੱਖਾਂ ਦੇ ਗਲ ਪਾ। ਪਰ ਇਹ ਜਿਹੜੇ ਕਰਨ ਵਾਲੇ ਸਿੱਖ ਨਹੀਂ। ਇਹ ਤਾਰਾਂ ਕਿੱਥੇ ਜੁੜਦੀਆਂ ਹੋਣਗੀਆਂ? ਵੇਖੋ, ਇਹ ਤੇ ਚਾਹੀਦਾ ਤੇ ਇਹ ਕਿ ਜਦੋਂ ਸ਼੍ਰੋਮਣੀ ਕਮੇਟੀ ਨੇ ਫੜੇ ਸੀ ਤੇ ਪੂਰੀ ਪਹਿਲਾਂ ਤਹਿ ਤੱਕ ਉਹਨਾਂ ਦੀ ਤਫਤੀਸ਼ ਖੁਦ ਕਰਦੇ ਤੇ ਫਿਰ ਪੁਲਿਸ ਦੇ ਹਵਾਲੇ ਉਹਨਾਂ ਨੂੰ ਕਰਦੇ। ਸਿੱਖ ਜਥੇਬੰਦੀਆਂ ਨੂੰ ਸਾਦੇ, ਉਹਨਾਂ ਦੀ ਪੂਰੀ ਤਫਤੀਸ਼ ਕੀਤੀ ਜਾਂਦੀ, ਸੱਚਾਈ ਲੱਭੀ ਜਾਂਦੀ, ਜਿਹੜਾ ਪਿੱਛੇ ਸਾਜ਼ਿਸ਼ ਘਾੜਾ ਵਾ ਉਹਨੂੰ ਪਹਿਚਾਣਿਆ ਜਾਂਦਾ, ਫਿਰ ਅੱਗੇ ਪੁਲਿਸ ਦੇ ਹਵਾਲੇ। ਜਦੋਂ ਇੱਕਦਮ ਪੁਲਿਸ ਦੇ ਹਵਾਲੇ ਕਰਕੇ ਪੁਲਿਸ ਤੇ ਪਹਿਲਾਂ ਹੀ ਜਿਹੜਾ ਕਿਸੇ ਨੂੰ ਕਹਿ ਦਿੰਦੀ ਆ ਮੰਦਬੁੱਧੀ ਵਾਲਾ, ਕਿਸੇ ਨੂੰ ਕੁਝ ਕਹਿ ਦਿੰਦੀ ਹੈ, ਕਿਸੇ ਨੂੰ ਕੁਝ ਕਹਿ। ਹੁਣ ਇੱਕ ਉਹਦੇ ਨਾਲ ਕੁਝ ਮੈਂ ਅਖਬਾਰਾਂ 'ਚ ਪੜ੍ਹਿਆ, ਭਾਈ ਉਹਨਾਂ ਨੇ ਕਿਹਾ ਵਾ ਕਿ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਦੇ ਰੋਸ ਵਜੋਂ ਅਸੀਂ ਕੀਤਾ। ਉਹਦੀ ਗ੍ਰਿਫਤਾਰੀ ਦੇ ਰੋਸ ਵਜੋਂ ਅਸੀਂ ਦਰਬਾਰ ਸਾਹਿਬ ਕਰਨੇ ਸੀ। ਇੱਕ ਬਹੁਤ ਵੱਡੀ ਸਾਜ਼ਿਸ਼ ਆ। ਤੇ ਇਹੋ ਜਿਹੇ ਲੋਕਾਂ ਨੂੰ ਜਿਹੜੇ ਨਸ਼ੇ ਕਰਨ ਵਾਲੇ, ਚਾਹੇ ਚੋਰੀਆਂ ਚਾਰੀਆਂ ਕਰਨ ਵਾਲੇ, ਉਹਨਾਂ ਨੂੰ ਇਹਦੇ ਵਿੱਚ ਵਰਤਿਆ ਗਿਆ। ਬਾਬਾ ਬਖਸ਼ੀਸ਼ ਸਿੰਘ ਸਾਡੇ ਨਾਲ ਜੁੜ ਚੁੱਕੇ ਆ। ਪਹਿਲਾਂ ਗੁਰਫਤਿਹ ਸਾਂਝ ਕਰਦੇ ਆ ਭਾਈ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। 3 ਧਮਾਕੇ ਹੋਣੇ ਦਰਬਾਰ ਸਾਹਿਬ ਦੇ ਬਿਲਕੁਲ ਲਾਗੇ, ਇੱਕ ਸਰਾਂ ਦੇ ਲਾਗੇ ਤੇ ਇੱਕ ਪਾਰਕਿੰਗ ਲਾਗੇ, ਇੱਕ ਸਾਰਾਗੜੀ ਸਰਾਂ ਦੇ ਲਾਗੇ। ਕਿਵੇਂ ਵੇਖਦੇ ਆ ਤੁਸੀਂ ਇਹਨਾਂ ਧਮਾਕੇ? ਦੇਖੋ, ਇਹ ਬਹੁਤ ਮਤਲਬ ਕਿ ਅਤ ਘਟੀਆ ਕਾਰਵਾਈ ਆ ਕਿ ਜਿੱਦਾਂ ਹੁਣ ਮੈਨੂੰ ਇਹ ਨਹੀਂ ਸਮਝ ਲੱਗੀ ਕਿ ਸਿੱਖ ਇਹਨੂੰ ਨਾਰਮਲੀ ਕਿਵੇਂ ਲੈ ਰਹੇ ਨੇ। ਤੁਸੀਂ ਇਹ ਵੇਖੋ ਕਿ ਉੱਦਾਂ ਦੀ ਕੋਈ ਗੱਲ ਉੱਠੀ ਨਹੀਂ ਹੈਗੀ। ਦਰਬਾਰ ਸਾਹਿਬ ਨੂੰ ਜਾਂਦੇ ਰਾਹ ਦੇ ਉੱਤੇ ਜੇ ਕੰਡਾ ਵੀ ਕੋਈ ਸੁੱਟ ਦੇ ਨਾ ਤੇ ਉਹ ਵੀ ਨਰਕਾਂ ਦਾ ਭਾਗੀ ਆ, ਉਹਨੂੰ ਵੀ ਘੱਟੋ ਘੱਟ ਮੌਤ ਦੀ ਸਜ਼ਾ ਹੋਣੀ ਚਾਹੀਦੀ, ਘੱਟੋ ਘੱਟ। ਇਹ ਉਹ ਰਾਹ ਆ ਸੱਚਖੰਡ ਸ੍ਰੀ ਦਰਬਾਰ ਸਾਹਿਬ, ਜਿੱਥੇ ਤਖਤ ਦੀ ਉਸਾਰੀ ਗੁਰੂ ਸਾਹਿਬਾਨ ਨੇ ਖੁਦ ਕਰਵਾਈ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਘਰ ਆ ਇਹ। ਤੇ ਇਸ ਦੇ ਰਾਹ ਦੇ ਵਿੱਚ ਲਗਾਤਾਰ 3 ਬੰਬ ਬਲਾਸਟ ਹੋਣੇ। ਔਰ ਤੁਸੀਂ ਅੱਜ ਸੱਚੀ ਮੈਂ ਕਹਿਣਾ ਕਿ ਅੱਜ ਸੰਗਤ ਦੀ ਆਮਦ ਘੱਟ ਆ, ਕੱਲ ਤੇ ਅੱਜ 'ਚ ਆਮਦ ਘਟੀ ਆ, ਬਹੁਤ ਘਟੀ ਆ। ਖੌਫ, ਡਰ ਇਹੀ ਤਾਂ ਉਹ ਚਾਹੁੰਦੇ ਨੇ, ਇਹੀ ਤਾਂ ਉਹਨਾਂ ਨੇ ਪੈਦਾ ਕਰਨਾ ਹੈ ਕਿ ਕਰ ਦਿੱਤਾ ਜਾਵੇ। ਅਕਾਲ ਤਖਤ ਸਾਹਿਬ ਦਾ ਜਿਹੜਾ ਸਿਧਾਂਤ ਹੈ, ਜਿੱਦਾਂ ਪਿਛਲੇ ਸਮੇਂ ਤੋਂ ਕੁਝ ਜਥੇਬੰਦੀਆਂ ਲੈ ਕੇ ਚੱਲ ਰਹੀਆਂ ਨੇ ਕਿ ਅਕਾਲ ਤਖਤ ਸਾਹਿਬ ਦੇ ਸਿਧਾਂਤ ਨੂੰ ਹੂ ਬਹੂ ਲਾਗੂ ਕੀਤਾ ਜਾਵੇ। ਸੋ ਕਿਤੇ ਨਾ ਕਿਤੇ ਉਹਨਾਂ ਸਾਰੀਆਂ ਜਿਹੜੇ ਬੰਦੇ ਤੁਰ ਰਹੇ ਨੇ ਉਹਨਾਂ ਨੂੰ ਰੋਕਣ ਦੀ ਗੱਲ ਆ ਤੇ ਇੱਕ ਡਰ ਪੈਦਾ ਕਰਨ ਦੀ ਜਿਹੜੀ ਨੀਤੀ ਆ
ਪਰ ਇਹਦੇ ਵਿੱਚ ਉਹ ਕਾਮਯਾਬ ਨਹੀਂ ਹੋਣਗੇ। ਤੁਸੀਂ ਇਹ ਵੇਖ ਲਿਓ ਕਿ ਇਹਦੀ ਇਨਕੁਆਇਰੀ ਜਿਹੜੀ ਆ ਉਹ ਸਹੀ ਨਹੀਂ ਹੋਣੀ। ਇੱਕ ਐਸਜੀਪੀਸੀ ਦੇ ਉਪਰਾਲੇ ਸਦਕਾ ਉਹ 5 ਫੜੇ ਜਾਂਦੇ ਆ ਨੌਜਵਾਨ ਜਿਹੜੇ ਵੀ ਹੈਗੇ ਸੀ। ਪੁਲਿਸ ਪ੍ਰਸ਼ਾਸਨ 2 ਬੰਬ ਧਮਾਕਿਆਂ ਤੇ ਕੋਈ ਕਾਰਵਾਈ ਨਹੀਂ ਕਰ ਸਕਿਆ। ਤੀਜੀ ਵਾਰੀ ਵੀ ਉਹ ਐਸਜੀਪੀਸੀ ਨੇ ਫੜਾਏ ਬੰਦੇ। ਵੇਖੋ, ਮੈਂ ਇੱਕ ਤੁਹਾਨੂੰ ਗੱਲ ਦੱਸਦਾ ਕਿ ਦਰਬਾਰ ਸਾਹਿਬ ਵਿੱਚ ਆਉਣ ਵਾਲੇ ਸਾਰੇ ਲੋਕਾਂ ਦੀ ਇੱਕ ਤਾਂ ਚੈਕਿੰਗ ਨਹੀਂ ਹੁੰਦੀ ਹੈਗੀ। ਇਹ ਗੱਲ ਹੈ ਨਾ। ਜੇ ਪੁਲਿਸ ਕੱਢ ਕੇ ਚੈਕਿੰਗ ਕਰਨ ਲੱਗ ਜੇ, ਮੈਂ ਪੱਖ ਨਹੀਂ ਪੁਲਿਸ ਦਾ ਲੈ ਰਿਹਾ, ਮੈਂ ਤੁਹਾਨੂੰ ਘਟਨਾਵਾਂ ਦੱਸ ਰਿਹਾ ਵੀ ਇਦਾਂ ਹੋ ਸਕਦਾ ਆ। ਫਿਰ ਆਪਾਂ ਇਹ ਕਹਿਣਾ ਵੀ ਹਰ ਯਾਤਰੀ ਦੀ ਤਲਾਸ਼ੀ ਹੁੰਦੀ ਆ। ਮਸਲਾ ਇਹ ਹੈ ਵੀ ਜੇ ਕੋਈ ਗੈਰ ਬੰਦਾ ਕਿਸੇ ਦੂਜੀ ਨਸਲ ਦਾ ਆ ਕੇ ਇੱਥੇ ਇਦਾਂ ਦਾ ਕੁਝ ਕਰੇ ਤਾਂ ਕਿਸੇ ਦੀ ਵੱਖਰੀ ਪਛਾਣ ਹੋ ਸਕਦੀ ਹੈ। ਸਾਡੇ ਘਰਾਂ 'ਚੋਂ ਬੰਦੇ ਪੈਦਾ ਕਰਕੇ ਸਾਡੇ ਘਰਾਂ 'ਚੋਂ ਬੰਦੇ ਪੱਟ ਕੇ, ਤੇ ਇਹ ਗੱਲ ਸਭ ਤੋਂ ਵੱਡੀ ਗੁਨਾਹ ਵਾਲੀ ਗੱਲ ਹੈ ਕਿ ਉਹ ਸਿੱਖਾਂ ਦੇ ਘਰ 'ਚ ਪੈਦਾ ਹੋ ਕੇ ਤੇ ਦਰਬਾਰ ਸਾਹਿਬ ਨੂੰ ਉਹਦੇ ਰਸਤੇ ਦੇ ਉੱਤੇ ਬੰਬ ਬਲਾਸਟ ਕਰ ਰਹੇ ਨੇ। ਔਰ ਮੈਂ ਇਹ ਕਹਿੰਦਾ ਕਿ ਸਿੱਖ ਪੰਥ ਨੂੰ ਜਲਦੀ ਸਿਰ ਜੋੜ ਕੇ ਬਹਿ ਕੇ ਇਹਦੇ ਉੱਤੇ ਕੋਈ ਸਖਤ ਡਿਸੀਜਨ ਲੈਣਾ ਚਾਹੀਦਾ ਹੈ ਕਿ ਜਿਹੜਾ ਵੀ ਸਿੱਖਾਂ ਦੇ ਘਰ ਹੁਣ ਪੈਦਾ ਹੋਇਆ ਹੈ, ਜਿਹੜੀਆਂ ਬੇਅਦਬੀਆਂ ਹੋ ਰਹੀਆਂ ਨੇ ਲਗਾਤਾਰ, ਉਹ ਵੀ ਬੰਦੇ ਜ਼ਿਆਦਾਤਰ ਸਿੱਖਾਂ ਦੇ ਘਰਾਂ 'ਚ ਪੈਦਾ ਹੋਏ ਨੇ। ਇਹਦੇ ਵਿੱਚ ਅਤ ਨਿੰਦਣਯੋਗ ਹੋਈ ਘਟਨਾ ਜਿਹੜੀ ਕੁਝ ਦਿਨ ਕੋਤਵਾਲੀ ਸਾਹਿਬ ਜਿਹੜੀ ਹੋਈ ਆ। ਹੁਣ ਸਾਡੇ ਘਰਾਂ 'ਚੋਂ ਬੰਦੇ ਉੱਠ ਕੇ ਇਹ ਗੱਲ ਦਾ ਜਿਹੜੇ ਗ੍ਰੰਥੀ ਸਿੰਘ ਨੇ, ਰਾਗੀ ਸਿੰਘ ਨੇ, ਢਾਡੀ ਨੇ, ਉਹਨਾਂ ਨੂੰ ਬਹੁਤ ਇਹਦੇ ਉੱਤੇ ਜ਼ੋਰ ਦੇਣਾ ਚਾਹੀਦਾ ਕਿ ਕੀ ਸਿੱਖ ਇਸ ਪਾਪਾਂ ਦਾ ਭਾਗੀਦਾਰ ਹੋ ਸਕਦਾ ਹੈ ਕਿ ਉਹਨਾਂ ਦੀ ਪਰਵਰਿਸ਼ 'ਚ ਕਮੀ ਆ, ਜਾਂ ਅਸੀਂ ਸਾਡੀ ਗੈਰਤ ਮਰ ਗਈ ਆ ਕਿ ਅਸੀਂ ਥੋੜ੍ਹੇ ਥੋੜ੍ਹੇ ਪੈਸਿਆਂ ਪਿੱਛੇ, ਥੋੜ੍ਹੇ ਥੋੜ੍ਹੇ ਨਸ਼ੇ ਪਿੱਛੇ। ਹੁਣ ਨਸ਼ੇੜੀ ਬੰਦੇ ਸੀ ਜਿੱਥੋਂ ਤੱਕ ਮੈਂ ਘੋਖ ਕੀਤੀ ਆ, ਅਤੇ ਇਹ ਜਿਹੇ ਬੰਦਿਆਂ ਨੂੰ ਨਸ਼ਾ ਦੇ ਕੇ ਜਾਂ ਨਸ਼ੇ ਲਈ ਪੈਸੇ ਦੇ ਕੇ ਕੁਝ ਵੀ ਤੁਸੀਂ ਕਰਾ ਸਕਦੇ ਹੋ। ਚਾਹੇ ਤੁਸੀਂ ਕਿਸੇ ਮੰਦਿਰ 'ਚ ਕਰਾ ਲਓ, ਮਸਜਿਦ 'ਚ ਕਰਾ ਲਓ, ਕਿਸੇ ਵੀ ਬੱਸ 'ਚ ਕਰਾ ਲਓ। ਇਹਨਾਂ ਦਾ ਕੋਈ ਦੀਨ ਧਰਮ ਥੋੜ੍ਹਾ ਆ। ਤੁਸੀਂ ਮੰਨਦੇ ਹੋ ਕਿ ਇਹ ਕੋਈ ਸਾਜ਼ਿਸ਼ ਦਾ ਨਤੀਜਾ ਵਾ ਕਿ ਜਾਂ ਨਸ਼ੇ ਦੇ ਦੌਰਾਨ ਇਹਨਾਂ ਨੂੰ ਕੀਤੀ ਹੋਈ ਕਾਰਵਾਈ? ਦੇਖੋ, ਮੈਂ ਇਹਨੂੰ ਡਰਿਲ ਵੀ ਕਹਿ ਸਕਦਾ ਇੱਕ। ਇਹਦੇ ਪਿੱਛੇ ਵੱਡੀ ਗੱਲ ਵੀ ਹੋ ਸਕਦੀ ਹੈ, ਇਨਕਾਰ ਨਹੀਂ ਕੀਤਾ ਜਾਂਦਾ ਕਿਸੇ ਗੱਲ ਤੋਂ। ਹਾਂ, ਸਾਜ਼ਿਸ਼ ਹੋ ਸਕਦੀ, ਕਿਉਂਕਿ ਕਈ ਵਾਰੀ ਇੱਦਾਂ ਹੁੰਦਾ ਕਿ ਤੁਸੀਂ ਇੱਕ ਮਤਲਬ ਕਿ ਰਿਹਰਸਲ ਕਰਕੇ ਵੇਖੋ ਕਿ ਇਹਦੇ ਉੱਤੇ ਕਿੰਨਾ ਕੁ ਰਿਐਕਸ਼ਨ ਆਉਂਦਾ ਆ। ਔਰ ਸਿੱਖਾਂ ਦਾ ਉਸ ਤਰ੍ਹਾਂ ਦਾ ਰਿਐਕਸ਼ਨ ਨਹੀਂ ਆਇਆ ਹੈਗਾ। ਇਹ ਮੈਨੂੰ ਦੁੱਖ ਆ ਬਹੁਤ ਗੱਲ ਦਾ। ਜੇ ਮੈਂ ਦਰਬਾਰ ਸਾਹਿਬ ਦੇ ਤਖਤ ਸਾਹਿਬ ਦੇ ਕੋਲ ਬਹਿ ਕੇ ਗੱਲ ਕਰ ਰਿਹਾ ਕਿ ਜਿੰਨਾ ਰਿਐਕਸ਼ਨ ਆਉਣਾ ਚਾਹੀਦਾ ਸੀ ਸਿੱਖ ਪੰਥ ਦਾ, ਉਹ ਆਇਆ ਨਹੀਂ। ਖਬਰਾਂ ਤੇ ਕੀ ਰਹਿ ਗਿਆ, ਜਦੋਂ ਕਿ ਇਹ ਬਹੁਤ ਵੱਡੀ ਕਾਰਵਾਈ ਆ। ਇਸ ਨੂੰ ਛੋਟੇ ਤਰੀਕੇ ਨਾਲ ਨਹੀਂ ਲੈਣਾ ਚਾਹੀਦਾ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਰਾਹ ਦੇ ਉੱਤੇ ਲੋਕੀ ਤਾਂ ਰਾਹ ਆਪਣੇ ਚੁੰਨੀਆਂ ਨਾਲ, ਆਪਣੀਆਂ ਪੱਗਾਂ ਨਾਲ ਤੱਕ ਨਾਲ ਸਾਫ਼ ਕਰਦੇ ਨੇ। ਤਾਂ ਆ ਰਹੀ ਆ ਤੇ ਉਸ ਜਗ੍ਹਾ ਤੇ ਆਪਾਂ ਇਸ ਟਾਈਮ ਤੇ ਬੈਠੇ ਹਾਂ ਜਿੱਥੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਦੀ ਯਾਦਗਾਰ ਵੀ ਬਣੀ ਹੋਈ ਆ। ਉਹਦੀਆਂ ਤਸਵੀਰਾਂ ਵੀ ਪਿੱਛੇ ਸੰਗਤ ਵੇਖ ਰਹੀ ਆ। ਕਿਤੇ ਲੱਗਦਾ ਤੇ ਨਹੀਂ ਕਿਤੇ ਸੰਗਤਾਂ ਦੀ ਆਮਦ ਘੱਟ? 100% 6 ਜੂਨ ਵਾਲੇ ਦਿਨ ਦਾ ਘੱਟ ਕਰਨ ਲਈ ਵੀ ਇਹਨੂੰ ਮਤਲਬ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਤੇ ਇਹ ਗੱਲ ਤੁਸੀਂ ਮੰਨੋ ਕਿ ਮੈਂ ਇਹਦੀ ਤਸਦੀਕ ਕਰਦਾ ਕਿ ਮੈਂ ਪੁੱਛ ਕੇ ਆਇਆ ਢਾਬਿਆਂ ਵਾਲਿਆਂ ਨੂੰ, ਹੋਟਲਾਂ ਵਾਲਿਆਂ ਨੂੰ, ਆਟੋ ਰਿਕਸ਼ਿਆਂ ਵਾਲਿਆਂ ਨੂੰ, ਸਾਰਿਆਂ ਨੂੰ, ਕਿ ਅਨਅਫੀਸ਼ਲੀ ਮੈਂ ਉਹਨਾਂ ਨਾਲ ਗੱਲ ਕੀਤੀ ਹੈ ਤਾਂ ਉਹ ਕਹਿੰਦੇ ਵੀ 20 ਤੋਂ 25% ਸਿੱਧੀ ਸੰਗਤ ਘਟੀ ਆ। ਹਾਂਜੀ ਹਾਂ, ਤਾਂ ਇਹਦਾ ਕਾਰਨ ਇਹ ਆ। ਮੈਂ ਲੋਕਾਂ ਨੂੰ ਅਪੀਲ ਕਰਾਂਗਾ ਵੀ ਖੌਫ ਜ਼ਿਆਦਾ ਨਹੀਂ ਹੋਣਾ ਚਾਹੀਦਾ। ਇਹ ਸਾਡਾ ਦਰਬਾਰ ਸਾਹਿਬ ਆ, ਸੱਚਖੰਡ ਆ। ਇੱਥੇ ਤਾਂ ਸਿੰਘ ਆਪਣਾ ਸੀਸ ਦੇ ਕੇ ਵੀ ਜੋਤ ਜਗਦੀ ਰੱਖ ਕੇ ਗਏ ਨੇ, ਤੇ ਇਹੋ ਜਿਹੀਆਂ ਗੱਲਾਂ ਤੋਂ ਡਰਨਾ ਨਹੀਂ ਚਾਹੀਦਾ। ਮੌਤ ਅਟਲ ਸੱਚਾਈ ਆ। ਜੇ ਤੁਹਾਡੀ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ 'ਚ ਜਾਂ ਉਹਦੇ ਰਾਹ 'ਚ ਤੁਹਾਨੂੰ ਇੱਦਾਂ ਦਾ ਕੁਝ ਹੁੰਦਾ ਆ ਤਾਂ ਤੁਸੀਂ ਸਾਰੀ ਉਮਰ ਤਾਂ ਇਹ ਅਰਦਾਸ ਕਰਦੇ ਰਹਿੰਦੇ ਹੋ ਵੀ ਮੈਨੂੰ ਸੱਚਖੰਡ 'ਚ ਨਿਵਾਸ ਬਈ। ਇਦੋਂ ਵੱਡਾ ਸੱਚਖੰਡ ਫਿਰ ਕਿੱਥੇ ਮਿਲੂਗਾ ਜੇ ਇੱਥੇ ਸਾਨੂੰ ਕੁਝ ਹੁੰਦਾ ਤਾਂ। ਲੋਕੀ ਤਾਂ ਚੱਲ ਕੇ ਆ ਕੇ ਦਰਬਾਰ ਸਾਹਿਬ ਸ਼ਹੀਦ ਹੋਏ, ਤਖਤ ਸਾਹਿਬ 'ਤੇ, ਇਸ ਤਖਤ ਸਾਹਿਬ ਦੇ ਉੱਤੇ ਸ਼ਹੀਦ ਹੋਏ ਇੱਥੇ। ਤੇ ਜੇ ਇਦਾਂ ਦੀ ਕੋਈ ਗੱਲ ਹੁੰਦੀ ਆ ਤਾਂ ਇਹ ਤਾਂ ਵਡਭਾਗੀ ਗੱਲ ਹੋਊ ਸਿੱਖ ਵਾਸਤੇ। ਡਰਨਾ ਨਹੀਂ ਚਾਹੀਦਾ, ਇਸ ਤੋਂ ਗਿਣਤੀ ਵਧਾਉਣੀ ਚਾਹੀਦੀ ਹੈ, ਵੱਧ ਤੋਂ ਵੱਧ ਆਉਣਾ ਚਾਹੀਦਾ। ਔਰ ਜਿੱਥੇ ਵੀ ਸਿੰਘ ਸ਼ਹੀਦਾਂ ਦੀ ਜਾਂ 6 ਜੂਨ ਵਾਲਾ ਦਿਨ ਆ, 6 ਜੂਨ ਵਾਲੇ ਦਿਨ ਨੂੰ ਇੰਨੀ ਜ਼ੋਰਦਾਰ ਤਰੀਕੇ ਨਾਲ ਮਨਾਉਣਾ ਚਾਹੀਦਾ। ਮੈਂ ਤੁਹਾਡੇ ਚੈਨਲ ਰਾਹੀਂ ਲੋਕਾਂ ਨੂੰ ਬੇਨਤੀ ਕਰਦਾ ਕਿ ਅੱਗੇ ਨਾਲੋਂ ਵੀ ਦੁੱਗਣੀ ਤਿੱਗਣੀ ਸੰਗਤ ਇੱਥੇ ਆਵੇ। ਦੁਸ਼ਮਣ ਨੂੰ ਇਹ ਪਤਾ ਲੱਗ ਜੇ ਕਿ ਅਸੀਂ ਦਰਬਾਰ ਸਾਹਿਬ ਦੇ ਰਾਹ ਤੁਸੀਂ ਜੋ ਮਰਜ਼ੀ ਕਰ ਲਓ, ਇੱਥੇ ਰੁਕਣ ਵਾਲੇ ਨਹੀਂ ਹੈਗੇ ਲੋਕ। ਪਰਮਜੀਤ ਸਿੰਘ ਮੰਡ ਦਲ ਖਾਲਸਾ ਸਾਡੇ ਨਾਲ ਜੁੜ ਚੁੱਕੇ ਆ। ਪਹਿਲਾਂ ਫਤਿਹ ਸਾਂਝ ਕਰਦੇ ਹਾਂ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। 3 ਘਟਨਾਵਾਂ ਹੋਈਆਂ ਦਰਬਾਰ ਸਾਹਿਬ ਦੇ ਲਾਗੇ ਬੰਬ ਬਲਾਸਟ ਦੀਆਂ। ਯੂਥ ਉਸ ਨੂੰ ਕਿਵੇਂ ਸੋਚਦਾ, ਦਲ ਖਾਲਸਾ ਨੂੰ ਕਿਵੇਂ ਸੋਚਦੀ ਆ, ਸੰਗਤ 'ਚ ਤੁਸੀਂ ਵਿਚਰੇ ਹੋ, ਕਿਵੇਂ ਦਾ ਲੱਗਾ? ਕੋਈ ਸੰਗਤ ਦਾ ਰੁਝਾਨ ਘਟਿਆ? ਕੀ ਗੱਲ ਹੈ? ਨਹੀਂ, ਰੁਝਾਨ ਤੇ ਕਦੀ ਵੀ ਨਹੀਂ ਘਟਦਾ ਹੁੰਦਾ। ਜਿਹੜਾ ਸ਼ਬਦ ਅਸੀਂ ਵਰਤਣਾ ਸੰਗਤ, ਮੈਂ ਸਮਝਦਾ ਸੰਗਤ ਦਾ ਰੁਝਾਨ ਕਦੀ ਨਹੀਂ ਘਟਦਾ ਹੁੰਦਾ। ਇਹੋ ਜਿਹੀਆਂ ਘਟਨਾਵਾਂ ਤੋਂ ਬਾਅਦ ਟੂਰਿਸਟ ਦਾ ਰੁਝਾਨ ਘਟ ਸਕਦਾ ਹੁੰਦਾ। ਜਿਹੜੀ ਸੰਗਤ ਹੁੰਦੀ ਹੈ ਉਹ ਐਵੇਂ ਰਹਿੰਦੀ ਹੈ। ਸੰਗਤ ਇੰਨੀ ਕੁ ਹੁੰਦੀ ਹਰ ਵਾਰ। ਸੋ ਸੰਗਤ ਨਹੀਂ ਕਦੀ ਘਟਦੀ ਹੁੰਦੀ। ਜਿਹਨੇ ਸੰਗਤੀ ਰੂਪ 'ਚ ਉਹਨਾਂ ਉਹਨੇ ਆਈ ਜਾਣਾ। ਹਾਂ, ਪੁੱਛਿਆ ਕਿ ਕੁਝ ਜਿਹੜਾ ਮੀਡੀਆ ਸਾਡਾ, ਖਾਸ ਕਰਕੇ ਜੇ ਆਪਾਂ ਗੱਲ ਕਰੀਏ ਨੈਸ਼ਨਲ ਮੀਡੀਆ ਦੀ, ਉਹ ਬੜਾ ਇਸ ਚੀਜ਼ ਨੂੰ ਜੋੜ ਕੇ ਵੇਖ ਰਿਹਾ। ਜਦੋਂ ਨੈਸ਼ਨਲ ਮੀਡੀਆ ਦੇ ਖਬਰਾਂ ਇਹੋ ਜਿਹੀਆਂ ਨਿਕਲਦੀਆਂ, ਕਿਉਂਕਿ ਬਰਤਾਂਤ ਕੁਝ ਦਿਨ ਪਹਿਲਾਂ ਜੋ ਹੋਇਆ ਪੰਜਾਬ ਦੇ ਵਿੱਚ, ਭਾਵੇਂ ਉਹ ਅੰਮ੍ਰਿਤਪਾਲ ਆਪਰੇਸ਼ਨ ਸੀ, ਨੌਜਵਾਨੀ ਨੂੰ ਉਹਦੇ ਵਿੱਚ ਰੱਜ ਕੇ ਕੋਸਿਆ ਗਿਆ।
ਇਹਦਾ ਸੀ ਕਿ ਕਿਤੇ ਨਾ ਕਿਤੇ ਉਹ ਚਾਲਣਾ ਤੇ ਇਹ ਚੱਲ ਰਿਹਾ ਸੀ ਕਿ ਫਰਕ ਪਿਆ ਇੱਥੇ ਨਹੀਂ ਕੋਈ ਨਹੀਂ ਪੈਂਦਾ ਹੁੰਦਾ। ਮੈਂ ਉਹ ਤਾਂ ਦੱਸਤਾ ਜਿਵੇਂ ਪਹਿਲਾਂ ਮੇਰੀ ਨਜ਼ਰ ਦੇ ਅੱਜ ਸੰਗਤ ਦਾ ਫਰਕ ਨਹੀਂ ਪਿਆ। ਘੁੰਮਣ ਫਿਰਨ ਵਾਲਿਆਂ ਦਾ ਪਿਆ, ਉਹ ਲੱਖ ਵਾਰੀ ਪਵੇ, ਉਹ ਵਾਧਾ ਘਾਟਾ ਰਵੇ, ਉਹਦੇ ਨਾਲ ਗੁਰੂ ਘਰਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੁੰਦਾ। ਹਾਂ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ ਇਹਦੇ ਬਾਰੇ ਸਾਨੂੰ ਜ਼ਰੂਰ ਸਾਰਿਆਂ ਨੂੰ ਸੋਚਣਾ ਚਾਹੀਦਾ ਹੈ। ਘਟਨਾਵਾਂ ਐਵੇਂ ਨਹੀਂ ਵਾਪਰ ਜਾਂਦੀਆਂ। ਖਾਸ ਤੌਰ ਦੇ ਉੱਤੇ ਜਿਸ ਤਰੀਕੇ ਦੇ ਨਾਲ ਪੁਲਿਸ ਪ੍ਰਸ਼ਾਸਨ ਦਾ ਵੀ ਇਹਦੇ ਵਿੱਚ ਰੋਲ ਵੇਖਣ ਨੂੰ ਮਿਲ ਰਿਹਾ ਹੈ, ਸ਼੍ਰੋਮਣੀ ਕਮੇਟੀ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਜਿਹੜੀ ਚੀਜ਼ ਸਾਹਮਣੇ ਆਉਂਦੀ ਆ, ਉਹ ਵੀ ਆਪਣੇ ਆਪ ਦੇ ਵਿੱਚ ਸਵਾਲੀਆ ਚਿੰਨ੍ਹਾਂ ਦੇ ਵਿੱਚ ਖੜ ਜਾਂਦੇ ਨੇ ਵੀ ਹਰ ਬੰਦਾ ਇਹ ਕਹਿੰਦਾ ਹੈ ਜੀ ਕਿ ਇਹ ਸਾਜ਼ਿਸ਼ ਆ। ਹਰ ਬੰਦਾ, ਚਾਹੇ ਪੁਲਿਸ ਨੂੰ ਪੁੱਛ ਲਓ, ਸ਼੍ਰੋਮਣੀ ਕਮੇਟੀ ਨੂੰ ਪੁੱਛ ਲਓ, ਜਾਂ ਸਾਡੇ ਵਰਗ ਨੂੰ ਪੁੱਛ ਲਓ, ਜਾਂ ਆਮ ਕਿਸੇ ਸਿੱਖ ਨੂੰ ਪੁੱਛ ਲਓ, ਹਰ ਕੋਈ ਕਹੇ ਸਾਜ਼ਿਸ਼ ਹੈ ਸਾਜ਼ਿਸ਼ ਹੈ। ਪਰ ਇੱਕ ਚੀਜ਼ ਤੇ ਆ ਕਿ ਸਾਰੇ ਇਹਨਾਂ ਦੇ ਵਿੱਚ ਮੇਨ ਸਟ੍ਰੀਮ ਪੋਲੀਟਿਕਸ ਵਾਲੇ ਅੜ ਜਾਂਦੇ ਨੇ, ਉਹ ਇਹ ਦੱਸਦੇ ਨਹੀਂ ਵੀ ਸਾਜ਼ਿਸ਼ ਕਿਹਦੀ, ਕੌਣ ਹੈ ਸਾਜ਼ਿਸ਼ ਕਰਦਾ। ਮੋਰਿੰਡੇ ਦੀ ਘਟਨਾ ਹੋਈ, ਗੁਰੂ ਸਾਹਿਬ ਦੀ ਬੇਅਦਬੀ ਹੋਈ, ਕੋਤਵਾਲੀ ਸਾਹਿਬ, ਸਾਜ਼ਿਸ਼ ਦਾ ਨਹੀਂ ਅਜੇ ਤੱਕ ਪਤਾ ਲੱਗਾ ਹੈ ਨਾ। ਇੱਥੇ ਦਰਬਾਰ ਸਾਹਿਬ ਵੀ ਜਿਹੜੀ ਘਟਨਾ ਹੋਈ ਸੀ, ਗੁਰੂ ਸਾਹਿਬ ਦੀ ਬੇਅਦਬੀ ਹੋਈ, ਜਿਹਦਾ ਦਰਬਾਰ ਸਾਹਿਬ 'ਚੋਂ ਚੱਲ ਗਿਆ ਸੀ ਨੌਜਵਾਨ, ਬੇਸ਼ੱਕ ਉਹਦਾ ਸੋਧਾ ਲਾਤਾ, ਜਿਹਦਾ ਸਾਜ਼ਿਸ਼ ਦਾ ਨਹੀਂ ਪਤਾ ਲੱਗਾ। ਤਖਤ ਸ੍ਰੀ ਕੇਸਗੜ੍ਹ ਸਾਹਿਬ ਘਟਨਾ ਹੋਈ, ਉਹ ਅਜੇ ਸ਼ਾਇਦ ਜੇਲ੍ਹ 'ਚ ਆ ਕੇ ਜੇਲ੍ਹ ਤੋਂ ਬਾਹਰ ਉਹਦਾ ਪਤਾ ਨਹੀਂ ਹੈਗਾ ਵੈਸੇ, ਪਰ ਸਾਜ਼ਿਸ਼ ਉਹਦਾ ਨਹੀਂ ਪਤਾ ਲੱਗਾ। ਇਹ ਕੁਝ ਘਟਨਾਵਾਂ ਵਾ ਜਿਹੜੀਆਂ ਮੇਨ ਘਟਨਾਵਾਂ ਦਾ ਜ਼ਿਕਰ ਕਰ ਰਹੇ ਹਾਂ, ਸਾਜ਼ਿਸ਼ ਦਾ ਪਤਾ ਨਹੀਂ ਲੱਗਦਾ, ਸਿੱਟਾਂ ਵੀ ਬੈਠ ਜਾਂਦੀ। ਮੈਂ ਉਹ ਕਹਿ ਰਿਹਾ ਵੀ ਸਾਰੇ ਕਹਿੰਦੇ ਨੇ ਸਾਜ਼ਿਸ਼ ਆ, ਪਰ ਕੋਈ ਖੁੱਲ੍ਹ ਕੇ ਕਹਿੰਦਾ ਕੋਈ ਨਹੀਂ ਸਾਜ਼ਿਸ਼ ਕਰਦਾ ਕੌਣ ਹੈ। ਸਾਨੂੰ ਜਦੋਂ ਤੱਕ ਨੌਜਵਾਨਾਂ ਦੀ ਜਿਹੜੀ ਤੁਸੀਂ ਗੱਲ ਕੀਤੀ, ਮੈਂ ਇਹ ਸਾਫ਼ ਸਮਝਦਾ ਹਾਂ ਇਹੋ ਜਿਹੀਆਂ ਸਾਜ਼ਿਸ਼ ਹਮੇਸ਼ਾ ਇੰਡੀਅਨ ਸਟੇਟ ਦੇ ਕਰਿੰਦਿਆਂ ਵੱਲੋਂ ਕੀਤੀ ਜਾਂਦੀ। ਐਵੇਂ ਅਸੀਂ ਕਈ ਵਾਰੀ ਫੜ ਕੇ ਬਹਿ ਜਾਂਦੇ ਹਾਂ ਜੀ, ਅਕਾਲੀ ਦਲ ਨੇ ਕਰਤੀ, ਕਾਂਗਰਸ ਨੇ ਕਰਤੀ, ਬੀਜੇਪੀ ਨੇ ਕਰਤੀ, ਦਲ ਖਾਲਸਾ ਨੇ ਕਰਤੀ, ਫਲਾਣੇ ਨੇ ਕਰਤੀ, ਢੀਂਗੜੇ ਨੇ ਕਰਤੀ। ਇਹ ਪਾਰਟੀਆਂ ਪੂਟੀਆਂ ਜਾਂ ਜਿਹੜੇ ਨਾਮ ਲੈ ਜਾਂਦੇ ਕੁਝ ਨਹੀਂ ਹੁੰਦੇ। ਇਹੋ ਜਿਹੀਆਂ ਸਾਜ਼ਿਸ਼ ਜਿਹੜੀਆਂ ਹੁੰਦੀਆਂ ਨੇ ਇਹ ਹਮੇਸ਼ਾ ਇੰਡੀਅਨ ਸਟੇਟ ਵੱਲੋਂ ਕੀਤੀਆਂ ਜਾਂਦੀਆਂ ਨੇ, ਉਹਦੀ ਡੀਪ ਸਟੇਟ ਵੱਲੋਂ ਕੀਤੀਆਂ ਜਾਂਦੀਆਂ ਨੇ। ਜਦੋਂ ਤੱਕ ਸਾਡੇ ਨੌਜਵਾਨਾਂ ਨੂੰ ਇਹ ਗੱਲ ਕਲੀਅਰ ਨਹੀਂ ਹੁੰਦੀ ਵੀ ਸਾਡੀ ਸਾਜ਼ਿਸ਼ ਕਰਤੇ ਕੌਣ ਨੇ ਇਹਨਾਂ ਦੇ ਖਿਲਾਫ, ਜਾਂ ਸਾਡੇ ਦੁਸ਼ਮਣ ਕੌਣ ਨੇ, ਉਦੋਂ ਤੱਕ ਇਹ ਘਟਨਾਵਾਂ ਐਵੇਂ ਵਾਪਰਦੀਆਂ ਰਹਿਣੀਆਂ। ਸੋ ਗੱਲ ਕਲੀਅਰ ਕਰੋ, ਇੰਡੀਅਨ ਸਟੇਟ ਸਾਡੀ ਦੁਸ਼ਮਣ ਹੈ। ਇੰਡੀਅਨ ਸਟੇਟ ਦੀ ਅੱਗੇ ਕੰਮ ਕਰਦੀ ਡੀਪ ਸਟੇਟ ਇਹਨਾਂ ਸਾਰੀਆਂ ਘਟਨਾਵਾਂ ਦੇ ਪਿੱਛੇ ਸਾਜ਼ਿਸ਼ ਕਰਤਾ ਹੈ। ਚਾਹੇ ਉਹਦਾ ਅਗਲਾ ਸਾਰਾ ਪ੍ਰਸ਼ਾਸਨਿਕ ਢਾਂਚਾ ਹੋਵੇ, ਚਾਹੇ ਉਹਦੇ ਵਿੱਚ ਪੁਲਿਸ ਵੀ ਆ ਜਾਂਦੀ ਹੈ, ਜਾਂ ਹੋਰ ਜਿਹੜੇ ਈਵਨ ਜੁਡੀਸ਼ਰੀ ਵੀ ਆ ਜਾਂਦੀ ਹੈ। ਇਹ ਸਾਰੇ ਅੱਗੇ ਉਹਦੇ ਇਸ਼ਾਰਿਆਂ ਦੇ ਤਹਿਤ ਕੰਮ ਕਰਦੇ ਤੁਰ ਜਾਂਦੇ। ਪਰਮਜੀਤ ਸਿੰਘ ਜੀ, ਕੁਝ ਦਿਨ ਪਹਿਲਾਂ ਇਲੈਕਸ਼ਨ ਉੱਥੇ ਹੋਈ ਸੀ, ਤੁਸੀਂ ਵੇਖਿਆ, ਤੇ ਕੱਲ ਨੂੰ ਰਿਜ਼ਲਟ ਵੀ ਉਹਦਾ ਆ ਜਾਣਾ ਹੈ ਨਾ। ਸਾਰੀ ਸਿਆਸਤ ਜਿਹੜੀ ਸੀ ਉੱਥੇ ਗੋਡਿਆਂ ਜਿਹੜੀ ਹੋਈ ਪਈ ਸੀ। ਇਸ ਘਟਨਾ ਤੇ ਕੇਵਲ ਜਾਂ ਤੇ ਟਵੀਟ ਹੋ ਜਾਂਦਾ ਜਾਂ ਫੇਸਬੁੱਕਾਂ ਤੇ ਪੈ ਜਾਂਦੀਆਂ। ਲੱਗਦਾ ਨਹੀਂ ਸੀ ਕਿ ਉਹ ਲੀਡਰਸ਼ਿਪ ਨੂੰ ਇੱਥੇ ਆਣ ਕੇ ਖਲੋਣਾ ਚਾਹੀਦਾ ਸੀ, ਇੱਥੇ ਗੱਲ ਕਰਨੀ ਚਾਹੀਦੀ ਸੀ, ਪ੍ਰਸ਼ਾਸਨ ਨੂੰ ਕਟਹਿਰੇ 'ਚ ਖੜਾ ਕਰ। ਜਿਹੜੀ ਮੈਂ ਤੁਹਾਨੂੰ ਦੱਸਦਾ ਜਿਹੜੀ ਮੇਨ ਸਟ੍ਰੀਮ ਪੋਲੀਟਿਕਸ ਆ ਇਹ ਬੜੀ ਖਤਰਨਾਕ ਆ। ਹੁਣ ਜਿਹੜੀਆਂ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਨੇ, ਇਹਨਾਂ 'ਚੋਂ ਬਹੁਤ ਘੱਟ ਕੋਈ ਵਿਰਲਾ ਟਾਵਾਂ ਹੀ ਹੋਏਗਾ ਜਿਹੜਾ ਸਾਡੇ ਨੂੰ ਕਹੇਗਾ ਕਿ ਹਾਂ ਇੰਡੀਅਨ ਸਟੇਟ ਇਹ ਕੰਮ ਕਰਾਉਂਦੀ। ਉਹ ਇਹਨਾਂ ਸਵਾਲਾਂ ਤੋਂ ਭੱਜਦੇ ਨੇ ਹਮੇਸ਼ਾ ਹੀ। ਠੀਕ ਹੈ, ਇਹ ਅਸੀਂ ਇੱਕ ਟੋਕ ਕੇ ਕਹਿੰਦੇ ਆ ਕਿ ਹਾਂ ਸਾਡਾ ਦੁਸ਼ਮਣ ਇੰਡੀਅਨ ਸਟੇਟ ਹੈ, ਤੇ ਇਹ ਘਟਨਾਵਾਂ ਉਹਨਾਂ ਦੇ ਇਸ਼ਾਰਿਆਂ 'ਤੇ ਕੀਤੀਆਂ ਜਾਂਦੀਆਂ। ਜਿਹੜੇ ਉਹ ਪਾਰਟੀਆਂ ਆ, ਚਾਹੇ ਉਹ ਕਾਂਗਰਸ, ਅਕਾਲੀ ਦਲ ਆ, ਬੀਜੇਪੀ ਆ, ਉਹਨਾਂ ਨੇ ਕਦੀ ਨਹੀਂ ਕਹਿਣਾ ਕਿ ਇੰਡੀਅਨ ਸਟੇਟ ਕਰਦੀ। ਉਹਨਾਂ ਨੇ ਉਹ ਸਾਰੀ ਘਟਨਾ ਨੂੰ ਇੱਕ ਦੋ ਬੰਦਿਆਂ 'ਤੇ ਲਿਆ ਕੇ ਸੀਮਤ ਕਰਨਾ ਹੁੰਦਾ ਵੀ ਫਲਾਣੇ ਬੰਦੇ ਨੇ ਕੀਤਾ, ਇਸ ਬੰਦੇ ਨੇ ਕੀਤਾ, ਤਾਂ ਮਾਨਸਿਕ ਸੰਤੁਲਨ ਠੀਕ ਨਹੀਂ ਆ, ਇਹ ਖਰਾਬ ਨਹੀਂ, ਜਾਂ ਇਹਦੇ ਅੱਤਵਾਦੀਆਂ ਦੇ ਨਾਲ ਸੀ, ਜਾਂ ਇਹ ਨਸ਼ਈ, ਜੋ ਮਰਜ਼ੀ ਉਹ ਜੋੜ ਕੇ ਬਹਿ ਜਾਂਦੇ ਨੇ। ਸੋ ਉਹਨਾਂ ਨੇ ਹਮੇਸ਼ਾ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਅਵੋਇਡ ਹੀ ਕਰਨਾ ਹੁੰਦਾ। ਇਹੋ ਜਿਹੀਆਂ ਘਟਨਾਵਾਂ ਅਵੋਇਡ ਕਰਕੇ ਇੱਕ ਟਵੀਟ ਕਰਕੇ ਗੱਲ ਸਾਰ ਕੇ ਪਰੇ ਮਾਰਦੇ ਨੇ। ਭਾਈ ਦਲਜੀਤ ਸਿੰਘ ਜੀ ਬਿੱਟੂ ਸਾਡੇ ਨਾਲ ਜੁੜ ਚੁੱਕੇ ਆ। ਪਹਿਲਾਂ ਗੁਰਫਤਿਹ ਸਾਂਝ ਕਰਦੇ ਹਾਂ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕੁਝ ਦਿਨਾਂ ਦੇ ਵਿੱਚ ਦਰਬਾਰ ਸਾਹਿਬ ਦੇ ਲਾਗੇ 3 ਬੰਬ ਧਮਾਕੇ ਹੋਣੇ। ਭਾਈ ਦਲਜੀਤ ਸਿੰਘ ਬਿੱਟੂ ਕਿਵੇਂ ਦੇਖਦੇ ਆ? ਬੜੀ ਦੁਖਦਾਇਕ ਖਬਰਾਂ ਨੇ। ਹਰ ਸਿੱਖ ਨੂੰ ਬਹੁਤ ਹੀ ਦੁੱਖ ਤੇ ਸਦਮਾ ਪਹੁੰਚਦਾ ਕਿ ਇਹ ਕੀ ਹੋ ਰਿਹਾ ਹੈ। ਸਮਝ 'ਚ ਨਹੀਂ ਆਉਂਦਾ ਕਿ ਇਹ ਗੁਰੂ ਘਰ ਦਰਬਾਰ ਸਾਹਿਬ ਦੇ ਇਸ ਤਰ੍ਹਾਂ ਕੌਣ ਕਰ ਸਕਦਾ। ਇਸ ਤਰ੍ਹਾਂ ਜਿਹੜਾ ਸਾਰੀ ਸ੍ਰਿਸ਼ਟੀ ਦਾ ਇੱਕ ਕੇਂਦਰੀ ਧੁਰਾ ਆ, ਇਹਦੀ ਚੰਗੀ ਤਰ੍ਹਾਂ ਤਹਿਕੀਕਤ ਹੋਣੀ ਚਾਹੀਦੀ ਆ। ਕਹਿੰਦੇ ਕਿ ਨਸ਼ਈ ਸੀ, ਕਰਨੀ ਚਾਹੀਦੀ ਆ, ਸਿੱਖਾਂ ਨੂੰ ਆਪ ਕਰਨੀ ਚਾਹੀਦੀ ਕਿ ਕੌਣ ਬੰਦੇ ਆ, ਉਹ ਕਿਉਂ ਕਰਦੇ, ਉਹਨਾਂ ਦੇ ਪਿੱਛੇ ਕਿੱਥੋਂ ਮੂਵ ਹੁੰਦੇ, ਕਿਉਂ ਕੀਤਾ ਉਹਨਾਂ ਨੇ। ਸਾਜ਼ਿਸ਼ ਘਾੜਾ ਬਹੁਤਾ ਕੁਝ ਪਤਾ ਨਹੀਂਗਾ, ਇਹਦੀ ਡਿਟੇਲਸ ਕੀ ਆ। ਮੈਂ ਤਾਂ ਉੱਦਾਂ ਜਨਰਲੀ ਕਹਿੰਦਾ ਕਿ ਇੱਕ ਤਾਂ ਬਹੁਤ ਹੀ ਦੁਖਦਾਇਕ, ਬੜੀ ਸਦਮੇ ਵਾਲੀ ਗੱਲ ਆ, ਤੇ ਦੂਸਰਾ ਚੌਕਸ ਹੋਣ ਵਾਲੀ ਗੱਲ ਆ, ਤੇ ਤੀਸਰਾ ਇਹ ਕਿ ਸਾਨੂੰ ਸਿੱਖਾਂ ਨੂੰ ਆਪ ਕਿਸੇ ਵੱਲ ਨਹੀਂ ਦੇਖਣਾ ਚਾਹੀਦਾ, ਇਹਦੀ ਤਹਿਕੀਕਤ ਆਪ ਕਰਨੀ ਚਾਹੀਦੀ ਆ, ਗੁਰਮਤਾ ਕਰਕੇ, ਸਿੰਘਾਂ ਦੀ ਡਿਊਟੀ ਲਾ ਕੇ, ਕਿ ਜਿਨ੍ਹਾਂ ਨੇ ਵੀ ਕੀਤਾ ਉਹਨਾਂ ਦੀ ਡੰਗਾਈ ਤੱਕ ਜਾਓ ਕਿ ਇਹੋ ਜਿਹੇ ਬੰਦੇ ਕਿਵੇਂ ਇਹ ਕਰ ਸਕਦੇ ਆ। ਇਹ ਸਾਨੂੰ ਗੁਰੂ ਸਾਹਿਬ ਦੀਆਂ ਬੇਅਦਬੀਆਂ ਹੋਈਆਂ, ਤੇ ਤਕਰੀਬਨ ਜ਼ਿਆਦੀਆਂ ਬੇਅਦਬੀਆਂ ਦੇ ਵਿੱਚ ਇਹ ਕਿਹਾ ਗਿਆ ਕਿ ਇਹਦਾ ਦਿਮਾਗੀ ਸੰਤੁਲਨ ਠੀਕ। 3 ਧਮਾਕੇ ਹੁੰਦੇ ਆ, ਨੌਜਵਾਨ SGPC ਫੜ ਲੈਂਦੀ ਆ, ਉਸ ਤੋਂ ਬਾਅਦ ਪ੍ਰਸ਼ਾਸਨ ਨੂੰ ਦੇ ਦਿੱਤੇ ਜਾਂਦੇ ਆ, ਇੱਕ ਮੀਟਿੰਗ ਹੁੰਦੀ ਆ, ਪ੍ਰੈਸ ਕਾਨਫਰੰਸ ਹੁੰਦੀ ਆ, ਉਸ ਤੋਂ ਬਾਅਦ ਕਿਹਾ ਜਾਂਦਾ ਕਿ ਇਹ ਨਸ਼ਈ ਸੀ। ਕੀ ਲੱਗਦਾ ਇਹ ਸਾਜ਼ਿਸ਼ ਹੋ ਸਕਦੀ ਆ ਕਿ ਨਸ਼ਈਆਂ ਦੀ ਕਾਰਨ? ਦੇਖੋ,
ਮੈਂ ਤਾਂ ਫਿਰ ਇਹੀ ਕਹੂੰਗਾ ਕਿ ਸਾਨੂੰ ਆਪ ਇਹਦੀ ਤਹਿਕੀਕਤ ਕਰਨੀ ਚਾਹੀਦੀ। ਸਿੱਖਾਂ ਨੂੰ ਕਿਸੇ ਸਰਕਾਰ ਜਾਂ ਇੱਥੋਂ ਤੱਕ ਵੀ ਚਲੋ SGPC ਆਪਣੀ ਕਰੋ, ਸਿੱਖਾਂ ਨੂੰ ਆਪ ਜਥੇਬੰਦ ਹੋ ਕੇ ਇਹਦੀ ਆਪ ਡੂੰਘਾਈ ਨਾਲ ਤਹਿਕੀਕਤ ਕਰਨੀ ਚਾਹੀਦੀ, ਫਿਰ ਕੋਈ ਫੈਸਲਾ ਕਰਨਾ ਚਾਹੀਦਾ ਹੈ। ਕੁਝ ਵੀ ਹੋ ਸਕਦਾ ਹੈ, ਪਰ ਆਪ ਇਹਦੀ ਤਹਿ ਤੱਕ ਜਾਣਾ ਚਾਹੀਦਾ ਕਿ ਕੀ ਗੱਲ ਹੈ। ਜਿਹੜਾ ਹਰ ਚੀਜ਼ ਨੂੰ ਇਹ ਕਹਿ ਦੇਣਾ ਕਿ ਇਹ ਮਾਨਸਿਕ ਸੰਤੁਲਨ ਨਹੀਂ ਸੀ, ਨਸ਼ੇ ਕਰਦਾ, ਇਹ ਕੋਈ ਜਵਾਬ ਨਹੀਂਗਾ। ਸਿੱਖਾਂ ਨੂੰ ਇਹ 'ਤੇ ਸੰਤੁਸ਼ਟੀ ਨਹੀਂ ਹੈ, ਸਿੱਖ ਇਹ 'ਤੇ ਵਿਸ਼ਵਾਸ ਨਹੀਂ ਕਰਦੇ, ਪਰ ਸਾਨੂੰ ਇਹਦਾ ਆਪ ਉਹਦਾ ਸੱਚ ਕੱਢਣਾ ਚਾਹੀਦਾ। ਬਾਬਾ ਹਰਦੀਪ ਸਿੰਘ ਮਹਿਰਾ ਸਾਡੇ ਨਾਲ ਆ। ਪਹਿਲਾਂ ਗੁਰਫਤਿਹ ਸਾਂਝ ਕਰਦੇ ਹਾਂ ਬਾਬਾ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੁਝ ਦਿਨਾਂ ਦੇ ਵਿੱਚ 3 ਬੰਬ ਧਮਾਕੇ ਹੋਣੇ, ਦਰਬਾਰ ਸਾਹਿਬ ਦੇ ਲਾਗੇ ਹੋਣੇ। ਜੇ ਅਗਲੇ ਮਹੀਨੇ ਦੀ ਗੱਲ ਕਰੀਏ, ਕੁਝ ਦਿਨਾਂ ਤੱਕ ਜੂਨ ਮਹੀਨਾ ਸਟਾਰਟ ਹੋ ਜਾਣਾ ਤੇ 6 ਜੂਨ ਉਹ ਦਿਨ ਸੀ ਜਿੱਥੇ ਕਹਿਰ ਵਰਤਿਆ। ਇੱਥੇ 1 ਤੋਂ 6 ਜੂਨ ਤੱਕ ਹੀ ਵੈਸੇ ਕਹਿਰ ਵਰਤਿਆ ਸੀ ਇੱਥੇ। ਕੀ ਲੱਗਦਾ ਕੋਈ ਸਾਜ਼ਿਸ਼ ਜਾਂ ਨਸ਼ਈਆਂ ਦਾ ਇਹ ਕੰਮ ਸੀ? ਇਹ ਦੇਖੋ, ਹਰ ਵਾਰੀ ਜਦੋਂ ਜਿਉਂ 6 ਜੂਨ ਦਾ ਦਿਨ ਇਹ ਹਫਤਾ ਆਉਂਦਾ ਨਾ, ਤੇ ਸਰਕਾਰ ਵੱਖਰੇ ਵੱਖਰੇ ਹੱਥ ਕੰਡੇ ਵਰਤ ਕੇ ਤੇ ਕੁਛ ਨਾ ਕੁਛ ਇਹੋ ਜਿਹਾ ਦਿਖਾਉਂਦੀ ਰਹਿੰਦੀ ਆ। ਤੇ ਹੁਣ ਵੀ 1.5 ਮਹੀਨੇ ਤੋਂ ਮਾਹੌਲ ਨੂੰ ਇਹੋ ਜਿਹਾ ਕੀਤਾ ਪਿਆ ਆ ਵੀ ਪਤਾ ਨਹੀਂ ਪੰਜਾਬ ਦੇ ਵਿੱਚ ਕੀ ਹੋ ਜਾਣਾ। ਤੇ ਜਿਹੜੇ ਇਹਨਾਂ ਨੇ ਦਰਬਾਰ ਸਾਹਿਬ ਕੋਲੇ 3 ਬੰਬ ਧਮਾਕੇ ਹੋਏ ਨੇ, ਇਹਦੇ ਵਿੱਚ ਆਂਦੇ ਵੀ ਅਸੀਂ 5 ਬੰਦੇ ਫੜੇ, ਉਹ ਨਸ਼ਈ ਨੇ। ਪਰ ਅਸੀਂ ਮੰਨਨੇ ਵੀ ਉਹ ਨਸ਼ਈ ਹੋ ਸਕਦੇ ਨੇ, ਪਰ ਉਹ ਨਸ਼ਈ ਇਹ ਜੀ ਯੋਜਨਾ ਨਹੀਂ ਬਣਾ ਸਕਦੇ। ਉਹਨਾਂ ਦੇ ਪਿੱਛੇ ਜਿਹੜਾ ਆ ਕੋਈ ਨਾ ਕੋਈ ਏਜੰਸੀਆਂ ਦਾ ਜਾਂ ਕੁਛ ਵੀ ਉਹਦੇ ਮਗਰ ਜਿਹੜਾ ਆ, ਜਾਂ ਸਰਕਾਰੀ ਤਾਕਤਾਂ ਜਾਂ ਕੁਛ ਪੰਜਾਬ ਦੇ ਵਿੱਚ ਫੈਲਾਉਣ ਵਾਸਤੇ ਦਹਿਸ਼ਤ ਇਹੋ ਜਿਹਾ ਕੁਛ ਕੀਤਾ ਜਾ ਰਿਹਾ। ਪਰ ਕੰਮ ਇਹ ਜ਼ਿਆਦਾ ਮੇਨ ਹੈਗਾ ਏਜੰਸੀਆਂ ਦਾ, ਤੇ ਉਹਦੇ ਅੱਗੇ ਉਹ ਬੰਦੇ ਜ਼ਰੂਰ ਵਰਤੇ ਗਏ ਹੋਣ। ਦਹਿਸ਼ਤ ਤੇ ਪੰਜਾਬ 'ਚ ਪਹਿਲਾਂ ਹੀ ਬੜੀ ਖਿਲਰੀ ਪਈ ਹੈ ਜੀ। ਆਪਰੇਸ਼ਨ ਅੰਮ੍ਰਿਤਪਾਲ ਨੇ ਤਕਰੀਬਨ ਦਹਿਸ਼ਤ ਦਾ ਮਾਹੌਲ ਬਣਾਇਆ ਹੋਇਆ ਸੀ, ਕਿਉਂਕਿ ਪੁਲਿਸ ਪ੍ਰਸ਼ਾਸਨ ਭਾਰੀ ਬਲ ਲੱਗਾ ਰਿਹਾ। ਬਾਅਦ 'ਚ ਪਿੰਡ ਰੋਡੇ ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਹੁੰਦੀ। ਵੈਸੇ ਤਾਂ ਜਿਹੜੀ ਦਹਿਸ਼ਤ ਆ ਬੜੇ ਲੰਮੇ ਸਮੇਂ ਤੋਂ ਚੱਲਦੀ ਆਉਂਦੀ ਆ, ਪਰ ਇਹਦਾ ਰੰਗ ਰੂਪ ਬਦਲਦੇ ਰਹਿੰਦੇ ਨੇ। ਕਦੀ ਜਦੋਂ ਵੀ ਜੂਨ 84 ਦਾ ਦਿਨ ਨੇੜੇ ਆਉਂਦਾ ਨਾ, ਤੇ ਉਹਨੂੰ ਉੱਧਰ ਮੇਲ ਕੇ ਤੇ ਇਹ ਜਿਹਾ ਦਿਖਾਉਂਦੇ ਰਹਿੰਦੇ ਨੇ। ਹੁਣ ਵੀ ਤੁਸੀਂ ਦੇਖਿਓ 6 ਜੂਨ ਨੂੰ ਜਿਹੜਾ ਇੱਥੇ ਮਾਹੌਲ ਸਰਕਾਰਾਂ ਜਾਂ ਇਹ ਸਾਰੇ ਰਲ ਮਿਲ ਕੇ ਬਣਾ ਦਿੰਦੇ ਨੇ। ਬਹੁਤ ਇਹੋ ਜਿਹਾ ਮਾਹੌਲ ਹੀ ਬਣਾਉਂਦੇ ਵੀ ਪਤਾ ਨਹੀਂ ਹੁਣ ਵੀ ਕੀ ਹੋ ਗਿਆ। ਸਿੱਖਾਂ ਨੇ ਆਪਸ ਵਿੱਚ ਵੱਟ ਟੋਕ ਕਰ ਲਈ, ਜਾਂ ਕੀ ਕਰ ਦੇਣਗੇ, ਜਾਂ ਕਿਸੇ ਨੂੰ ਕੀ ਕਰ ਦੇਣਗੇ, ਇਹੋ ਜਿਹਾ ਕੁਝ ਚੱਲਦਾ ਰਹਿੰਦਾ। ਤੇ ਇਹ ਉਸੇ ਕੜੀ ਦਾ ਇੱਕ ਹਿੱਸਾ ਹੀ ਆ। ਇਹ ਜਿਹੜੇ 5 ਨੌਜਵਾਨ ਫੜੇ ਗਏ ਆ, ਉਹ ਵੀ ਸਿੱਖ ਨੌਜਵਾਨ ਆ। ਬੇਸ਼ੱਕ ਉਹ ਨਸ਼ਈ ਸੀ। ਕੀ ਗੱਲ ਸਿੱਖਾਂ ਦੇ ਘਰ ਜਨਮ ਲੈ ਕੇ ਉਹ ਲੱਗਦਾ ਕਿ ਲਾਗੇ ਛਾਗੇ ਦਰਬਾਰ ਸਾਹਿਬ ਦੇ ਗਲਿਆਰੇ ਦੇ ਜੋ ਧਮਾਕੇ ਕਰ ਸਕਦੇ? ਇਹ ਦੇਖੋ, ਜੇ ਭਰਾਵੇ ਤੋਂ ਸਿੱਖ ਦੇਖਣਾ ਹੋਵੇ ਤਾਂ ਫਿਰ ਤਾਂ ਬੇਅਦਬੀਆਂ ਵੀ ਬੜੀਆਂ ਸਿੱਖਾਂ ਨੇ ਖੁਦ ਕੀਤੀਆਂ ਨੇ, ਹੈ ਨਾ। ਤੇ ਬਹਿਰੂਪੀਏ ਕਹਿ ਸਕਦੇ, ਉਹਨਾਂ ਲੋਕਾਂ ਦਾ ਕੋਈ ਧਰਮ ਨਹੀਂ ਹੁੰਦਾ ਜਿਹੜੇ ਇਹੋ ਜਿਹੇ ਕੰਮ ਕਰਦੇ ਆ ਨਾ। ਕਿਸੇ ਵੀ ਧਰਮ ਸਥਾਨ ਦੇ ਨੇੜੇ ਤੇੜੇ ਕੋਈ ਇਹੋ ਜਿਹਾ ਮਾਹੌਲ ਨੂੰ ਬਣਾਉਣਾ, ਉਹਨਾਂ ਲੋਕਾਂ ਦਾ ਕੋਈ ਧਰਮ ਨਹੀਂ ਹੁੰਦਾ ਉਹਨਾਂ ਦਾ। ਤੇ ਇਹ ਸਾਰਾ ਕੁਝ ਵਰਤੇ, ਬਾਕੀ ਉਹ ਬੰਦੇ ਲਾਲਚ ਵਾਸ ਆਣ ਕੇ ਵਰਤੇ ਜਾਂਦੇ ਨੇ। ਉਹਨਾਂ ਨੂੰ ਪਤਾ ਵੀ ਨਹੀਂ ਲੱਗਦਾ ਵੀ ਸਾਨੂੰ ਕਿੱਧਰ ਨੂੰ ਇਹ ਲੈ ਕੇ ਚੱਲੇ ਨੇ ਤੇ ਕਿੱਧਰ ਨੂੰ ਵਰਤ ਰਹੇ ਨੇ। ਦਲ ਖਾਲਸਾ ਤੋਂ ਵੀਰ ਕਮਰਪਾਲ ਸਾਡੇ ਨਾਲ ਜੁੜ ਚੁੱਕੇ ਆ। ਪਹਿਲਾਂ ਗੁਰਫਤਿਹ ਸਾਂਝ ਕਰਦੇ ਵੀਰ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਾਲ ਜੀ, ਕਿਵੇਂ ਵੇਖਦੇ ਆ ਤੁਸੀਂ ਕੁਝ ਦਿਨਾਂ ਦੇ ਵਿੱਚ 3 ਘਟਨਾਵਾਂ ਹੋਣੀਆਂ, 3 ਬੰਬ ਬਲਾਸਟ ਹੋਣੇ, ਉਹ ਵੀ ਦਰਬਾਰ ਸਾਹਿਬ ਦੇ ਬਿਲਕੁਲ ਲਾਗੇ? ਮੈਂ ਕੇਵਲ ਇਸ 3 ਦਿਨ ਨੂੰ ਨਹੀਂ ਦੇਖ ਰਿਹਾ ਜਾਂ ਹਫ਼ਤੇ ਨੂੰ ਨਹੀਂ ਦੇਖ ਰਿਹਾ। ਮੈਂ ਲੰਮੇ ਸਮੇਂ ਤੋਂ ਨੋਟ ਕਰ ਰਿਹਾ ਕਿ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਹੋ ਰਹੀਆਂ ਨੇ ਉਹ ਅਚੰਭੇ ਵਾਲੀਆਂ ਨੇ ਔਰ ਸਿੱਧੀਆਂ ਨਹੀਂ ਹੈ, ਸਿੱਧ ਪੱਧਰੀਆਂ ਨਹੀਂ ਹੈ। ਹਰ ਘਟਨਾ ਦੇ ਪਿੱਛੇ ਜੇ ਕੋਈ ਵਿਅਕਤੀ ਦਾ ਵਾਰ ਹੁੰਦਾ ਤਾਂ ਉਹਦੇ ਪਿੱਛੇ ਵੀ ਇੱਕ ਕਨਸਪੀਰੇਸੀ ਦੇਖੀ ਜਾਂਦੀ ਹੈ। ਜੇ ਕੋਈ ਘਟਨਾਵਾਂ ਵਾਪਰਦੀਆਂ ਨੇ ਤੇ ਉਹਦੇ ਪਿੱਛੇ ਵੀ ਕਨਸਪੀਰੇਸੀ ਦੇਖੀ ਜਾਂਦੀ ਹੈ। ਜੇ ਕੁਝ ਆ ਜਿਹੜਾ ਪਿਛਲੇ 1 ਹਫ਼ਤੇ ਤੋਂ ਹੋ ਰਿਹਾ ਉਹਦੇ ਪਿੱਛੇ ਵੀ ਕਨਸਪੀਰੇਸੀ ਦੇਖੀ ਜਾ ਰਹੀ ਹੈ। ਔਰ ਸਾਰੀ ਲੀਡਰਸ਼ਿਪ ਦਾ ਬਿਆਨ ਵੀ ਇਹੀ ਹੁੰਦਾ। ਮੈਨੂੰ ਲੱਗਦਾ ਕਿ ਕੋਈ ਕਨਸਪੀਰੇਸੀ ਹੈਗੀ ਹੈ, ਕੋਈ ਸਾਜ਼ਿਸ਼ ਹੈਗੀ ਹੈ, ਜਿਹੜਾ ਇਹ ਸਭ ਕੁਝ ਪੰਜਾਬ ਨੂੰ ਬਰਨ ਕਰਨ ਲਈ, ਪੰਜਾਬ ਦੇ ਵਿੱਚ ਉਥਲ ਪੁਥਲ ਪੈਦਾ ਕਰਨ ਲਈ, ਪੰਜਾਬ ਦੇ ਵਿੱਚ ਡਿਸਟਰਬੈਂਸ ਪੈਦਾ ਕਰਨ ਲਈ ਹੋ ਰਿਹਾ। ਮੈਂ ਤੇ ਹੋਰ ਵੀ ਪਿੱਛੇ ਚਲੇ ਜਾਣਾ ਕਿ ਜਦੋਂ ਦਾ ਕਿਸਾਨ ਅੰਦੋਲਨ ਜਿੱਤਿਆ ਨਾ ਕਿਸਾਨਾਂ ਨੇ ਤੇ ਦਰਬਾਰ ਸਾਹਿਬ ਦੀ ਬੇਹੁਰਮਤੀ ਹੋਈ ਹੈ, ਉਸ ਤੋਂ ਬਾਅਦ ਕੁਛ ਨਾ ਕੁਛ ਐਸੀਆਂ ਘਟਨਾਵਾਂ ਵਾਪਰਦੀਆਂ ਨੇ ਜਿਹੜੀਆਂ ਸਾਨੂੰ ਅਚੰਭੇ 'ਚ ਪਾ ਜਾਂਦੀਆਂ ਨੇ, ਸਾਨੂੰ ਸੋਚਣ ਲਈ ਮਜਬੂਰ ਕਰ ਦਿੰਦੀਆਂ ਨੇ। ਈਵਨ ਪਰਮਜੀਤ ਸਿੰਘ ਪੰਜਵੜ ਦਾ ਜਿਹੜਾ ਕਤਲ ਵੀ ਹੋਇਆ ਨਾ ਸਰਹੱਦ, ਉਹ ਵੀ ਸਾਨੂੰ ਝੰਜੋੜ ਗਿਆ, ਉਹ ਵੀ ਅਚੰਭੇ 'ਚ ਪਾ ਗਿਆ। ਕਿਉਂਕਿ ਭਾਊ ਪਰਮਜੀਤ ਸਿੰਘ ਪੰਜਵੜ ਬਹੁਤ ਲੰਮੇ ਸਮੇਂ ਤੋਂ ਐਕਟਿਵ ਨਹੀਂ ਸੀ ਹੈਗੇ, ਨਾਨ ਐਕਟਿਵ ਸੀਗੇ। ਔਰ ਜਿਹੜਾ ਉਹ ਸ਼ਿਕਾਰ ਵੀ ਹੋ ਗਏ ਨੇ ਨਾ ਦੁਸ਼ਮਣ ਦਾ, ਉਹ ਵੀ ਇਸੇ ਕਰਕੇ ਹੋ ਗਏ ਨੇ ਕਿ ਉਹ ਵੇਸਲੇ ਹੋ ਚੁੱਕੇ ਸੀ। ਉਹਨਾਂ ਨੂੰ ਲੱਗਦਾ ਸੀਗਾ ਕਿ ਇੱਕ ਲੰਮਾ ਸਮਾਂ ਬੀਤ ਗਿਆ ਤੇ ਮੈਂ ਹੁਣ ਐਕਟਿਵ ਵੀ ਨਹੀਂ ਹਾਂ ਤੇ ਮੇਰੇ ਤੇ ਕਿੰਨੇ ਇਨਵੈਸਟ ਕਰਨਾ ਹੈ। ਕਿਉਂਕਿ
ਜਿੰਨੇ ਵੀ ਇਹ ਕੀਤਾ ਉਹਨੇ ਇਨਵੈਸਟ ਕਰਕੇ ਕੀਤਾ, ਉਹਦੇ ਤੇ ਇਨਵੈਸਟਮੈਂਟ ਹੋਈ ਹੈ, ਬੰਦਿਆਂ ਨੂੰ ਖਰੀਦਿਆ ਗਿਆ ਹੈ, ਮਤਲਬ ਹੱਥ ਖਰੀਦੇ ਗਏ ਨੇ, ਦਿਮਾਗ ਭਾਵੇਂ ਸਾਡੇ ਵਾਲੇ ਪਾਸੇ ਬੈਠੇ ਲੋਕਾਂ ਦੇ ਹੋ ਸਕਦੇ ਨੇ ਜਾਂ ਹਨ। ਤੁਸੀਂ ਕਹਿੰਦੇ ਹੋ ਸਾਜ਼ਿਸ਼ ਘਾੜਾ ਕੌਣ ਹੋ ਸਕਦਾ, ਤੁਹਾਨੂੰ ਕੀ ਲੱਗਦਾ? ਮੈਂ ਥੋੜਾ ਪਿੱਛੇ ਇੱਥੋਂ ਦੀ ਗੱਲ ਕਰੂੰਗਾ। ਤੁਸੀਂ ਦਰਬਾਰ ਸਾਹਿਬ ਦੀ ਘਟਨਾ ਦਾ ਜ਼ਿਕਰ ਕੀਤਾ, ਗੁਰੂ ਸਾਹਿਬ ਦੀ ਬੇਅਦਬੀ ਹੋਈ, ਉਹ ਥਾਂ ਹੀ ਇੱਥੇ ਐਸਜੀਪੀਸੀ ਦੇ ਨੌਜਵਾਨਾਂ ਨੇ ਉਹਨੂੰ ਸੋਧਾ ਲਾਤਾ। ਇੱਕ ਸਿੰਘੂ ਬਾਰਡਰ ਤੇ ਸੋਧਾ ਲੱਗਾ, ਇੱਕ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਬੇਅਦਬੀ ਕੀਤੀ, ਉਹਨੂੰ ਜੇਲ੍ਹ 'ਚ ਫੜਾ ਦਿੱਤਾ ਗਿਆ, ਇੱਕ ਨੇ ਹੁਣ ਮੋਰਿੰਡੇ ਕੋਤਵਾਲੀ ਸਾਹਿਬ ਬੇਅਦਬੀ ਕੀਤੀ। ਤਾਰਾਂ ਤੇ ਪਤਾ ਕਿਤੇ ਵੀ ਨਹੀਂ ਲੱਗੀਆਂ ਕਿ ਤਾਰਾਂ ਕਿਹਨਾਂ ਨਾਲ ਜੁੜਦੀਆਂ ਹੈਗੀਆਂ। ਇਹੀ ਤਾਂ ਏਜੰਸੀ ਆਪਰੇਸ਼ਨ ਦੀ ਖੂਬਸੂਰਤੀ ਹੁੰਦੀ ਹੈ ਕਿ ਉਹਦੇ ਤੱਕ ਪਹੁੰਚਿਆ ਹੀ ਨਹੀਂ ਜਾਂਦਾ। ਇੱਕ ਜਗ੍ਹਾ ਤੇ ਜਾ ਕੇ ਡੈਡ ਐਂਡ ਆ ਜਾਂਦਾ, ਜਿਹਦੇ ਅੱਗੇ ਹਨੇਰਾ ਹੀ ਹਨੇਰਾ ਹੁੰਦਾ, ਫਿਰ ਉਸ ਤੋਂ ਅੱਗੇ ਕੁਝ ਨਹੀਂ ਪਤਾ ਲੱਗਦਾ। ਇਹੀ ਤਾਂ ਉਹਨਾਂ ਦੀ ਮਹਾਰਤ ਹੈ, ਏਜੰਸੀ ਆਪਰੇਸ਼ਨ ਦੀ ਮਹਾਰਤ ਹੀ ਇਹ ਹੈ ਕਿ ਤੁਸੀਂ ਜਿਹੜੀ ਮਤਲਬ ਤੁਸੀਂ ਉਹਨਾਂ ਤੱਕ ਪਹੁੰਚਦੇ ਹੀ ਨਹੀਂ ਹੋ, ਡੈਡ ਐਂਡ ਆ ਜਾਂਦਾ, ਹਨੇਰਾ ਆ ਜਾਂਦਾ ਅੱਗੇ, ਔਰ ਉੱਥੋਂ ਤੱਕ ਕੋਈ ਜਾਂਦਾ ਵੀ ਨਹੀਂ ਹੈ। ਔਰ ਮੈਨੂੰ ਲੱਗਦਾ ਕਿ ਜੇ ਕੋਈ ਜਾਣ ਦੀ ਕੋਸ਼ਿਸ਼ ਵੀ ਕਰੇ ਤੇ ਉੱਥੋਂ ਤੱਕ ਪਹੁੰਚਣਾ ਜੇ ਅਸੰਭਵ ਨਹੀਂ ਤੇ ਬਹੁਤ ਮੁਸ਼ਕਲ ਹੁੰਦਾ, ਬਹੁਤ ਉਹਦੇ ਲਈ ਤਰੱਦਦ ਕਰਨੀ ਪੈਂਦੀ ਹੈ। ਔਰ ਅਸੀਂ ਹਰ ਵਾਰੀ ਸਾਡੀ ਲੀਡਰਸ਼ਿਪ ਵੀ ਤੇ ਅਸੀਂ ਵੀ ਜਦੋਂ ਵੀ ਕੋਈ ਘਟਨਾ ਵਾਪਰਦੀ ਤੇ ਕੱਲ੍ਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵੀ ਕਿਹਾ ਬਹੁਤ ਵੱਡੀ ਸਾਜ਼ਿਸ਼ ਹੈ। ਨਾਲ ਉਹ ਕਹਿ ਰਹੇ ਨੇ ਪੰਜਾਬ ਪੁਲਿਸ ਦੇ ਨਾਲ ਸੈਂਟਰਲ ਏਜੰਸੀਜ਼ ਵੀ ਇਨਵੋਲਵ ਹੋਣ ਤੇ ਪਤਾ ਕਰਨ ਸਾਜ਼ਿਸ਼ ਕਿਹਦੀ ਹੈ। ਹੁਣ ਦੇਖੋ ਸਾਡੀ ਨਜ਼ਰ ਦੇ ਵਿੱਚ ਸਾਜ਼ਿਸ਼ ਹੀ ਦਿੱਲੀ ਦੀ ਹੈ ਤੇ ਉਹ ਇਨਵੋਲਵ ਆਪ ਹੋ ਕੇ ਕਿੱਦਾਂ ਸਾਜ਼ਿਸ਼ ਦਾ ਪਰਦਾਫਾਸ਼ ਕਰਨਗੇ? ਉਹ ਅਸੀਂ ਖੁਦ ਹੀ ਉਹਨਾਂ ਤੋਂ ਉਮੀਦ ਕਰ ਰਹੇ ਹਾਂ। ਐਨਆਈਏ ਤੇ ਇਨਵੈਸਟੀਗੇਸ਼ਨ ਕਰ ਰਹੀ ਹੈ। ਨਹੀਂ, ਮੇਰਾ ਮਤਲਬ ਹੈ ਦੇਖੋ, ਪਹਿਲੀ ਗੱਲ ਇਹ ਹੈ ਕਿ ਪੰਥ ਨੂੰ ਪਹਿਲਾਂ ਆਪਣੇ ਦੁਸ਼ਮਣ ਦੀ ਆਈਡੈਂਟੀਫਿਕੇਸ਼ਨ ਕਰਨੀ ਪਏਗੀ। ਸਾਡੇ ਕੋਲ ਹਾਲੇ ਤੱਕ ਅਸੀਂ ਆਈਡੈਂਟੀਫਾਈਡ ਹੀ ਦੁਸ਼ਮਣ ਨਹੀਂ ਹੈ ਸਾਡਾ। ਕੌਣ ਸਾਡੇ ਖਿਲਾਫ ਸਾਜ਼ਿਸ਼ ਕਰ ਰਿਹਾ, ਸਾਡੀ ਲੀਡਰਸ਼ਿਪ ਪਹਿਲਾਂ ਇਹ ਤਾਂ ਦੱਸਿਆ ਕਰੇ। ਔਰ ਮੈਂ ਮੀਡੀਆ ਨੂੰ ਵੀ ਕਹਾਂਗਾ, ਜਦੋਂ ਤੁਹਾਨੂੰ ਜਥੇਦਾਰ ਸਾਹਿਬ ਸ਼੍ਰੋਮਣੀ ਕਮੇਟੀ ਪ੍ਰਧਾਨ ਕਹਿੰਦੇ ਨੇ ਬਹੁਤ ਵੱਡੀ ਸਾਜ਼ਿਸ਼ ਹੈ, ਉਹਨਾਂ ਨੂੰ ਸਾਨੂੰ ਥੋੜ੍ਹਾ ਜਿਹਾ ਦੱਸ ਦਿਓ ਸਾਜ਼ਿਸ਼ ਕਰ ਕੌਣ ਰਿਹਾ ਹੈ, ਸਾਜ਼ਿਸ਼ ਘਾੜਾ ਕੌਣ ਹੈ, ਕੌਣ ਕਰ ਰਿਹਾ, ਕਿਹਨੂੰ ਸਾਡੇ ਨਾਲ ਵੈਰ ਹੈ, ਕਿਹਨੂੰ ਸਾਡੇ ਤੋਂ ਤਕਲੀਫ ਹੈ, ਕਿਹਨੂੰ ਅਸੀਂ ਚੁੱਭ ਰਹੇ ਹਾਂ, ਕਿਹਨੂੰ ਗੁਰੂ ਗ੍ਰੰਥ ਸਾਹਿਬ ਦੀ ਗੁਰਿਆਈ ਚੁੱਭ ਰਹੀ ਹੈ, ਕਿਹਨੂੰ ਗੁਰੂ ਗ੍ਰੰਥ ਸਾਹਿਬ ਦੀ ਗੁਰੂਸ਼ਿਪ ਚੁੱਭ ਰਹੀ ਹੈ, ਕੌਣ ਨੇ ਜਿਨ੍ਹਾਂ ਦੇ ਲਈ ਅਸੀਂ ਪ੍ਰੋਬਲਮ ਆ ਜਾਂ ਜਿਹੜੇ ਸਾਡੇ ਲਈ ਪ੍ਰੋਬਲਮ ਨੇ। ਆਫਟਰ ਆਲ ਜਦ ਤੱਕ ਅਸੀਂ ਉਹਨੂੰ ਜ਼ੀਰੋ ਇਨ ਨਹੀਂ ਕਰਾਂਗੇ, ਉਹਨੂੰ ਉੱਥੋਂ ਤੱਕ ਪਹੁੰਚਾਂਗੇ ਨਹੀਂ ਕਿ ਕੌਣ ਹੈ ਸਾਡਾ ਦੁਸ਼ਮਣ। ਹੁਣ ਅਸੀਂ ਵੀ ਇਹ ਗੱਲ ਮੰਨ ਕੇ ਚੱਲੀ ਜਾ ਰਹੇ ਹਾਂ ਸਾਜ਼ਿਸ਼ ਹੈ, ਸਾਜ਼ਿਸ਼ ਹੈ, ਸਾਜ਼ਿਸ਼ ਹੈ। ਸਾਜ਼ਿਸ਼ ਕੌਣ ਹੈ? ਘੱਟੋ ਘੱਟ ਜੇ ਸਾਡੇ ਕੋਲ ਐਵੀਡੈਂਸ ਨਹੀਂ ਹੈ ਤੇ ਸਾਡੇ ਕੋਲ ਇੱਕ ਸਰਕਮਸਟੈਂਸ਼ੀਅਲ ਐਵੀਡੈਂਸ ਤਾਂ ਹੈਗੇ ਨੇ ਨਾ, ਕਿ ਸਰਕਮਸਟੈਂਸ਼ੀਅਲ ਐਵੀਡੈਂਸ ਤਾਂ ਹੈਗੇ ਨੇ ਨਾ। ਭਾਊ ਪਰਮਜੀਤ ਸਿੰਘ ਕਿਹਦੇ ਖਿਲਾਫ ਲੜਿਆ, ਕਿਹਦੇ ਲਈ ਲੜਿਆ, ਤੇ ਸਮਝ ਆ ਜਾਂਦੀ ਹੈ ਕਿ ਉਹਦਾ ਦੁਸ਼ਮਣ ਕੌਣ ਹੈ। ਬੜੀ ਕਲੀਅਰ ਹੈ, ਉਹ ਖਾਲਿਸਤਾਨ ਕਮਾਂਡੋ ਫੋਰਸ ਦਾ ਮੁਖੀ ਸੀ, ਖਾਲਿਸਤਾਨ ਦੀ ਲੜ ਰਿਹਾ ਸੀ, ਹਿੰਦੁਸਤਾਨ ਦੇ ਖਿਲਾਫ ਉਹਨੇ ਐਕਸ਼ਨਸ ਕੀਤੇ ਨੇ ਤੇ ਕੁਦਰਤੀ ਹੈ ਕਿ ਮੈਂ ਇੱਕ ਸਿੰਪਲ ਜੀ ਗੱਲ ਕਹਿਤੀ ਕਿ ਸਮਝ ਆ ਜਾਂਦੀ ਹੈ ਕਿ ਉਹਦਾ ਦੁਸ਼ਮਣ ਕੌਣ ਸੀ ਤੇ ਕਿੰਨੇ ਉਹਦੇ ਖਿਲਾਫ ਆਪਣੀ ਦੁਸ਼ਮਣੀ ਕੱਢੀ ਹੈ। ਦੇਖੋ ਦੁਸ਼ਮਣ ਕਦੀ ਨਹੀਂ ਭੁੱਲਦਾ, ਖਾਸ ਤੌਰ ਤੇ ਜੇ ਉਹ ਸਟੇਟ ਹੋਵੇ ਤੇ ਮਾਈਟੀ ਸਟੇਟ ਹੋਵੇ, ਉਹ ਆਪਣੇ ਦੁਸ਼ਮਣ ਨੂੰ ਕਦੀ ਨਹੀਂ ਭੁੱਲਦਾ, ਭਾਵੇਂ ਉਹਨੂੰ 20 ਸਾਲ ਲੱਗ ਜਾਣ, ਭਾਵੇਂ 30 ਸਾਲ ਲੱਗ ਜਾਣ, 40 ਸਾਲ। ਸਾਡੀ ਕੌਮ ਉਹਨਾਂ ਨੂੰ ਭੁੱਲੀ ਬੈਠੀ ਹੈ, ਜਿਹੜੇ ਜੁਝਾਰੂ ਵੀਰ ਸੀ, ਜੁਝਾਰੂ ਨੇਤਾ ਨੇ, ਜੁਝਾਰੂ ਆਗੂ ਨੇ, ਜਲਾਵਤਨ ਨੇ। ਸਾਡੀ ਕੌਮ ਨੂੰ ਨਵੇਂ ਨਾਇਕ ਮਿਲ ਗਏ ਤੇ ਪੁਰਾਣਿਆਂ ਨੂੰ ਭੁੱਲ ਗਈ। ਪਰ ਦੇਖੋ ਦਿੱਲੀ ਨਹੀਂ ਭੁੱਲੀ, ਉਹਨਾਂ ਨੇ ਲੱਭ ਕੇ ਇੰਨੇ ਸਾਲਾਂ ਬਾਅਦ ਵੀ ਜਾ ਕੇ ਉਹਨੂੰ ਨਿਸ਼ਾਨਾ ਬਣਾ ਲਿਆ। ਸੋ ਇਹ ਇੱਕ ਗੱਲ ਹੈ ਬੜੀ ਕਲੀਅਰ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੱਤੀ ਹੈ ਕਿ ਗੱਲ ਕਲੀਅਰ ਹੈ ਕਿ ਕੌਣ ਉਹਦਾ ਦੁਸ਼ਮਣ ਹੈ। ਹੁਣ ਅਸੀਂ ਜਦੋਂ ਦਰਬਾਰ ਸਾਹਿਬ ਦੀ ਘਟਨਾਵਾਂ ਦੀਆਂ ਗੱਲ ਕਰਦੇ ਹਾਂ, ਜੋ ਇੱਥੇ ਹੋ ਰਿਹਾ, ਜੋ ਪਿਛਲੇ ਦਿਨਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਾਇਆ ਗਿਆ, ਸਾਡਾ ਦੁਸ਼ਮਣ ਕੌਣ ਹੈ? ਜੇ ਸਾਡੇ ਕੋਲ ਐਵੀਡੈਂਸ ਨਹੀਂ ਹੈ, ਘੱਟੋ ਘੱਟ ਅਸੀਂ ਸਰਕਮਸਟੈਂਸ਼ੀਅਲ ਐਵੀਡੈਂਸ ਦੇ ਬਿਹਾਫ ਤੇ ਆਪਣਾ ਕੇਸ ਬਣਾਈਏ। ਸਾਨੂੰ ਇਹ ਪਤਾ ਹੋਣਾ ਚਾਹੀਦਾ ਪਿਛਲੇ 40 ਸਾਲ ਤੋਂ ਕਿਹਦੇ ਖਿਲਾਫ ਲੜ ਰਹੇ ਹਾਂ, ਕਿਸਾਨ ਅੰਦੋਲਨ ਅਸੀਂ ਕਿਵੇਂ ਜਿੱਤਿਆ ਤੇ ਕਿਹਦੇ ਕੋਲੋਂ ਜਿੱਤਿਆ, ਕਿਹਦੀ ਹੇਠੀ ਹੋਈ ਹੈ। ਹੁਣ ਇਹ ਗੱਲਾਂ ਤੇ ਸਰਕਮਸਟੈਂਸ਼ੀਅਲ ਐਵੀਡੈਂਸ ਨੇ ਨਾ, ਇੱਥੋਂ ਗੱਲ ਕਲੀਅਰ ਹੋ ਜਾਂਦੀ ਹੈ ਕਿ ਸਾਡੇ ਖਿਲਾਫ ਕੌਣ ਹੈ। ਅਸੀਂ ਉਹਨਾਂ ਤੋਂ ਹੀ ਆਸ ਕਰੀ ਜਾਂਦੇ ਹਾਂ ਕਿ ਤੁਸੀਂ ਇਨਵੈਸਟੀਗੇਸ਼ਨ ਕਰੋ ਤੇ ਸਾਨੂੰ ਸਾਜ਼ਿਸ਼ ਕਰਤਾ, ਸਾਜ਼ਿਸ਼ ਘਾੜਿਆਂ ਨੂੰ ਲੱਭ ਕੇ ਦਿਓ। ਉਹ ਇੱਕ ਗੱਲ ਹੋਰ ਸੁਣੋ, ਪੰਜਾਬ ਪੁਲਿਸ ਵੀ ਉਹੀ ਇੰਡੀਅਨ ਸਿਸਟਮ ਦੇ ਥੱਲੇ ਕੰਮ ਕਰਦੀ ਹੈ, NIA ਵੀ ਕਰਦੀ, CBI ਵੀ ਕਰਦੀ, IB ਵੀ ਕਰਦੀ, ਰੌ ਵੀ ਕਰਦੀ, MI ਵੀ ਕਰਦੀ, ਬੜੇ ਨੇ। ਇਹਨਾਂ ਸਾਰਿਆਂ ਨੂੰ ਇੱਕ ਦੂਜੇ ਦੇ ਆਪਰੇਸ਼ਨ ਦਾ ਕੋਈ ਪਤਾ ਨਹੀਂ ਹੁੰਦਾ। ਜੇ ਅਸੀਂ ਇਹ ਮੰਨੀਏ ਨਾ ਕਿ ਸੈਂਟਰਲ ਏਜੰਸੀਜ਼ ਇੱਥੇ ਕੁਝ ਕਰ ਰਹੀਆਂ ਸਨ ਤੇ ਕਰ ਰਹੀਆਂ ਨੇ ਤੇ ਕਰਨਗੀਆਂ, ਇਹ ਸਾਨੂੰ ਆਪਣੇ ਆਪ ਆਟੋਮੈਟਿਕ ਨਹੀਂ ਮੰਨ ਲੈਣਾ ਚਾਹੀਦਾ ਕਿ ਪੰਜਾਬ ਪੁਲਿਸ ਵੀ ਇਨਵੋਲਡ ਹੈ। ਉਹ ਪੰਜਾਬ ਪੁਲਿਸ ਨੂੰ ਕਿਸੇ ਖਾਤੇ 'ਚ ਨਹੀਂ ਕਹਿੰਦੇ, ਉਹ ਪੰਜਾਬ ਪੁਲਿਸ ਨੂੰ ਕਿਸੇ ਭਰੋਸੇ 'ਚ ਨਹੀਂ ਲੈਂਦੇ ਜਦੋਂ ਇਹ ਕਰਦੇ ਨੇ, ਔਰ ਨਾ ਹੀ ਇਹ ਪਤਾ ਲੱਗਦਾ ਹੁੰਦਾ ਪੰਜਾਬ ਪੁਲਿਸ ਨੂੰ। ਮੈਂ ਤਾਂ ਸਭ ਤੋਂ ਪਹਿਲਾਂ ਇਹ ਕਹਾਂਗਾ ਕਿ ਪੰਜਾਬ ਪੁਲਿਸ ਆਪਣੀ ਇੰਟੈਰੋਗੇਸ਼ਨ ਦੇ ਵਿੱਚ, ਆਪਣੇ ਸਵਾਲਾਂ ਦੇ ਵਿੱਚ ਵਾਧਾ ਕਰਨ। ਉਹ ਸਭ ਤੋਂ ਪਹਿਲਾਂ ਪੁੱਛਦੇ ਨੇ ਤੇਰਾ ISI ਨਾਲ ਕੀ ਤਾਲੁਕ ਹੈ, ਤੈਨੂੰ ਇਸਲਾਮਾਬਾਦ ਤੋਂ ਕੀ ਮਦਦ ਆਉਂਦੀ ਹੈ।
ਇਹ ਵੀ ਪੁੱਛ ਲਿਆ ਕਰਨ ਕਿ ਤੇਰੇ ਦਿੱਲੀ ਦੀਆਂ ਇੰਟੈਲੀਜੈਂਸ ਏਜੰਸੀ ਨਾਲ ਕੀ ਤਾਲੁਕ ਹੈ, ਤੈਨੂੰ ਦਿੱਲੀ ਤੋਂ ਕੀ ਮਦਦ ਆਉਂਦੀ ਹੈ। ਜੇ ਇਹ ਵੀ ਪੁੱਛਣਾ ਸ਼ੁਰੂ ਕਰ ਦੇਣਾ ਤੇ ਸ਼ਾਇਦ ਇਹਦੇ ਵਿੱਚੋਂ ਜਿਹੜੇ ਸਾਜ਼ਿਸ਼ਕਰਤਾ ਨੇ ਉਹ ਨੰਗੇ ਹੋ ਜਾਣ। ਸ਼ਾਇਦ ਕੁਝ ਪਤਾ ਲੱਗਣਾ ਸ਼ੁਰੂ ਹੋ ਜਾਏ ਕਿ ਕੱਲਾ ਬਾਹਰੋਂ ਬਹਿ ਕੇ ਨਹੀਂ ਇੱਥੇ ਨੌਜਵਾਨਾਂ ਕੋਲੋਂ ਇਹ ਕੰਮ ਕਰਵਾਏ ਜਾਂਦੇ, ਇਹ ਦਿੱਲੀ ਵਾਲੇ ਵੀ ਇਹੀ ਕੁਝ ਕਰਾਉਂਦੇ ਨੇ। ਆਫ ਦਾ ਰਿਕਾਰਡ ਸਭ ਮੰਨਦੇ ਨੇ ਕਿ ਪਿਛਲੇ 6 ਮਹੀਨੇ ਜੋ ਹੋਇਆ ਦਿੱਲੀ ਦੀ ਗੇਮ ਪਲਾਨ ਸੀ, ਪਰ ਔਨ ਰਿਕਾਰਡ ਕੋਈ ਵੀ ਸਾਹਮਣੇ ਆਣ ਕੇ ਕਹਿਣ ਨੂੰ ਤਿਆਰ ਨਹੀਂ। ਨਾ ਅਕਾਲ ਤਖਤ ਕਹਿਣ ਨੂੰ ਤਿਆਰ ਹੈ, ਨਾ SGPC ਕਹਿਣ ਨੂੰ ਤਿਆਰ ਹੈ, ਨਾ ਪੰਜਾਬ ਦੀ ਲੀਡਰਸ਼ਿਪ ਕਹਿਣ ਨੂੰ ਤਿਆਰ ਹੈ, ਨਾ ਪੰਜਾਬ ਪੁਲਿਸ ਕਹਿਣ ਨੂੰ ਤਿਆਰ ਹੈ। ਮਨ ਸਾਰੇ ਰਹੇ ਨੇ। ਤੁਸੀਂ ਪ੍ਰਾਈਵੇਟਲੀ ਕਿਸੇ ਕੋਲ ਚਲੇ ਜਾਓ, ਇੱਕੋ ਗੱਲ ਹੈ, ਏਜੰਸੀਆਂ ਦਾ ਘਰ ਹੈ। ਫਿਰ ਕਿਹੜੀਆਂ ਏਜੰਸੀਆਂ ਦਾ ਘਰ ਹੈ? ਨਾਂ ਤੇ ਲੈ ਲਓ, ਉਹ ਬੇਨਾਮ ਤੇ ਨਹੀਂ ਹੈਗੀਆਂ, ਪਤਾ ਹੈ ਦੁਨੀਆ ਨੂੰ, ਉਹਨਾਂ ਦੇ ਆਫਿਸਿਸ ਸਾਰੇ ਪੰਜਾਬ ਦੇ ਵਿੱਚ ਹੈਗੇ ਨੇ। ਨਾਂ ਤੇ ਲਓ, ਕਿਹੜੀਆਂ ਏਜੰਸੀਆਂ ਦਾ ਘਰ ਹੈ, ਕੌਣ ਸਾਡਾ ਦੁਸ਼ਮਣ ਹੈ, ਕੀ ਉਹਨੂੰ ਪ੍ਰੋਬਲਮ ਹੈ ਸਾਡੇ ਤੋਂ, ਇਹ ਵੀ ਪਤਾ ਕਰੋ ਕਿ ਉਹਨੂੰ ਪ੍ਰੋਬਲਮ ਕੀ ਹੈ ਸਾਡੇ ਤੋਂ, ਉਹ ਕਦੋਂ ਸਾਨੂੰ ਸਟ੍ਰਾਈਕ ਕਰੇਗਾ। ਇੱਕ ਹੋਰ ਸਟ੍ਰਾਈਕ ਹੋਏਗੀ, ਅੱਜ ਪਰਮਜੀਤ ਸਿੰਘ ਪੰਜਵੜ ਦੀ ਵਾਰੀ ਆਈ ਹੈ, ਕੱਲ੍ਹ ਨੂੰ ਸਾਹ ਗਜਿੰਦਰ ਸਿੰਘ ਦੀ ਵਾਰੀ ਵੀ ਆ ਸਕਦੀ ਹੈ, ਕਿਸੇ ਹੋਰ ਦੀ ਵੀ ਵਾਰੀ ਆ ਸਕਦੀ ਹੈ, ਫਿਰ ਅਗਲੀ ਵਾਰੀ ਆਏਗੀ, ਫਿਰ ਅਸੀਂ ਸੇਮ ਇਸੇ ਤਰ੍ਹਾਂ ਕਹਾਂਗੇ ਸਾਜ਼ਿਸ਼ ਹੋ ਰਹੀ ਸਾਡੇ ਖਿਲਾਫ। ਦਰਬਾਰ ਸਾਹਿਬ ਦੇ ਆਲੇ ਦੁਆਲੇ ਫਿਰ ਕੋਈ ਘਟਨਾ ਵਾਪਰ ਜੇਗੀ, ਫਿਰ ਅਸੀਂ ਕਹਾਂਗੇ ਕੋਈ ਸਾਜ਼ਿਸ਼ ਹੋ ਸਕਦੀ ਹੈ। ਸਾਜ਼ਿਸ਼ ਕਰ ਕੌਣ ਰਿਹਾ? ਸਾਜ਼ਿਸ਼, ਮੈਂ ਇੱਕ ਗੱਲ ਜਿਹੜੀ ਮੈਂ ਜਾਣਦਾ ਉਹ ਇਹ ਹੈ, ਜਿੰਨੀ ਦੇਰ ਤੱਕ ਕੌਨਸਪੀਰੇਟਰ ਨੂੰ, ਸਾਜ਼ਿਸ਼ਕਰਤਾ ਨੂੰ ਤੁਸੀਂ ਐਕਸਪੋਜ਼ ਨਹੀਂ ਕਰੋਗੇ, ਉਨੀ ਦੇਰ ਤੱਕ ਉਹ ਆਪਣੇ ਹੱਥ ਕੰਡਿਆਂ ਦੇ ਨਾਲ ਅੱਗੇ ਵੱਧਦਾ ਜਾਏਗਾ ਤੇ ਤੁਹਾਡਾ ਹੋਰ ਨੁਕਸਾਨ ਕਰਦਾ ਜਾਏਗਾ। ਤੁਹਾਨੂੰ ਉਹਨੂੰ ਰੋਕਣ ਲਈ ਐਕਸਪੋਜ਼ ਕਰਨਾ ਪਏਗਾ। ਤੁਹਾਡੀ ਉਂਗਲ ਉੱਧਰ ਜਾਣੀ ਚਾਹੀਦੀ ਹੈ। ਤੁਸੀਂ ਉਂਗਲ ਪੁਆਇੰਟ ਕਰੋ ਕਿ ਸਾਨੂੰ ਇਹਨਾਂ ਤੇ ਸ਼ੱਕ ਹੈ, ਇਹ ਨੇ ਜਿਹੜੇ ਸਾਡੇ ਖਿਲਾਫ ਪਿਛਲੇ 50 ਸਾਲ ਤੋਂ ਲੱਗੇ ਨੇ, ਇਹਨਾਂ ਨੇ ਸਾਡੇ ਨੌਜਵਾਨ ਮਰਵਾਏ ਨੇ, ਇਹਨਾਂ ਨੇ ਸਾਡੀ ਬੇਹੁਰਮਤੀ ਕੀਤੀ ਹੈ। ਇਹੀ ਬੇਦਬੀਆਂ ਦੇ ਜੇ ਕਿਸੇ ਪਰਟੀਕੂਲਰ ਇੱਕ ਕੇਸ ਦੇ ਮਗਰ ਉਹ ਨਹੀਂ ਵੀ ਹੈਗੇ, ਪਰ ਮਾਹੌਲ ਤਾਂ ਸਿਰਜ ਦਿੱਤਾ ਗਿਆ। ਹੋ ਸਕਦਾ ਕੁਝ ਐਸੀਆਂ ਵੀ ਇਨਸੀਡੈਂਟਸ ਹੋਣ ਜਿਹੜੀਆਂ ਆਟੋਮੈਟਿਕ ਅਚਾਨਕ ਜਾਂ ਈਰਖਾ ਵਸ ਹੋ ਕੇ, ਜਾਂ ਜਿਹੜੀਆਂ ਆਪਸੇ ਛੋਟੇ ਛੋਟੇ ਗੁਰਦੁਆਰਿਆਂ ਦੀ ਕਮੇਟੀਆਂ ਦੀ ਆਪਸੇ ਰੰਜਿਸ਼ਬਾਜ਼ੀ ਹੁੰਦੀ ਹੈ, ਉਹਨਾਂ ਦੇ ਵੀ ਕੁਝ ਸਿੱਟੇ ਹੋ ਸਕਦੇ। ਪਰ ਮੈਂ ਗੱਲ ਕਰ ਰਿਹਾ ਵੱਡੇ ਲੈਵਲ ਤੇ ਕਿ ਸਾਡੇ ਤੇ ਹਮਲੇ ਕੌਣ ਕਰ ਰਹੇ ਨੇ। ਰਹੀ ਗੱਲ ਹੁਣ ਜੋ ਪਿਛਲੇ 1 ਹਫ਼ਤੇ ਤੋਂ ਹੋ ਰਿਹਾ ਸੀ, ਬੜਾ ਕਲੀਅਰ ਹੈ ਜੋ ਉਹਨਾਂ ਦੀਆਂ ਚਿੱਠੀਆਂ, ਸੋ ਕਾਲਡ ਚਿੱਠੀਆਂ ਦਾ ਦੱਸਿਆ ਜਾ ਰਿਹਾ ਹੈ ਨੇ, ਨਹੀਂ ਹੈ, ਬਾਅਦ 'ਚ ਪਾਈਆਂ ਗਈਆਂ, ਆਫਟਰ ਥਾਟ ਹੈ ਸਾਰਾ। ਆਈ ਡੋਂਟ ਨੋ, ਮੈਂ ਕੋਈ ਇਨਵੈਸਟੀਗੇਟਰ ਨਹੀਂ ਹਾਂ, ਮੈਂ ਕੋਈ ਪ੍ਰੋਸੀਕਿਊਟਰ ਨਹੀਂ ਹਾਂ, ਹੈ ਨਾ। ਅਤੇ ਮੈਂ ਵੀ ਇੱਕ ਪਿਛਲੇ 40 ਸਾਲ ਤੋਂ ਮੇਰਾ ਇੱਕ ਤਜਰਬਾ ਹੈ, ਮੈਂ ਇੱਕ ਚੀਜ਼ ਨੂੰ ਐਨਾਲਿਸਿਸ ਕਰਦਾ ਵਾਂ, ਦੇਖਦਾ ਵਾਂ, ਉਹਦਾ ਸਰਵੇਖਣ ਕਰਦਾ ਵਾਂ। ਘਟਨਾਵਾਂ ਦੱਸਦੀਆਂ ਨੇ ਕਿ ਜੋ ਚਿੱਠੀਆਂ ਨੇ ਅਤੇ ਜੋ ਉਹਨਾਂ ਨੇ ਕੀਤਾ ਉਹ ਆਪਾ ਵਿਰੋਧੀ ਨੇ, ਇੱਕ ਦੂਜੇ ਦੇ ਬਿਲਕੁਲ ਉਲਟ ਨੇ। ਕਹਿ ਰਹੇ ਨੇ ਕਿ ਉਹ ਰੈਡੀਕਲ ਨੇ, ਕਹਿ ਰਹੇ ਨੇ ਕਿ ਉਹਨਾਂ ਦੇ ਅੰਦਰ ਰਿਜ਼ੈਂਟਮੈਂਟ ਸੀ ਕਿ ਸਿੱਖਾਂ ਦੇ ਨਾਲ ਜਾਤੀਆਂ ਹੋ ਰਹੀਆਂ ਨੇ, ਅਤੇ ਨਿਸ਼ਾਨਾ ਉਹ ਸਿੱਖ ਦਾ ਕੇਂਦਰੀ ਸਥਾਨ ਹੀ ਬਣਾ ਰਹੇ ਨੇ। ਇੰਨੇ ਮੂਰਖ ਤੇ ਉਹ ਲੱਗਦੇ ਨਹੀਂ। ਚਿੱਠੀਆਂ ਦੇ ਲਿਖੇ ਇਬਾਰਤ ਤੋਂ ਉਹ ਇੰਨੇ ਮੂਰਖ ਨਹੀਂ ਲੱਗਦੇ ਕਿ ਅਸੀਂ ਕਿਹਨੂੰ ਟਾਰਗੇਟ ਬਣਾ ਰਹੇ ਹਾਂ ਤਾਂ ਉਹਨਾਂ ਨੂੰ ਸਮਝ ਹੀ ਨਹੀਂ ਹੈ। ਨੰਬਰ 1 ਹੈ, ਇਹ ਬਹੁਤ ਵੱਡਾ ਇੱਕ ਗੈਪ ਹੈ, ਕਿਸੇ ਦੇ ਹਜਮ ਨਹੀਂ ਹੋ ਰਹੀ। ਹੈਗੇ ਉਹ ਸਿੱਖਾਂ ਦੇ ਪ੍ਰਤੀ ਚਿੰਤਤ ਨੇ ਤੇ ਨਿਸ਼ਾਨਾ ਬਣਾ ਰਹੇ ਨੇ ਦਰਬਾਰ ਸਾਹਿਬ ਨੂੰ, ਠੀਕ ਹੈ। ਇਹ ਬਹੁਤ ਆਪਾ ਵਿਰੋਧੀ ਗੱਲ ਹੈ। ਮੇਰੀ ਪੰਜਾਬ ਪੁਲਿਸ ਨੂੰ ਤੇ SGPC ਨੂੰ, ਕਿਉਂਕਿ ਇਹਨਾਂ ਦੇ ਕੋਆਰਡੀਨੇਟਡ ਐਫਰਟਸ ਦੇ ਨਾਲ ਇਹ ਕੰਮ ਹੋਇਆ, ਦੋਨਾਂ ਨੂੰ ਇੰਟੈਰੋਗੇਸ਼ਨ 'ਚ ਬਹਿਣਾ ਚਾਹੀਦਾ, ਨਾਲ SGPC ਨੂੰ ਨਾਲ ਬਹਿਣਾ ਚਾਹੀਦਾ ਜਦੋਂ ਉਹਨਾਂ ਦੇ ਅੰਦਰ ਇੰਟੈਰੋਗੇਸ਼ਨ ਹੋਵੇ। ਪੰਥ ਨੂੰ ਇਨਵੋਲਵ ਕਰੇ, ਕਿਉਂਕਿ ਦਰਬਾਰ ਸਾਹਿਬ ਨਾਲ ਜੁੜੀ ਘਟਨਾ ਆ, ਪੰਥ ਇਨਵੋਲਵ ਹੋਵੇ, ਜਾਂ ਫਿਰ ਪੰਥਕ ਜਥੇਬੰਦੀਆਂ ਦੇ ਹਵਾਲੇ ਕੀਤਾ ਜਾਵੇ, ਪੁਲਿਸ ਆਪਣੀ ਮੌਜੂਦਗੀ 'ਚ ਕਰੇ ਕਿ ਲੋ ਆ ਸਾਡੇ ਸਾਹਮਣੇ ਬੈਠੇ ਨੇ, ਇਹਨਾਂ ਦੀ ਪੁੱਛਗਿੱਛ ਕਰ ਲਓ। ਪਹਿਲੀ ਗੱਲ ਤਾਂ ਇਹ ਹੈ। ਅਤੇ ਪੰਜਾਬ ਪੁਲਿਸ ਨੂੰ ਵੀ ਨਾ ਇੱਕ ਥੋੜ੍ਹਾ ਜਿਹਾ ਅਤੇ ਬੁਨਿਆਦੀ ਚੇਂਜ ਆਪਣੇ ਅੰਦਰ ਲਿਆਉਣਾ ਚਾਹੀਦਾ। ਉਹਨਾਂ ਨੂੰ ਪ੍ਰੋ ਪੰਜਾਬ ਹੋਣਾ ਚਾਹੀਦਾ, ਨਾ ਕਿ ਪ੍ਰੋ ਦਿੱਲੀ। ਉਹਨਾਂ ਨੂੰ ਸੋਚਣਾ ਚਾਹੀਦਾ ਪੰਜਾਬ ਬਾਰੇ ਵੀ। ਪਹਿਲਾਂ ਵੀ ਉਹਨਾਂ ਨੇ ਦਿੱਲੀ ਦੇ ਕਹਿਣੇ 'ਤੇ ਆ ਕੇ ਪੰਜਾਬ ਦੇ ਨੌਜਵਾਨਾਂ ਦਾ ਘਾਣ ਕੀਤਾ, ਔਰ ਆਪਸੀ ਬਿਨਾਂ ਵਜ੍ਹਾ ਅਸੀਂ ਇੱਕ ਦੂਜੇ ਦੇ ਨਾਲ ਕੁੜੱਤਣ ਪੈਦਾ ਕੀਤੀ ਹੈ, ਨਫ਼ਰਤਾਂ ਪੈਦਾ ਕੀਤੀਆਂ ਅਤੇ ਦੁਸ਼ਮਣੀਆਂ ਪੈਦਾ ਕੀਤੀਆਂ ਨੇ। ਇਹ ਦੁਬਾਰਾ ਰਿਪੀਟ ਨਹੀਂ ਹੋਣੀਆਂ ਚਾਹੀਦੀਆਂ। ਪੰਜਾਬ ਪੁਲਿਸ ਨੂੰ ਪ੍ਰੋ ਪੰਜਾਬ ਹੋਣਾ ਚਾਹੀਦਾ ਹੈ, ਪੰਜਾਬ ਹਿਤੈਸ਼ੀ ਹੋਣਾ ਚਾਹੀਦਾ ਹੈ, ਔਰ ਉਹਨਾਂ ਨੂੰ ਪੁੱਛਣਾ ਚਾਹੀਦਾ ਹੈ, ਜਿੱਥੇ ਉਹ ISI ਬਾਰੇ ਸਵਾਲ ਕਰਦੇ ਨੇ ਉੱਥੇ ਦਿੱਲੀ ਦੀ IB ਤੇ ਰॉ ਬਾਰੇ ਵੀ ਪੁੱਛਣ ਕਿ ਤੁਹਾਨੂੰ ਦਿੱਲੀ ਤਾਂ ਨਹੀਂ ਫੰਡ ਕਰ ਰਹੀ, ਤੁਹਾਨੂੰ ਦਿੱਲੀ ਦੇ ਇਸ਼ਾਰੇ 'ਤੇ ਤਾਂ ਨਹੀਂ ਤੁਸੀਂ ਕੰਮ ਕਰ ਰਹੇ। ਉਹਨਾਂ ਦੀ ਹਰ ਤੰਦ ਨੂੰ ਬਰੀਕੀ ਨਾਲ ਦੋਵਾਂ ਪਾਸੇ ਰੱਖ ਕੇ ਪੰਜਾਬ ਪੁਲਿਸ ਵਾਚੇ ਕਿ ਇੱਧਰੋਂ ਮਦਦ ਆ ਰਹੀ ਹੈ ਕਿ ਇੱਧਰੋਂ ਮਦਦ ਆ ਰਹੀ ਹੈ। ਦੋਨਾਂ ਪਾਸੇ ਦੀ ਮਦਦ ਨੂੰ ਕੰਗਾਲੇਗੀ ਨਾ, ਫਿਰ ਸੱਚ ਸਾਹਮਣੇ ਆਏਗਾ। ਜੇ ਇਹ ਇੱਕ ਤਰਫਾ ਹੀ ਲੱਗਦੇ ਰਹਿਣਗੇ ਅਤੇ ਇੱਕ ਤਰਫਾ ਹੀ ਇਹਨਾਂ ਦੀ ਅਪਰੋਚ ਹੋਏਗੀ, ਫਿਰ ਕਦੀ ਸੱਚ ਸਾਹਮਣੇ ਨਹੀਂ ਆਉਣਾ। ਨਾ ਇਹ ਸਾਡੇ 'ਤੇ ਹਮਲੇ ਰੁਕਣੇ ਨੇ, ਔਰ ਅਸੀਂ ਵੀ
ਹਨੇਰੇ 'ਚ ਤੀਰ ਮਾਰੀ ਜਾਂਦੇ ਆ। ਬਿਆਨ ਦੇਣੇ ਬੜੇ ਸੌਖੇ ਨੇ, ਸਾਜ਼ਿਸ਼ ਹੈ ਸਾਜ਼ਿਸ਼ ਹੈ। ਜਥੇਦਾਰ ਸਾਹਿਬ ਹੁਣ ਦੱਸ ਦਿਓ ਕਿ ਸਾਜ਼ਿਸ਼ ਹੈ ਕਿਹਦੀ, ਕਰਨ ਵਾਲਾ ਕੌਣ ਹੈ ਤੇ ਸਾਡਾ ਦੁਸ਼ਮਣ ਕੌਣ ਹੈ। ਘੱਟੋ ਘੱਟ ਖਾਲਸਾ ਪੰਥ ਜਿਹੜਾ ਆਪਣੇ ਦੁਸ਼ਮਣ ਨੂੰ ਆਇਡੈਂਟੀਫਾਈ ਕਰੇ ਤੇ ਐਕਸਪੋਜ਼ ਕਰੇ। ਬਹੁਤ ਸਾਰੇ ਜਿਹੜੇ ਹਮਲੇ ਨੇ ਉਹ ਰੁਕ ਸਕਦੇ ਨੇ ਜੇ ਸਟੇਟ ਨੂੰ, ਇੰਡੀਅਨ ਸਟੇਟ ਦੀ ਜਿਹੜੀ ਡੀਪ ਸਟੇਟ ਹੈ ਮੈਂ ਉਹਦੀ ਗੱਲ ਕਰ ਰਿਹਾ, ਉਸ ਡੀਪ ਸਟੇਟ ਨੂੰ ਜਦ ਤੱਕ ਅਸੀਂ ਐਕਸਪੋਜ਼ ਨਹੀਂ ਨਾ ਕਰਾਂਗੇ, ਉਹਨਾਂ ਦੇ ਮਿਸਡੀਡਸ ਨੂੰ, ਗਲਤ ਕੰਮਾਂ ਨੂੰ ਐਕਸਪੋਜ਼ ਨਹੀਂ ਕਰਾਂਗੇ, ਇਹ ਰੁਕਣਾ ਨਹੀਂ ਕੰਮ। ਭੁਪਿੰਦਰ ਸਿੰਘ 6 ਜੂਨ ਸਾਡੇ ਨਾਲ ਜੁੜ ਚੁੱਕੇ ਆ। ਪਹਿਲਾਂ ਗੁਰਫਤਿਹ ਸਾਂਝ ਕਰਦੇ ਆ। ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭੁਪਿੰਦਰ ਸਿੰਘ ਜੀ, ਕੁਝ ਦਿਨ ਦੇ ਵਿੱਚ ਜਿਹੜੀਆਂ ਦਰਬਾਰ ਸਾਹਿਬ ਦੇ ਲਾਗੇ ਛਾਗੇ ਘਟਨਾਵਾਂ ਹੋਈਆਂ, 3 ਬੰਬ ਬਲਾਸਟ ਹੋਏ ਆ, ਕਿਵੇਂ ਵੇਖਦੇ ਉਹਨੂੰ? ਕਿਉਂਕਿ ਉਹ ਦੱਸਿਆ ਜਾ ਰਿਹਾ ਕਿ ਉਹ ਨਸ਼ਈ ਸੀ, ਉਹ ਨਸ਼ਈਆਂ ਦਾ ਕਾਰਾ ਸੀ ਜਾਂ ਕਿਸੇ ਦਾ ਸਾਜ਼ਿਸ਼ ਘਾੜੇ ਦਾ ਕਾਰਾ ਸੀ? ਦੇਖੋ, ਸਾਜ਼ਿਸ਼ ਦੇ ਅਧੀਨ ਹੀ ਇਹ ਕੰਮ ਹੋਇਆ ਵਾ। ਕੋਈ ਵੀ ਜਿਹੜਾ ਸਿੱਖਿਆ ਵੀ ਨਹੀਂ ਚਾਹੁੰਦਾ ਵੀ ਇੱਥੇ ਇਹੋ ਜਿਹੇ ਬਲਾਸਟ ਕੀਤੇ ਜਾਣ। ਸੋ ਇਹ ਆਪਾਂ ਸਮਝ ਸਕਦੇ ਹਾਂ ਵੀ ਇਹ ਏਜੰਸੀਆਂ ਦੀ ਕੋਝੀ ਚਾਲ ਆ, ਜਿਹੜੀਆਂ ਏਜੰਸੀਆਂ ਸਰਹੱਦਾਂ ਪਾਰ ਤੋਂ ਰਹਿੰਦੇ ਜਿਹੜੇ ਸਿੰਘਾਂ ਨੂੰ ਸ਼ਹੀਦ ਕਰਾ ਸਕਦੀਆਂ ਨੇ, ਉਹਨਾਂ ਵਾਸਤੇ ਇਹੋ ਜਿਹੀ ਘਟੀਆ ਚਾਲ ਚੱਲਣੀ ਪੰਜਾਬ ਦੇ ਵਿੱਚ ਜਾਂ ਅੰਮ੍ਰਿਤਸਰ ਸਾਹਿਬ ਦੇ ਵਿੱਚ, ਜਿਹੜਾ ਸਾਡਾ ਇੱਕ ਸਭ ਤੋਂ ਪਵਿੱਤਰ ਸਥਾਨ ਹੈ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ, ਬੜੀ ਛੋਟੀ ਜੀ ਗੱਲ ਆ। ਸੋ ਉਹ ਕਿਤੇ ਨਾ ਕਿਤੇ ਇੱਕ ਬਦਨਾਮ ਕਰਨ ਦੀ ਸਾਜ਼ਿਸ਼ ਆ ਜਾਂ ਇੱਕ ਦਹਿਸ਼ਤ ਫੈਲਾਉਣ ਦੀ ਸਾਜ਼ਿਸ਼ ਆ। ਇਹ ਜਿਹੜੀ ਮੈਂ ਸਮਝਦਾ ਵੀ ਇਹ ਦਹਿਸ਼ਤ ਫੈਲਾਉਣ ਦੀ ਜਿਹੜੀ ਸਾਜ਼ਿਸ਼ ਸੀਗੀ, ਜਿਹੜੀ ਉਹਨਾਂ ਵੱਲੋਂ ਜਿਹੜੀ ਰਚੀ ਗਈ ਆ। ਅੱਜ ਜੇ ਕੋਈ ਬੰਦਾ ਨਸ਼ੇ ਦੇ ਅਧੀਨ ਹੈ ਤੇ ਤੁਸੀਂ ਸਮਝ ਸਕਦੇ ਹੋ ਵੀ ਨਸ਼ੇ ਦੇ ਵਿੱਚ ਤੇ ਬੰਦਾ ਆਪਦੇ ਮਾਂ-ਬਾਪ ਨੂੰ, ਬੱਚਿਆਂ ਨੂੰ, ਭੈਣ ਭਰਾਵਾਂ ਨੂੰ ਮਾਰ ਦਿੰਦਾ ਆ ਨਸ਼ੇ ਦੀ ਲੋੜ ਪੂਰੀ ਕਰਨ ਵਾਸਤੇ। ਤੇ ਨਸ਼ੇ ਦੀ ਲੋੜ ਪੂਰੀ ਕਰਨ ਵਾਸਤੇ ਉਹਨਾਂ ਨੂੰ ਕੀ ਪਤਾ ਕੀ ਲਾਲਚ ਉਹਨਾਂ ਨੂੰ ਦਿੱਤਾ ਗਿਆ ਹੋਵੇ। ਤੇ ਸੋ ਮੈਂ ਇਹ ਵੀ ਚੀਜ਼ ਕਹਿਣਾ ਵਾਂ ਵੀ ਭਾਵੇਂ ਉਹ ਸਿੱਖ ਆ ਤੇ ਭਾਵੇਂ ਮੋਨੇ ਆ, ਜਿਸ ਤਰ੍ਹਾਂ ਵੀ ਉਹਨਾਂ ਨੂੰ ਪੇਸ਼ ਕੀਤਾ ਜਾ ਰਿਹਾ ਵਾ, ਮੈਂ ਇਹ ਚਾਹੁੰਦਾ ਸੀਗਾ ਵੀ ਉਹਨਾਂ ਨੂੰ ਪੁਲਿਸ ਦੇ ਹਵਾਲੇ ਨਾ ਕਰਕੇ ਸੰਗਤ ਦੇ ਹਵਾਲੇ ਕਰ ਦੇਣਾ ਚਾਹੀਦਾ ਸੀਗਾ ਤੇ ਸੰਗਤ ਆਪ ਦੇ ਤਰੀਕੇ ਦੇ ਨਾਲ ਫਿਰ ਉਹਨਾਂ ਦੇ ਨਾਲ ਨਜਿੱਠਦੀ ਕਿ ਉਹਨਾਂ ਨੂੰ ਉੱਥੇ ਹੀ ਉਸੇ ਹਿਸਾਬ ਦੇ ਨਾਲ ਹੀ ਉਹਨਾਂ ਨੂੰ ਜੋ ਸਿੱਖੀ ਦੇ ਦੁਸ਼ਮਣਾਂ ਦਾ ਹਾਲ ਕੀਤਾ ਜਾਂਦਾ ਹੈ ਉਹ ਉਹਨਾਂ ਦਾ ਹਾਲ ਕਰਕੇ ਤੇ ਉਹਨਾਂ ਨੂੰ ਮੌਤ ਦੇ ਘਾਟ ਜਿਹੜਾ ਉਤਾਰ ਦੇਣਾ ਚਾਹੀਦਾ ਸੀਗਾ। ਉਹਨਾਂ ਨੂੰ ਜਿੰਦੇ ਰੱਖਣ ਦਾ ਕੋਈ ਫਾਇਦਾ ਨਹੀਂ ਸੀਗਾ ਜੀ। ਇੱਕ ਹਫ਼ਤੇ ਦੇ ਵਿੱਚ 3 ਬਲਾਸਟ ਹੁੰਦੇ ਆ ਅੰਮ੍ਰਿਤਸਰ ਤੇ ਤੁਸੀਂ ਵਿਚਾਰ ਸੁਣ ਰਹੇ ਹੋ ਤਕਰੀਬਨ ਹੀ ਪੰਥਕ ਧਿਰਾਂ ਦੇ, ਕੀ ਵਿਚਾਰ ਆ? ਸਾਰਿਆਂ ਦੇ ਕੋਸ਼ਿਸ਼ ਕਰ ਰਹੇ ਆ ਵਿਚਾਰ ਜਾਣਨ ਦੀ ਤੇ ਪੁਲਿਸ ਦਾ ਪੱਖ ਵੀ ਤੁਸੀਂ ਸੁਣ ਚੁੱਕੇ ਹੋ ਕਿਉਂਕਿ ਕੱਲ ਮੀਟਿੰਗ ਹੁੰਦੀ ਆ, ਐਸਜੀਪੀਸੀ ਨੇ ਇੱਕ ਮੀਟਿੰਗ ਵੀ ਕੀਤੀ ਆ ਤੇ ਨਾਲ ਵਿਚਾਰਾਂ ਵੀ ਉਹਨਾਂ ਦੇ ਜਿਹੜੀਆਂ ਹੈਗੀਆਂ ਉਹ ਵੀ ਤੁਸੀਂ ਸੁਣੀਆਂ ਕਿ ਇਹਦੇ ਪਿੱਛੇ ਕੌਣ ਆ ਸਾਜ਼ਿਸ਼ ਘਾੜਾ ਜਿਹੜੇ ਕਿ 3 ਬਲਾਸਟ ਹੋਇਆ। ਹੁਣ ਬਲਵੰਤ ਸਿੰਘ ਜੀ ਗੋਪਾਲਾ ਸਾਡਾ ਜੁੜ ਚੁੱਕੇ ਆ। ਪਹਿਲਾਂ ਗੁਰਫਤਿਹ ਸਾਂਝ ਕਰਦੇ ਆ। ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਗੋਪਾਲਾ ਸਾਹਿਬ, ਕਿਵੇਂ ਵੇਖਦੇ ਆ ਤੁਸੀਂ ਦਰਬਾਰ ਸਾਹਿਬ ਦੇ ਲਾਗੇ 3 ਘਟਨਾਵਾਂ ਹੋਣੀਆਂ, ਉਹਨਾਂ ਕੋਲ ਚਿੱਠੀਆਂ ਮਿਲਣੀਆਂ, ਕੁਝ ਉਹਨਾਂ ਵੱਲੋਂ ਕਿਹਾ ਜਾਣਾ ਕਿ ਪਿਛਲੇ ਦਿਨਾਂ ਦੇ ਵਿੱਚ ਜੋ ਹੋਇਆ ਬਿਰਤਾਂਤ ਰਚਿਆ ਗਿਆ ਉਹਦੇ ਰੋਸ ਵਜੋਂ ਕੀਤਾ, ਕੀ ਲੱਗਦਾ? ਇਹ ਸਾਰਾ ਕੁਝ ਜੀ ਵੇਖੋ, ਪਹਿਲੀ ਗੱਲ ਤਾਂ ਦਰਬਾਰ ਸਾਹਿਬ ਦਾ ਚੌਗਿਰਦਾ ਇਸ ਤਰ੍ਹਾਂ ਦਾ ਕੀਤਾ ਪਿਆ ਹੈ ਕਿ ਇੰਨਾ ਇੱਥੇ ਟ੍ਰੈਫਿਕ, ਇੰਨਾ ਧੂਆਂ ਤੇ ਇੰਨਾ ਵੀ ਗੁਰੂ ਰਾਮਦਾਸ ਦੇ ਘਰ ਨੂੰ ਆਉਣ ਲਈ ਕੋਈ ਵੀ ਖੁੱਲ੍ਹਾ ਰਾਹ ਨਹੀਂ ਰੱਖਿਆ ਗਿਆ। ਕੋਈ ਇੱਥੇ ਪੁਖਤਾ ਇੰਤਜ਼ਾਮ ਨਹੀਂ ਜਿਹਦੇ ਕਰਕੇ ਕੋਈ ਸਿਕਿਉਰਿਟੀ, ਕੋਈ ਚੈੱਕ, ਕੋਈ ਨਹੀਂਗਾ। ਤੀਜੀ ਗੱਲ ਇਹ ਆ ਕਿ ਐਡਾ ਵੱਡਾ ਸੰਗਤ ਦਾ ਇੱਥੇ ਜਦੋਂ ਇੰਨੀ ਸੰਗਤ ਆਉਂਦੀ ਆ, ਇੰਨੀਆਂ ਰੌਣਕਾਂ, ਮੈਂ ਕਹਿੰਦਾ ਕਿ ਜਿਹੜੀਆਂ ਬਾਹਰੀ ਤਾਕਤਾਂ ਨੇ, ਜਿਹੜੀਆਂ ਹਕੂਮਤਾਂ ਜਿਹੜੀਆਂ ਕਦੀ ਹਮਲੇ ਵੀ ਕਰਦੀਆਂ, ਉਹ ਕਈ ਤਰੀਕਾਂ ਦੇ ਰੰਗ ਭੇਵ ਬਦਲਦੀਆਂ ਨੇ। ਉਹਨਾਂ ਨੂੰ ਸ੍ਰੀ ਗੁਰੂ ਰਾਮਦਾਸ ਦੇ ਘਰ ਦੀ ਪ੍ਰਭਤਾ, ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਦੀਆਂ ਰੌਣਕਾਂ ਉਹਨਾਂ ਨੂੰ ਹਜ਼ਮ ਨਹੀਂ ਹੁੰਦੀਆਂ। ਉਹ ਇਹੋ ਜਿਹੇ ਛੜਯੰਤਰ, ਇਹੋ ਜਿਹੇ ਡਰਾਮੇ ਰਚਦੇ ਨੇ, ਪਰ ਉਹਨਾਂ ਦੇ ਆਖਰ ਨੂੰ ਉਹ ਨੇਸ ਤੋਂ ਨਬੂਦ ਹੋ ਜਾਣਗੇ ਉਹ ਲੋਕ। ਪਰ ਗੁਰੂ ਰਾਮਦਾਸ ਦੇ ਘਰ ਦੀਆਂ ਰੌਣਕਾਂ ਕਦੀ ਫਿੱਕੀਆਂ ਨਹੀਂ ਪੈਣਗੀਆਂ। ਇਹ ਸੰਗਤਾਂ ਦੇ ਦਿਲਾਂ ਦੇ ਵਿੱਚ ਔਰ ਬਾਹਰ ਤੋਂ ਵਿਦੇਸ਼ਾਂ ਤੋਂ ਜੋ ਕੋਈ ਦੁਨੀਆ ਦੀਆਂ ਬਾਦਸ਼ਾਹੀਆਂ ਵੀ ਬਣਦੀਆਂ ਤੇ ਉਹ ਵੀ ਗੁਰੂ ਰਾਮਦਾਸ ਦੇ ਘਰ ਸਜਦਾ ਕਰਨ ਆਉਂਦੀਆਂ, ਉਹਨਾਂ ਨੂੰ ਇਹ ਹਜ਼ਮ ਨਹੀਂ ਹੁੰਦਾ। ਪਰ ਇਹਨਾਂ ਦੇ ਸੁਪਨੇ ਕਦੀ ਸਾਕਾਰ ਨਹੀਂ ਹੋਣਗੇ। ਗੁਰੂ ਰਾਮਦਾਸ ਦੇ ਘਰ ਦੀਆਂ ਰੌਣਕਾਂ ਸਦਾ ਹੀ ਇਸ ਤਰ੍ਹਾਂ ਰਹਿਣਗੀਆਂ। ਕੌਣ ਹੋ ਸਕਦਾ ਉਹ ਨਸ਼ਈ ਨੌਜਵਾਨ ਕਿ ਕਿਸੇ ਸਾਜ਼ਿਸ਼ ਦਾ ਹਿੱਸਾ ਮੰਨਦੇ? ਇਹ ਤਾਂ ਹੁਣ ਜਿਹੜੀਆਂ ਇਹੋ ਹੀ ਇਹ ਲੱਗੇ ਆ ਜੀ, ਅਸੀਂ ਇਹ ਜਾਂਚਾਂ ਕਰ ਰਹੇ, ਕਾਹਦੀਆਂ ਜਾਂਚਾਂ ਨੇ? ਇਹ ਤਾਂ ਡਰਾਮੇ ਹੁੰਦੇ ਨੇ। ਇਹ ਆਜ਼ਾਦ ਕੌਮਾਂ ਜਿਹੜੀਆਂ ਹੁੰਦੀਆਂ, ਉਹ ਸਭ ਕੁਝ ਜਿਨ੍ਹਾਂ ਦੇ ਆਪਣੇ ਮੁਲਕ ਹੁੰਦੇ, ਆਪਣਾ ਸਾਰਾ ਕੁਝ ਹੁੰਦਾ, ਉਹਨਾਂ ਵਾਸਤੇ ਕਾਨੂੰਨ ਹੁੰਦੇ ਆ। ਜਿਹੜੀਆਂ ਗੁਲਾਮ ਕੌਮਾਂ ਹੁੰਦੀਆਂ ਉਹਨਾਂ ਵਾਸਤੇ ਕੋਈ ਕਾਨੂੰਨ ਨਹੀਂ ਹੁੰਦੇ। ਗੁਰੂ ਰਾਮਦਾਸ ਦੇ ਘਰ 'ਤੇ ਹਮਲਾ ਹੋਇਆ, ਸਾਨੂੰ ਅੱਜ ਤੱਕ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਹਿਸਾਬ ਹੀ ਨਹੀਂ ਦੱਸਿਆ ਗਿਆ। ਦੱਸੋ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਦਿੱਤਾ ਕੁਝ ਸਾਨੂੰ? ਜੇ ਹਮਲਾ ਕਰਕੇ ਉਹ ਦੁਸ਼ਮਣ ਲੁੱਟ ਕੇ ਲੈ ਗਿਆ, ਸਾਨੂੰ ਨਹੀਂ ਕੁਝ ਦੱਸ ਰਿਹਾ। ਤੇ ਜਿਹੜੇ ਬਾਹਰ ਦਰਬਾਰ ਸਾਹਿਬ ਦੇ ਗਲਿਆਰੇ ਦੇ ਵਿੱਚ ਬਲਾਸਟ ਹੋ ਜਾਂਦੇ ਨੇ, ਉਹਦੇ ਬਾਰੇ ਅਸੀਂ ਇਹਨਾਂ ਤੋਂ ਕੀ ਇਨਸਾਫ ਦੀ ਆਸ ਰੱਖ ਸਕਦੇ ਹਾਂ? ਪਰ ਸੰਗਤਾਂ ਜਿਹੜੀਆਂ ਉਹ ਗੁਰੂ ਮਹਾਰਾਜ ਨਾਲ ਜੁੜੀਆਂ ਨੇ, ਗੁਰੂ 'ਤੇ ਵਿਸ਼ਵਾਸ ਕਰਦੀਆਂ ਨੇ। ਸੰਗਤਾਂ ਦੇ ਮਨਾਂ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਡਰ ਭੈ ਨਹੀਂ ਹੈ। ਸੰਗਤਾਂ ਉਸੇ ਤਰ੍ਹਾਂ ਜਿੱਦਾਂ ਪਹਿਲਾਂ ਰੂਟੀਨ 'ਚ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਸੀ,
ਉਸੇ ਤਰ੍ਹਾਂ ਹੀ ਦਰਸ਼ਨ ਕਰਨ ਆ ਰਹੀਆਂ ਨੇ। ਮੈਂ ਸਮਝਦਾ ਕਿ ਸਾਡੀ ਜਿਹੜੀ CCTV ਕੈਮਰੇ ਦੀ ਟੀਮ, ਸਾਡੇ ਜਿਹੜੇ ਸੁਰੱਖਿਆ ਦਸਤੇ ਦੇ ਮੁਲਾਜ਼ਮ ਜਿਹੜੇ ਆ, ਮੈਂ ਉਹਨਾਂ ਨੂੰ ਵਧਾਈ ਦਿੰਦਾ ਜਿਨ੍ਹਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਇਹ ਸਾਰੀ ਚੀਜ਼ ਨੂੰ ਟਰੇਸ ਕਰਕੇ ਉਹ ਜਿਹੜੇ ਸ਼ਖਸ ਸੀ ਜਿਨ੍ਹਾਂ ਨੇ ਇਹ ਘਟਨਾ ਨੂੰ ਅੰਜਾਮ ਦਿੱਤਾ ਸੀ ਉਹਨਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ। ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਇਹਨਾਂ ਨੂੰ ਮਾਨ ਸਨਮਾਨਿਤ ਕਰਾਂ। ਸਕੱਤਰ ਸਾਹਿਬ, ਜਿਹੜੀ ਤੀਸਰੀ ਘਟਨਾ ਹੋਈ ਸੀ ਉਹ ਗੁਰੂ ਰਾਮਦਾਸ ਸਰਾਂ ਤੋਂ ਕਿੰਨੀ ਦੂਰ ਸੀ ਜਾਂ ਅੰਦਰ ਹੋਈ ਸੀ ਘਟਨਾ? ਦੇਖੋ ਜੀ, ਉਹ ਸ਼ਖਸ ਜਿਹੜਾ ਸੀ ਉਹਨਾਂ ਨੇ ਗੁਰੂ ਰਾਮਦਾਸ ਸਰਾਂ ਦੇ ਅੰਦਰੋਂ ਬਾਹਰ ਨੂੰ ਜਿਹੜੀ ਗਲਿਆਰਾ ਉਹਨੂੰ ਕੋਈ ਚੀਜ਼ ਸੁੱਟੀ ਸੀ, ਜਿਹਦੇ ਨਾਲ ਇੱਕਦਮ ਧਮਾਕਾ ਹੋਇਆ ਤੇ ਉਹਦੇ ਨਾਲ ਜਿਹੜੀ ਲਾਈਟ ਦੇ ਆਧਾਰ 'ਤੇ ਸਾਡੇ ਬੰਦੇ ਨੇ ਟਰੇਸ ਕਰਕੇ ਉਹਨਾਂ ਨੂੰ ਫੜਿਆ। ਇਹ ਬੰਦੇ ਜਿਹੜੇ ਸ਼ਖਸ ਆ ਇਹ ਦੂਜਾ ਇੱਕ ਤਾਂ ਕੋਈ ਗੁਰਦਾਸਪੁਰ ਦਾ, ਇੱਕ ਬਾਬੇ ਬਕਾਲੇ ਦਾ ਹੈ, ਨਾਲ ਇੱਕ ਲੜਕੀ ਸੀ ਉਹਨਾਂ ਦੇ ਜੋ ਦੂਸਰੇ ਮੁੰਡੇ ਦੀ ਜਿਹੜੀ ਉਹਦੀ ਵਾਈਫ ਸੀ। ਇਹ ਤਿੰਨੇ ਹੀ ਸ਼ਖਸ ਜਿਹੜੇ ਆ ਉਹ ਪਹਿਲਾਂ ਵੀ ਇਹਨਾਂ ਨੇ ਕਮਰਾ ਲਿਆ ਸੀਗਾ ਕਿਉਂਕਿ ਉਹ ਦੋਵੇਂ ਪਰਿਵਾਰ ਸੀਗਾ, ਉਹਦਾ ਆਇਡੈਂਟੀ ਪ੍ਰੂਫ ਲੈ ਕੇ ਕਮਰਾ ਦਿੱਤਾ ਸੀ। ਮੈਂ ਸਮਝਦਾ ਕਿ ਇਹ ਜਿਹੜੇ ਵਿਅਕਤੀ ਨੇ, ਕਿਉਂਕਿ ਉਹਨਾਂ ਬਾਣਾ ਵੀ ਪਾਇਆ ਸੀ, ਸਾਫ ਸੂਰਤ ਸੀ, ਇਹਦਾ ਸ਼ੱਕ ਕਰਨਾ ਵੀ ਕੋਈ ਏਡੀ ਗੱਲ ਨਹੀਂ ਸੀ ਹੈਗੀ ਸ਼ੱਕ ਕਰਨ ਵਾਲੀ। ਪਰ ਅਜਿਹੇ ਬੰਦੇ ਜੋ ਬਾਣੇ ਵਿੱਚ ਹੋ ਕੇ ਇਹੋ ਜਿਹੀ ਘਟਨਾ ਕਰਦੇ ਨੇ, ਮੈਂ ਸਮਝਦਾ ਬਹੁਤ ਮਾੜੀ ਆ, ਕਿਉਂਕਿ ਇਹ ਇੱਕ ਹਿਸਾਬ ਨਾਲ ਬਾਣੇ ਨੂੰ ਆਗ ਲਾਉਣ ਵਾਲੀ ਗੱਲ ਹੈ। ਕਿਉਂਕਿ ਹਰਿਮੰਦਰ ਸਾਹਿਬ ਜਿੱਥੇ ਲੱਖਾਂ ਦੀ ਤਾਦਾਦ ਸੰਗਤ ਆਉਂਦੀ ਆ, ਉੱਥੇ ਉਹਦੇ ਲਾਗੇ ਜਾਂ ਉੱਥੇ ਇਹੋ ਜਿਹੀ ਘਟਨਾ ਕਰਨੀ ਬਹੁਤ ਮਾੜੀ। ਕਿਵੇਂ ਵੇਖਦੇ ਆ ਤੁਸੀਂ ਇਹਨੂੰ? ਨਸ਼ਈਆਂ ਦੀ ਹਰਕਤ ਵੇਖਦੇ ਆ ਕਿ IGPC ਕਿਵੇਂ ਵੇਖਦੀ ਆ ਕਿ ਜਾਂ ਕਿਸੇ ਦੀ ਸਾਜ਼ਿਸ਼ ਹੋ ਸਕਦੀ ਹੈ? ਦੇਖੋ ਜੀ, ਇਹ ਕੋਈ ਡੂੰਘੀ ਸਾਜ਼ਿਸ਼ ਹੈ, ਕਿਉਂਕਿ ਕੋਈ ਵੀ ਜਿਹੜਾ ਪੋਟਾਸ਼ ਜਾਂ ਜਿਹੜੀ ਜਿਹਦੇ ਨਾਲ ਕੋਈ ਧਮਾਕਾ ਕੀਤਾ ਜਾ ਸਕਦਾ ਉਹ ਆਮ ਬੰਦੇ ਨੂੰ ਮਿਲਦਾ ਹੀ ਨਹੀਂ। ਇਹਦੇ ਮਗਰ ਕੋਈ ਬਹੁਤ ਡੂੰਘੀ ਸਾਜ਼ਿਸ਼ ਹੈ। ਮੈਂ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਸੀ, ਉਹਨਾਂ ਨੂੰ ਬੇਨਤੀ ਵੀ ਕੀਤੀ ਕਿ ਇਹ ਜਿਹੜੀ ਵੀ ਕੋਈ ਇਹਦੇ ਮਗਰ ਸਾਜ਼ਿਸ਼ ਆ ਉਹਨੂੰ ਸਾਜ਼ਿਸ਼ ਨੂੰ ਨੰਗਿਆ ਕਰਕੇ ਉਹ ਅਸਲ ਦੋਸ਼ੀ ਜਿਹੜੇ ਉਹ ਗ੍ਰਿਫਤਾਰ ਕੀਤੇ। DGP ਸਾਹਿਬ ਨੇ ਕੱਲ੍ਹ ਪ੍ਰੈਸ ਕਾਨਫਰੰਸ ਕੀਤੀ ਸੀ ਜਿਹਦੇ ਵਿੱਚ ਉਹਨਾਂ ਦੱਸਿਆ ਕੁਝ ਲੈਟਰਾਂ ਵੀ ਮਿਲੀਆਂ ਉਹਨਾਂ ਦੇ ਕੋਲੋਂ। ਕੀ ਲੱਗਦਾ ਤੁਹਾਨੂੰ ਇਹ ਸਾਜ਼ਿਸ਼ ਦਾ ਹਿੱਸਾ ਤੁਸੀਂ ਕਹਿ ਰਹੇ ਹੋ ਤੇ ਇਹ ਹੋ ਸਕਦਾ ਨੰਗਾ? ਕਿਉਂਕਿ ਪਿਛਲੇ ਦਿਨਾਂ ਦੌਰਾਨ ਇੱਕ ਬੇਅਦਬੀ ਹੋਈ ਸੀ ਇੱਥੇ ਦਰਬਾਰ ਸਾਹਿਬ, ਤੇ ਉਦੋਂ ਜਦੋਂ ਸੋਧਾ ਲਾਤਾ ਗਿਆ ਸੀ ਉਸ ਨੌਜਵਾਨ ਦਾ ਤੇ ਕਾਫੀ ਗਿਣਤੀ ਪ੍ਰੰਤੂ ਹੋਈ, ਕਹਿੰਦੇ ਕਿ ਪ੍ਰਸ਼ਾਸਨ ਨੂੰ ਦੇਣਾ ਚਾਹੀਦਾ ਸੀ ਉਹਨੂੰ, ਉਹ ਪ੍ਰਸ਼ਾਸਨ ਪਤਾ ਕਰਤਾ ਉਹ ਕਿੱਥੋਂ ਸੀ ਨੌਜਵਾਨ, ਕੁਝ ਵੀ ਪਤਾ ਨਹੀਂ ਲੱਗਾ। ਪਰ ਹੁਣ ਪ੍ਰਸ਼ਾਸਨ ਦੇ ਕੋਲ ਆ, ਕੁਝ ਲੱਗਾ ਪਤਾ ਹੁਣ ਤੱਕ? ਜੋ ਇਨਪੁਟ ਸਾਡੇ ਕੋਲ ਆਈ ਆ ਉਹਦੇ ਮੁਤਾਬਕ ਤੇ 2 ਬੰਦੇ ਉਹਨਾਂ ਨੇ ਅਰੈਸਟ ਕੀਤੇ, ਇਹਨਾਂ ਤਿੰਨਾਂ ਤੋਂ ਇਲਾਵਾ 3 ਬੰਦੇ ਹੋਰ ਅਰੈਸਟ ਕੀਤੇ। ਟੋਟਲ 5 ਨੇ। 2 ਅਸੀਂ ਦਿੱਤੇ ਸੀਗੇ ਤੇ ਇੱਕ ਨਾਲ ਲੜੀ ਸੀ। ਉਹਨਾਂ ਨੇ ਇਹਨਾਂ ਤੋਂ ਇਲਾਵਾ ਵੀ 3 ਬੰਦੇ ਜਿਨ੍ਹਾਂ ਨੇ ਉਹ ਪੋਟਾਸ਼ ਦਿੱਤਾ ਜਾਂ ਜਿਨ੍ਹਾਂ ਕੋਲ ਲਿਆਂਦਾ ਉਹਨਾਂ ਨੇ ਉਹ ਅਰੈਸਟ ਕੀਤੇ। ਮੈਂ ਸਮਝਦਾ ਕਿ DGP ਸਾਹਿਬ ਨੂੰ ਆਪ ਇਸ ਮਸਲੇ 'ਚ ਇੰਟਰਸਟ ਲੈ ਕੇ ਅਸਲ ਦੋਸ਼ੀ ਜਿਹੜੇ ਆ ਭਾਵੇਂ ਉਹ ਕਿਤੇ ਵੀ ਛੁਪੇ ਉਹਨਾਂ ਨੂੰ ਨੰਗਿਆ ਕਰਨਾ ਚਾਹੀਦਾ, ਕਿਉਂਕਿ ਜੇ ਪ੍ਰਸ਼ਾਸਨ ਅਜਿਹਾ ਨਹੀਂ ਕਰਦਾ ਤਾਂ ਕੱਲ੍ਹ ਨੂੰ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ। ਸਕੱਤਰ ਸਾਹਿਬ, ਕਿੰਨੀ ਕੁ ਛੇਤੀ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ? ਅੰਜਾਮ ਦੇਣ ਤੋਂ ਬਾਅਦ ਫੜਿਆ ਗਿਆ ਉਹਨਾਂ ਨੂੰ, ਜਿਹੜੇ ਨੌਜਵਾਨ ਸੀ ਇੱਥੇ, ਕਿੰਨਾ ਕੁ ਸਮਾਂ ਲੱਗਾ ਸੀ? SGPC ਦੀ ਟਾਸਕ ਫੋਰਸ ਸੀ ਜਿਹੜੀ ਤੁਸੀਂ ਦੱਸਿਆ, ਤੇ ਜਿਵੇਂ ਜਿਹੜੇ ਵੀਰ ਕੈਮਰਿਆਂ 'ਤੇ ਨਿਗਰਾਨੀ ਸੀ ਰਾਤ ਦੇ ਸਮੇਂ, ਤਕਰੀਬਨ 12 ਵਜੇ ਦੱਸਿਆ ਜਾ ਰਿਹਾ ਟਾਈਮ। ਇਹ ਤਕਰੀਬਨ 12:10 ਦੀ ਘਟਨਾ ਵਾਪਰੀ ਆ। ਸਾਡੇ ਜਿਹੜੀ ਟੀਮ ਨੇ ਉਹਨਾਂ ਨੂੰ ਤਕਰੀਬਨ 4-4:30 ਵਜੇ ਤੱਕ ਅਰੈਸਟ ਕਰ ਲਿਆ ਸੀ। 4-4:30 ਅਰੈਸਟ ਕਰਕੇ ਤੇ ਪ੍ਰਸ਼ਾਸਨ ਦੇ ਹਵਾਲੇ ਕਰਤਾ। ਉਦੋਂ ਪੁਲਿਸ ਆ ਚੁੱਕੀ ਸੀ, ਕਿਉਂਕਿ ਧਮਾਕੇ ਦੀ ਆਵਾਜ਼ ਸੁਣ ਕੇ ਸਾਰੇ ਬੰਨੇ ਪੁਲਿਸ ਨੂੰ ਤਲਾਹ ਤੇ ਲੱਗੀ ਸੀ। ਪੁਲਿਸ ਪਹੁੰਚ ਚੁੱਕੀ, ਜਦੋਂ ਬੰਦੇ ਸਾਡੇ ਫੜ ਕੇ ਲਏ ਥੱਲੇ ਪੁਲਿਸ ਪ੍ਰਸ਼ਾਸਨ ਆਇਆ ਹੋਇਆ ਸੀ, ਉਹਨਾਂ ਨੇ ਉਹਨਾਂ ਕਰ ਦਿੱਤਾ। ਹੁਣ ਪ੍ਰਸ਼ਾਸਨ ਦਾ ਫਿਰ ਤਾਲਮੇਲ ਚੱਲ ਰਿਹਾ? ਹਾਂ, ਚੱਲ ਰਿਹਾ ਜੀ। ਕੱਲ੍ਹ ਵੀ DGP ਸਾਹਿਬ ਨਾਲ ਵੀ ਗੱਲ ਹੋਈ, ਪ੍ਰਧਾਨ ਸਾਹਿਬ ਦੀ, ਫਿਰ ਨਰਿੰਦਰ ਭਾਰਗਵ ਜੀ ਉਹ ਵੀ ਆਏ ਸੀ, ਕਮਿਸ਼ਨਰ ਸਾਹਿਬ ਵੀ ਆਏ ਸੀ, ਪ੍ਰਧਾਨ ਸਾਹਿਬ ਮਿਲ ਕੇ ਗਏ ਨੇ। ਉਹਨਾਂ ਨੇ ਸਾਡੀ ਟੀਮ ਦੀ ਸ਼ਲਾਘਾ ਵੀ ਕੀਤੀ ਹੈ। ਜਿਹੜੀ ਸ਼੍ਰੋਮਣੀ ਕਮੇਟੀ ਦੀ ਟੀਮ ਆ, ਇਹਨਾਂ ਨੇ ਸਾਨੂੰ ਸਹਿਯੋਗ ਦੇ ਕੇ ਬੰਦੇ ਸਾਨੂੰ ਫੜਾਏ ਨੇ। 2 ਪਹਿਲੋਂ ਧਮਾਕੇ ਹੋਏ, ਪਰ ਪ੍ਰਸ਼ਾਸਨ ਕਿਉਂ ਨਹੀਂ ਚੌਕਸ ਹੋਇਆ ਤੇ ਜਦ ਧਮਾਕਾ ਫਿਰ ਇੱਥੇ ਹੋ ਜਾਂਦਾ? ਦੇਖੋ, ਇਹ ਤਾਂ ਹੁਣ ਪ੍ਰਸ਼ਾਸਨ, ਮੈਂ ਸਮਝਦਾ ਕਿ ਇਹ ਪੰਜਾਬ ਸਰਕਾਰ ਦੀ ਫੇਲੀਅਰ ਹੈ, ਕਿਉਂਕਿ 2 ਧਮਾਕੇ ਹੋਣ ਦੇ ਬਾਵਜੂਦ ਵੀ ਪ੍ਰਸ਼ਾਸਨ ਵੱਲੋਂ ਇਹਨਾਂ ਮਤਲਬ ਮੁੱਦਿਆਂ ਨੂੰ ਪੂਰੀ ਤਰ੍ਹਾਂ ਹੱਲ ਨਹੀਂ ਕੀਤਾ ਗਿਆ। ਜੇ ਉਦੋਂ ਹੀ ਹੱਲ ਹੋ ਜਾਂਦਾ, ਹਾਂਜੀ, ਜੇ ਉਦੋਂ ਹੱਲ ਹੋ ਜਾਂਦਾ ਤਾਂ ਤੀਜਾ ਧਮਾਕਾ ਹੋਣਾ ਹੀ ਨਹੀਂ ਸੀ। ਪਰ ਫਿਰ ਵੀ ਮੈਂ ਸਮਝਦਾ ਕਿ ਸਾਡੀ ਟੀਮ ਜਿਹੜੀ ਉਹ ਵਧਾਈ ਦੀ ਪਾਤਰ ਆ, ਜਿਨ੍ਹਾਂ ਨੇ ਮੌਕੇ 'ਤੇ ਉਹਨਾਂ ਨੂੰ ਫੜ ਕੇ ਤੇ ਪੁਲਿਸ ਦੇ ਹਵਾਲੇ ਕਰਤਾ ਤੇ ਕੋਈ ਨਵੀਂ ਘਟਨਾ ਨਾ ਹੋਵੇ ਇਹਦੇ ਲਈ ਉਹਨਾਂ ਨੇ ਰੋਕਤੀ। ਧੰਨਵਾਦ ਜੀ। ਸਕੱਤਰ ਪ੍ਰਤਾਪ ਸਿੰਘ ਸਾਡੇ ਨਾਲ ਸੀ ਤੇ ਉਹਨਾਂ ਕਿਹਾ ਕਿ ਇੱਕ ਸਾਡੀ ਟੀਮ ਵਧਾਈ ਦੀ ਪਾਤਰ ਆ, ਕਿਉਂਕਿ ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। DGP ਸਾਹਿਬਾਨ ਨੇ ਵੀ ਕਿਹਾ, ਜੇ ਆਪਾਂ ਪੰਥਕ ਧਿਰਾਂ ਦੀ ਗੱਲ ਕਰਦੇ ਉਹ ਵੀ ਦੱਸ ਰਹੀਆਂ, ਸਾਰੇ ਗੱਲ ਕਰ ਰਹੇ ਆ ਕਿ IGPC ਦੀ ਟਾਸਕ ਫੋਰਸ ਹੋਵੇ ਜਾਂ ਕੈਮਰੇ ਦੀ ਟੀਮ, ਉਹਨਾਂ ਨੇ ਆਪਣੀ ਚੌਕਸੀ ਵਰਤੀ,
ਪ੍ਰਸ਼ਾਸਨ ਦੇ ਪਹੁੰਚਣ ਤੇ ਬੇਸ਼ੱਕ ਪਹਿਲੋਂ ਉਹਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ, ਪਰ ਪ੍ਰਸ਼ਾਸਨ ਦਾ ਫੇਲੀਅਰ, ਉਹਨਾਂ ਕਿਹਾ ਸਰਕਾਰ ਦਾ ਫੇਲੀਅਰ ਸੀ ਇਹ ਕਿ 2 ਘਟਨਾਵਾਂ ਪਹਿਲੋਂ ਗਲਿਆਰੇ ਦੇ ਲਾਗੇ ਮਤਲਬ ਕਿ ਜਿਹੜੀ ਹੈਰੀਟੇਜ ਸਟਰੀਟ ਆ ਉਹਦੇ ਉੱਤੇ ਹੋ ਜਾਂਦੀਆਂ, ਤੇ ਤੀਜੀ ਘਟਨਾ ਜਿਹੜੀ ਹੈਗੀ ਆ ਗੁਰੂ ਰਾਮਦਾਸ ਸਰਾਂ 'ਚ ਹੋਈ ਆ। ਤੇ ਪ੍ਰਤਾਪ ਸਿੰਘ ਜੀ ਨੇ ਦੱਸਿਆ ਕਿ ਇਹ ਸਰਕਾਰ ਦਾ ਫੇਲੀਅਰ ਸੀ। ਜੇ ਪ੍ਰਸ਼ਾਸਨ ਪਹਿਲਾਂ ਹਰਕਤ ਦੇ ਵਿੱਚ ਆ ਜਾਂਦਾ ਤੇ ਸ਼ਾਇਦ ਇਹ ਤੀਜੀ ਘਟਨਾ ਜਿਹੜੀ ਦਰਬਾਰ ਸਾਹਿਬ ਦੇ ਵਿੱਚ ਬਿਲਕੁਲ ਲਾਗੇ ਗੁਰੂ ਰਾਮਦਾਸ ਸਰਾਂ 'ਚ ਹੋਈ ਸੀ ਉਹ ਘਟਨਾ ਨਾ ਹੁੰਦੀ।